देखो सर, हम देखो सर, ठीक है जी। थोड़ी बेटर है सर अगे नालों। ओके जी, ओके सर, चलो ਜੇ ਕੋਈ ਦੁਬਾਰਾ ਪ੍ਰੋਬਲਮ ਆਈ ਤਾਂ ਦੱਸ ਦਿਓ ਜੋ, ਅਦਰਵਾਈਜ਼ ਆਪਾਂ ਦੇਖ ਚੱਲਦੇ ਹਾਂ। ਹੁਣ ਦੇਖੋ ਜਦੋਂ ਆਪਾਂ ਗੱਲ ਕਰਦੇ ਹਾਂ ਸਰ ਫਿਊਚਰਸ ਦੀ ਤੇ ਆਪਸ਼ਨਸ ਦੀ, ਪਹਿਲੀ ਗੱਲ ਤੇ ਦੋਵੇਂ ਅਲੱਗ-ਅਲੱਗ ਚੀਜ਼ਾਂ ਨੇ। ਫਿਊਚਰਸ ਦੇ ਵਿੱਚ ਆਪਾਂ ਟ੍ਰੇਡ ਕਰਦੇ ਹਾਂ, ਉਹ ਇੱਕ ਅਲੱਗ ਚੀਜ਼ ਹੈ। ਆਪਾਂ ਆਪਸ਼ਨਸ ਦੇ ਵਿੱਚ ਟ੍ਰੇਡ ਕਰਦੇ ਹਾਂ, ਉਹ ਇੱਕ ਅਲੱਗ ਚੀਜ਼ ਹੈ, ਠੀਕ ਹੈ। ਸੈਕੰਡ ਚੀਜ਼, ਆਪਾਂ ਨੂੰ ਜਦੋਂ ਆਪਾਂ ਇਹ ਸਮਝਾਂਗੇ ਨਾ ਕਿ ਆਪਾਂ ਨੂੰ ਫਿਊਚਰਸ ਦੀ ਕੀ ਜ਼ਰੂਰਤ ਪਈ ਸੀ ਤੇ ਆਪਸ਼ਨਸ ਦੀ ਕੀ ਜ਼ਰੂਰਤ ਪਈ ਸੀ, ਫਿਰ ਆਪਾਂ ਨੂੰ ਹੋਰ ਵੀ ਜ਼ਿਆਦਾ ਡਿਟੇਲ ਦੇ ਵਿੱਚ ਆਪਾਂ ਨੂੰ ਉਹ ਚੀਜ਼ ਆਪਾਂ ਆਬਜ਼ਰਵ ਕਰਾਂਗੇ ਕਿ ਕਿਹੜੀ ਚੀਜ਼ ਤੋਂ ਕਦੋਂ ਪ੍ਰੋਫਿਟ ਲੈਣਾ। ਦੇਖੋ ਆਪਣੇ ਕੋਲ ਤਿੰਨ ਚੀਜ਼ਾਂ ਨੇ। ਜੇ ਆਪਾਂ ਪ੍ਰੋਫਿਟ ਦੀ ਗੱਲ ਕਰੀਏ ਤਾਂ ਆਪਾਂ ਸਿੰਪਲੀ ਸਟਾਕ 'ਚ ਵੀ ਤਾਂ ਬਾਈ ਪਰਚੇਜ਼ ਕਰ ਲੈਂਦੇ ਆ, ਸਟਾਕ ਤੋਂ ਪ੍ਰੋਫਿਟ ਲੈ ਲਓ। ਆਪਾਂ ਨੂੰ ਫਿਊਚਰ 'ਚ ਜਾਣ ਦੀ ਕੀ ਜ਼ਰੂਰਤ ਪਈ ਸੀ, ਜਾਂ ਆਪਾਂ ਕਹਿੰਦੇ ਆ ਕਿ ਜੇ ਅਸੀਂ ਆਪਸ਼ਨਸ ਕਰਨੀਆਂ ਹੈ ਨਾ, ਆਪਾਂ ਕਾਲ ਜਾਂ ਪੁੱਟ ਬਾਈ ਕਰਦੇ ਆ, ਆਪਾਂ ਨੂੰ ਆਪਸ਼ਨਸ ਦੀ ਕੀ ਜ਼ਰੂਰਤ ਪਈ ਸੀ। ਮੈਂ ਸਕਰੀਨ ਸ਼ੇਅਰ ਕਰਨ ਲੱਗਿਆ ਤੁਹਾਡੇ ਨਾਲ, ਆਪਾਂ ਸਟਾਰਟ ਕਰਦੇ ਆ ਡਾਇਰੈਕਟ ਫਿਊਚਰਸ ਦੇ ਉੱਪਰੋਂ। ਮੋਸਟਲੀ ਨਾ ਆਪਾਂ ਜਿਹੜੇ ਵੀ ਲੋਕ, ਜਿਵੇਂ ਆਪਾਂ ਸਰ ਜਿਹੜੇ ਵੀ ਕਰ ਰਹੇ ਆ, ਕਾਲ ਬਾਈ ਕਰ ਰਹੇ ਆ, ਪੁੱਟ ਬਾਈ ਕਰ ਰਹੇ ਆ, ਤੁਸੀਂ ਆਪਸ਼ਨਸ ਦੇ ਵਿੱਚ ਟ੍ਰੇਡ ਕਰ ਰਹੇ ਹੋ, ਠੀਕ ਹੈ। ਤੁਸੀਂ ਫਿਊਚਰ ਦੇ ਵਿੱਚ ਟ੍ਰੇਡ ਨਹੀਂ ਕਰ ਰਹੇ। ਫਿਊਚਰ 'ਚ ਟ੍ਰੇਡਿੰਗ ਕਿਹਨੂੰ ਕਹਿੰਦੇ ਆ, ਆਪਾਂ ਉਹ ਕਰਦੇ ਆ। ਪਹਿਲਾਂ ਸਕਰੀਨ ਵਿਜ਼ੀਬਲ ਹੈ ਵੀ ਸਭ ਨੂੰ ਸ਼ੇਅਰ ਹੋ ਰਹੀ ਹੈ ਜੀ? ਦੇਖੋ ਸਰ, ਹਾਂਜੀ ਸਰ। ਓਕੇ ਜੀ ਸਰ, ਆਪਣਾ ਜਿਹੜਾ ਕੋਰਸ ਹੈਗਾ ਜੀ, ਇਹ ਹੈਗਾ ਫਿਊਚਰਸ ਐਂਡ ਆਪਸ਼ਨਸ ਦਾ, ਠੀਕ ਹੈ। ਇਹਦੇ ਵਿੱਚ ਆਪਾਂ ਇਕੁਇਟੀ ਦੀ ਕੋਈ ਗੱਲ ਨਹੀਂ ਕਰਾਂਗੇ ਆਪਾਂ। ਐਕਸਕਿਊਜ਼ ਮੀ ਸਰ। ਹਾਂਜੀ ਸਰ, ਮੈਂ ਇਕੁਇਟੀ ਦਾ ਕੋਰਸ ਜੁਆਇਨ ਕੀਤਾ ਸੀ, ਬਟ ਮੈਂ ਫਿਊਚਰਸ ਐਂਡ ਆਪਸ਼ਨਸ ਦਾ ਨਹੀਂ ਸੀ ਕਰਨਾ। ਇੱਕ ਮਿੰਟ ਮੈਮ, ਇੱਕ ਮਿੰਟ ਜੀ। ਹਾਂਜੀ, ਲਾਈਕ ਮੈਂ ਇਕੁਇਟੀ ਲਈ ਪੇ ਕੀਤਾ ਸੀ। ਆਈ ਥਿੰਕ ਮੈਮ ਗਲਤੀ ਨਾਲ ਆਪਾਂ ਇੱਧਰ ਤੁਹਾਨੂੰ ਐਡ ਕਰ ਲਿਆ ਜੀ। ਇੱਕ ਮਿੰਟ ਮੈਂ ਮੈਨੂੰ ਚੈੱਕ ਕਰ ਲੈਂਦਾ, ਤੁਸੀਂ ਬਾਕੀ ਲੀਵ ਕਰ ਦਿਓ, ਇਹ ਵਾਲੀ ਕਲਾਸ ਤੁਸੀਂ ਲੀਵ ਕਰ ਦਿਓ। ਵੈਸੇ ਵੀ ਜਿੰਨਾ ਚਿਰ ਇਕੁਇਟੀ ਨਹੀਂ ਕਰਾਂਗੇ ਆਪਾਂ ਨੂੰ ਆਪਸ਼ਨ ਸਮਝ ਨਹੀਂ ਆਏਗਾ। ਫਿਰ ਉਹ ਕਲਾਸ ਕਦ ਸ਼ੁਰੂ ਹੋਏਗੀ ਸਰ? ਮੈਮ ਤੁਸੀਂ ਮੈਨੂੰ WhatsApp ਪਰ ਮੈਸੇਜ ਕਰੋ ਹੁਣੇ ਰਾਈਟ ਨਾਓ, ਫਿਰ ਮੈਂ ਤੁਹਾਨੂੰ ਦੂਸਰੇ ਵਾਲੇ ਗਰੁੱਪ 'ਚ ਐਡ ਕਰ ਦਾਂ ਜੀ। ਓਕੇ, ਥੈਂਕ ਯੂ। ਓਕੇ ਸਰ, ਆਪਾਂ ਨੈਕਸਟ ਕਰਦੇ ਹਾਂ ਜੀ ਆਪਣਾ। ਸਰ ਰਿਕੁਐਸਟਲੀ ਆ, ਪਲੀਜ਼ ਵੌਇਸ ਦਾ ਕੁਝ ਕਰ ਲਓ, ਬਿਕੋਜ਼ ਬਹੁਤ ਜ਼ਿਆਦਾ ਇਕੋ ਜੀ ਆ ਰਹੀ ਹੈ, ਬਹੁਤ ਗੌਰ ਨਾਲ ਸੁਣਨਾ ਪੈ ਰਿਹਾ ਹੈ। ਸਭ ਨੂੰ ਪ੍ਰੋਬਲਮ ਆ ਰਹੀ ਹੈ ਇਹ? ਹਾਂਜੀ ਸਰ। ਹਾਂਜੀ ਸਰ। ਹਾਂਜੀ ਇਕੋ ਆ ਰਹੀ ਹੈ ਪ੍ਰੋਬਲਮ ਸਰ, ਕੀ ਲੱਗ ਰਿਹਾ ਮੈਨੂੰ। ਇੱਕ ਮਿੰਟ ਸਰ, ਇੱਕ ਮਿੰਟ ਜੀ। ਹੁਣ ਦੇਖੋ ਸਰ, ਹੁਣ ਕਲੀਅਰ ਹੈ ਜੀ? ਚਲੋ ਆਪਾਂ ਇੱਕ ਵਾਰੀ ਸਟਾਰਟ ਕਰਦੇ ਹਾਂ, ਜੇ ਫਿਰ ਪ੍ਰੋਬਲਮ ਆਈ ਤਾਂ ਮੈਨੂੰ ਦੱਸ ਦਿਓ ਜੀ। ਆਈ ਥਿੰਕ ਹੁਣ ਮੋਸਟ ਪ੍ਰੋਬਬਲੀ ਕਲੀਅਰ ਹੋ ਗਈ ਹੋਏਗੀ।
ਓਕੇ ਸਰ, ਆਪਾਂ ਜੀ ਫਿਊਚਰ ਐਂਡ ਆਪਸ਼ਨਸ ਦੀ ਗੱਲ ਕਰ ਰਹੇ ਹਾਂ, ਠੀਕ ਹੈ। ਫਿਊਚਰ ਐਂਡ ਆਪਸ਼ਨਸ ਕੀ ਚੀਜ਼ ਹੈ, ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ। ਸਰ ਫਿਊਚਰ ਐਂਡ ਆਪਸ਼ਨਸ, ਤੁਸੀਂ ਇੱਕ ਨਾਮ ਸੁਣਿਆ ਹੋਵੇਗਾ ਡੈਰੀਵੇਟਿਵਸ, ਠੀਕ ਹੈ। ਜਿਹੜੇ ਵੀ ਲੋਕ ਫਿਊਚਰ ਐਂਡ ਆਪਸ਼ਨ ਚ ਟ੍ਰੇਡਿੰਗ ਕਰਦੇ ਹਨ ਨਾ, ਆਪਾਂ ਉਹਨਾਂ ਦੀ ਗੱਲ ਕਰਦੇ, ਆਪਾਂ ਉਹਨੂੰ ਕਹਿੰਦੇ ਹਾਂ ਕਿ ਜੀ ਆਪਣਾ ਡੈਰੀਵੇਟਿਵ ਦੇ ਵਿੱਚ ਟ੍ਰੇਡ ਕਰਨਾ ਹੈ। ਹੁਣ ਡੈਰੀਵੇਟਿਵਸ ਕੀ ਚੀਜ਼ ਹੈ, ਪਹਿਲਾਂ ਨਾ ਥੋੜੀਆਂ ਟਰਮਸ ਹੈ, ਇਹਨਾਂ ਨੂੰ ਸਮਝ ਲਓ, ਕਿਉਂਕਿ ਤੁਸੀਂ ਕੱਲ ਨੂੰ ਕਿਤੋਂ ਵੀ ਕੁਝ ਕਰਦੇ ਹੋ, ਕਿਤੋਂ ਹੋਰ ਰਿਸਰਚ ਕਰਦੇ ਹੋ, ਤਾਂ ਥੋੜੀਆਂ ਨਾ ਜਿਹੜੀਆਂ ਟਰਮਸ ਹੈ, ਡੈਰੀਵੇਟਿਵ, ਅੰਡਰਲਾਈਨ, ਸਟ੍ਰਾਈਕ ਪ੍ਰਾਈਸ, ਸਟਾਪ ਪ੍ਰਾਈਸ, ਸਪੋਰਟ ਪ੍ਰਾਈਸ, ਤਾਂ ਆਪਾਂ ਨੂੰ ਪਹਿਲਾਂ ਪੜ੍ਹਨਾ ਜ਼ਰੂਰੀ ਹੈ, ਤਾਂ ਕਿ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਡੈਰੀਵੇਟਿਵਸ ਕੀ ਚੀਜ਼ ਹੈ, ਅੰਡਰਲਾਈਨ ਵੈਲਿਊ ਕਿਹਨੂੰ ਕਹਿੰਦੇ ਆ। ਤਾਂ ਥੋੜੀਆਂ ਜਿਹੀਆਂ ਟਰਮਸ ਆ ਆਪਾਂ ਉਹ ਕਰਾਂਗੇ, ਇਸ ਤੋਂ ਬਾਅਦ ਫਿਰ ਆਪਣਾ ਨਾਰਮਲ ਬੈਚ ਹੋ ਜਾਏਗਾ ਸਟਾਰਟ, ਠੀਕ ਹੈ। ਹੁਣ ਫਿਊਚਰਸ ਐਂਡ ਆਪਸ਼ਨ, ਹਾਂਜੀ ਸਰ। ਫਿਊਚਰ ਐਂਡ ਆਪਸ਼ਨ ਦਾ ਮਤਲਬ ਹੈ ਸਰ ਕਿ ਆਪਾਂ ਨਾ ਡੈਰੀਵੇਟਿਵ ਦੇ ਵਿੱਚ ਟ੍ਰੇਡਿੰਗ ਕਰ ਰਹੇ ਹਾਂ ਜੀ। ਡੈਰੀਵੇਟਿਵ ਨੂੰ ਜੇ ਆਪਾਂ ਥੋੜਾ ਜਿਹਾ ਖੋਲ ਕੇ ਦੇਖੀਏ ਕੀ ਹੈ, ਡਿਰਾਈਵ। ਬੇਸਿਕਲੀ ਡੈਰੀਵੇਟਿਵ ਕਿੱਥੋਂ ਵਰਡ ਬਣਿਆ, ਡਿਰਾਈਵ ਤੋਂ, ਠੀਕ ਹੈ। ਡਿਰਾਈਵ ਦਾ ਮਤਲਬ ਕੀ ਹੈ ਕਿ ਜਿਹੜੀ ਫਿਊਚਰ ਦੀ ਕੋਈ ਵੈਲਿਊ ਪੇ ਕਰਦੇ ਆ ਆਪਾਂ, ਜਾਂ ਆਪਾਂ ਆਪਸ਼ਨਸ ਦੇ ਵਿੱਚ ਕੋਈ ਵੈਲਿਊ ਪੇ ਕਰਦੇ ਆ, ਈਵਨ ਜੋ ਮੰਨ ਲਓ ਜੋ ਆਪਾਂ ਕਾਲ ਵੀ ਬਾਏ ਕਰਨੀ ਹੈ, ਤੇ ਕੋਈ ਪੈਸੇ ਤਾਂ ਦੇ ਰਹੇ ਆ ਨਾ ਆਪਾਂ ਉਹਨਾਂ ਨੂੰ, ਉਹ ਕਿੰਨੇ ਪੈਸੇ ਦੇਣੇ ਆ, ਜਾਂ ਉਸ ਆਪਸ਼ਨ ਦੀ ਉਹਨਾਂ ਪ੍ਰਾਈਸ ਕਿੱਥੋਂ ਆਇਆ। ਆਪਾਂ ਫਿਊਚਰ ਖਰੀਦ ਰਹੇ ਹਾਂ, ਉਹਦਾ ਕੋਈ ਪ੍ਰਾਈਸ ਪੇ ਕਰ ਰਹੇ ਹਾਂ, ਤਾਂ ਉਹਦਾ ਪ੍ਰਾਈਸ ਕਿੱਥੋਂ ਡਿਰਾਈਵ ਹੋਇਆ। ਦੇਖੋ ਫਿਊਚਰ ਦਾ ਆਪਦੇ ਆਪ ਚ ਕੋਈ ਪ੍ਰਾਈਸ ਨਹੀਂ ਗਾ, ਆਪਸ਼ਨਸ ਦਾ ਆਪਦੇ ਆਪ ਚ ਕੋਈ ਪ੍ਰਾਈਸ ਨਹੀਂ ਗਾ, ਉਹ ਪ੍ਰਾਈਸ ਡੈਰੀਵ ਹੁੰਦੇ ਆ, ਡਿਰਾਈਵ ਹੁੰਦੇ ਆ। ਕਿੱਥੋਂ ਡਿਰਾਈਵ ਹੁੰਦੇ ਆ ਆਪਾਂ ਉਹ ਕਰਾਂਗੇ। ਪਹਿਲਾਂ ਡੈਰੀਵੇਟਿਵ ਸਮਝੋ ਕੀ ਚੀਜ਼ ਹੈ। ਦੇਖੋ ਡੈਰੀਵੇਟਿਵ ਕੀ ਹੈ, ਉਹ ਚੀਜ਼ ਜਿਨ੍ਹਾਂ ਦੀ ਆਪਦੀ ਕੋਈ ਵੈਲਿਊ ਨਹੀਂ, ਜਿਨ੍ਹਾਂ ਦੀ ਵੈਲਿਊ ਕਿਸੇ ਹੋਰ ਚੀਜ਼ ਤੋਂ ਲਈ ਜਾਂਦੀ ਹੈ। ਕਿੱਦਾਂ, ਹੁਣ ਮੰਨ ਲਓ ਤੁਹਾਨੂੰ ਕਿਸੇ ਮੋਟਰਸਾਈਕਲ ਦੀ ਚਾਬੀ ਲੱਭ ਜਾਂਦੀ ਹੈ, ਤਾਂ ਦੱਸੋ ਚਾਬੀ ਦੀ ਕੋਈ ਕੀਮਤ ਹੈ ਕਿ ਨਹੀਂ ਹੈ। ਤੁਸੀਂ ਸੜਕ ਤੇ ਜਾ ਰਹੇ ਸੀ, ਤੁਹਾਨੂੰ ਕਿਸੇ ਮੋਟਰਸਾਈਕਲ ਦੀ ਚਾਬੀ ਲੱਭ ਗਈ, ਦੱਸੋ ਵੀ ਇਹਦੀ ਕੋਈ ਕੀਮਤ ਹੈ ਕਿ ਨਹੀਂ ਹੈ। ਨਹੀਂ ਸਰ, ਚਾਬੀ ਦੀ ਕੋਈ ਕੀਮਤ ਨਹੀਂ। ਚਾਬੀ ਦੀ ਕੀ ਕੀਮਤ ਹੈ ਸਰ, ਕੁਝ ਨਹੀਂ, ਨਾ ਤੁਸੀਂ ਚਾਬੀ ਨੂੰ ਵੇਚ ਪਾਓਗੇ, ਨਾ ਕਿਸੇ ਨੇ ਖਰੀਦਣੀ ਹੋਊਗੀ, ਕਿਉਂਕਿ ਉਹਦਾ ਕੋਈ ਫਾਇਦਾ ਹੀ ਨਹੀਂਗਾ, ਤਾਂ ਉਹਦੀ ਕੋਈ ਕੀਮਤ ਨਹੀਂ। ਪਰ ਜੇ ਤੁਹਾਨੂੰ ਚਾਬੀ ਵਾਲਾ ਬਾਈਕ ਵੀ ਨਾਲ ਮਿਲ ਜੇ, ਫਿਰ ਉਸੇ ਚਾਬੀ ਦੀ ਕੀਮਤ ਹੈ ਕਿ ਨਹੀਂ ਹੈ। ਲੌਟਰੀ ਲੱਗ ਗਈ ਫਿਰ ਤਾਂ ਵੈਲਿਊ ਪੈਣੀ ਹੈ ਜੀ ਉਹਦੀ। ਹਾਂ, ਜਦੋਂ ਆਪਾਂ ਗੱਲ ਕਰਦੇ ਕਿ ਜੇ ਕੱਲੀ ਚਾਬੀ ਮਿਲ ਜੇ, ਉਹ ਕੀ ਹੈ, ਉਹ ਕੁਝ ਵੀ ਨਹੀਂ ਹੈ ਸਰ, ਉਹ ਕਿਸੇ ਨੇ ਨਹੀਂ ਲੈਣੀ ਜੀ ਚਾਬੀ, ਤੁਹਾਡੇ ਤੋਂ ਕੱਲੀ ਕਿਸੇ ਨੇ ਖਰੀਦ ਕੇ ਕੀ ਕਰਨੀ ਹੈ। ਪਰ ਨਾਰਮਲ ਦੀ ਗੱਲ ਹੁੰਦੀ ਹੈ, ਜਦੋਂ ਆਪਾਂ ਟ੍ਰੇਡ ਕਰਦੇ ਹਾਂ, ਜਾਂ ਹਨਾ ਆਪਾਂ ਜਦ ਬਾਈਕ ਦਾ ਹੀ ਟ੍ਰੇਡ ਕਰਨਾ, ਆਪਾਂ ਨੂੰ ਚਾਬੀ ਦੇ ਨਾਲ ਨਾਲ ਬਾਈਕ ਮਿਲ ਗਿਆ, ਤਾਂ ਹੁਣ ਉਸੇ ਚਾਬੀ ਦੀ ਵੈਲਿਊ ਪੈ ਗਈ ਕਿ ਨਹੀਂ ਪੈ ਗਈ। ਯਾਰ ਬੋਲਿਆ ਕਰੋ। ਬਿਲਕੁਲ ਸਰ, ਹਾਂਜੀ ਸਰ, ਜੈਸ ਸਰ, ਜੈਸ, ਹਾਂਜੀ ਹਾਂਜੀ ਸਰ। ਤਾਂ ਆਪਾਂ ਕਿਹਾ ਹੁਣ ਚਾਬੀ ਦੀ ਅਸਲ 'ਚ ਕੋਈ ਵੈਲਿਊ ਸੀ ਨਹੀਂ ਜੀ, ਪਰ ਚਾਬੀ ਨੇ ਆਪਦੀ ਜਿਹੜੀ ਮੁੱਲ ਪਵਾਇਆ, ਉਹਦੀ ਵੈਲਿਊ ਪਵਾਈ, ਉਹ ਕਿੱਥੋਂ ਪਵਾਈ, ਬਾਈਕ ਤੋਂ, ਠੀਕ ਹੈ। ਹਾਂਜੀ ਸਰ। ਚਾਬੀ ਕੀ ਹੋਗੀ, ਆਪਾਂ ਕਿਹਾ ਜੀ ਚਾਬੀ ਕੀ ਹੋਗੀ, ਇੱਕ ਡੈਰੀਵੇਟਿਵ ਹੋਗੀ, ਕਿ ਉਹਦੀ ਜਿਹੜੀ ਵੈਲਿਊ ਹੈ ਆਪਾਂ ਡਰਾਈਵ ਕੀਤੀ ਹੈ ਕਿਹਦੇ ਤੋਂ, ਬਾਈਕ ਤੋਂ। ਹੁਣ ਉਸੇ ਤਰ੍ਹਾਂ ਥੋੜਾ ਜਿਹਾ ਉੱਪਰ ਆਪਾਂ ਇੱਕ ਨਵੀਂ ਐਗਜ਼ਾਮਪਲ ਕਰਦੇ ਹਾਂ, ਆਪਾਂ ਬਿਆਨੇ ਲਿਖਾਉਂਦੇ ਜ਼ਮੀਨ ਦੇ, ਹਨਾ। ਕੋਈ ਮੰਨ ਲਓ ਆਪਾਂ ਬਿਆਨਾ ਲਿਖਾਇਆ ਜ਼ਮੀਨ ਦਾ, ਆਪਾਂ ਬਿਆਨੇ 'ਚ ਇੱਕ ਰਕਮ ਲਿਖਾ ਲੈਂਦੇ ਆ ਵੀ ਇਹ ਬਿਆਨਾ ਅਸੀਂ 3 ਲੱਖ ਦਾ, 4 ਲੱਖ ਦਾ, 5 ਲੱਖ ਦਾ ਬਿਆਨਾ ਕਰਨ ਲੱਗੇ। ਬੇਸਿਕਲੀ ਜਿਹੜੇ ਉਹ ਆਪਾਂ ਬਿਆਨੇ ਦੀ ਉਹ 'ਚ ਰਕਮ ਲਿਖਾਈ ਹੈ ਵੀ ਅਸੀਂ ਜੀ ਇਹਨੂੰ 5 ਲੱਖ ਰੁਪਇਆ ਦੇ ਕੇ ਬਿਆਨਾ ਲੈ ਲਿਆ। ਬਿਆਨੇ ਦੀ ਕੋਈ ਵੈਲਿਊ ਹੈ, ਉਸ ਕਾਗਜ਼ ਦੀ ਕੋਈ ਵੈਲਿਊ ਹੈ ਨਹੀਂ ਹੈ। ਪਰ ਜਦੋਂ ਉਸ ਕਾਗਜ਼ ਦੇ ਉੱਤੇ ਆਪਾਂ ਜ਼ਮੀਨ ਦੀ ਰੇਟ ਲਿਖਿਆ ਵੀ 40 ਲੱਖ ਵਾਲਾ ਕਿੱਲਾ ਸੀਗਾ ਜੀ, ਅਸੀਂ 5 ਲੱਖ ਰੁਪਇਆ ਦੇ ਕੇ ਤੋਂ ਬਿਆਨਾ ਲਿਖਾ ਲਿਆ, ਹੁਣ ਉਸੇ ਬਿਆਨੇ ਦੀ ਕੀਮਤ ਪੈ ਗਈ। ਹਾਂਜੀ ਸਰ, ਹਾਂਜੀ। ਆਪਾਂ ਬੰਦੇ ਨੂੰ 5 ਲੱਖ ਰੁਪਇਆ ਦੇ ਕੇ ਉਹ ਤੋਂ ਬਿਆਨਾ ਲੈ ਲਿਆ, ਬਿਆਨੇ ਦੀ ਆਪਸ ਵਿੱਚ ਕੋਈ ਵੈਲਿਊ ਨਹੀਂ ਸੀ, ਪਰ ਉਹਨੇ ਵੈਲਿਊ ਕਿੱਥੋਂ ਡਰਾਈਵ ਕੀਤੀ, ਜ਼ਮੀਨ ਤੋਂ। ਇੱਕ ਕੰਟਰੈਕਟ ਬਣਾਇਆ ਆਪਾਂ, ਉਹਨੇ ਆਪਣੀ ਜ਼ਮੀਨ ਤੋਂ ਵੈਲਿਊ ਡਰਾਈਵ ਕਰ ਲਈ ਕਿ ਬਿਆਨਾ ਕਾਹਦੇ ਲਈ ਹੈ, 40 ਲੱਖ ਰੁਪਏ ਕੋਸਟ ਵਾਲੀ ਜ਼ਮੀਨ ਦਾ ਬਿਆਨਾ ਹੈ, ਤਾਂ ਆਪਾਂ ਕਿਹਾ ਜੀ ਇਸ ਬਿਆਨੇ ਦੀ ਵੈਲਿਊ 5 ਲੱਖ ਹੈ, ਤੁਸੀਂ ਸਾਡੇ ਤੋਂ ਬਿਆਨਾ ਲਿਖਾ ਲਓ। ਕਲੀਅਰ। ਹੁਣ ਜਦੋਂ ਆਪਾਂ ਡੈਰੀਵੇਟਿਵਸ ਦੀ ਗੱਲ ਕਰਦੇ ਆ, ਤਾਂ ਅਸਲ ਦੇ ਵਿੱਚ ਆਪਣੇ ਕੋਲ ਨਾ ਮਾਰਕੀਟ 'ਚ 4 ਤਰ੍ਹਾਂ ਦੇ ਡੈਰੀਵੇਟਿਵਸ ਹੁੰਦੇ ਆ, ਫਾਰਵਰਡਸ, ਫਿਊਚਰਸ, ਆਪਸ਼ਨਸ ਤੇ ਸਵੈਪਸ। ਜਿਨ੍ਹਾਂ ਚੋਂ ਆਪਾਂ ਕਦੇ ਵੀ ਫਾਰਵਰਡਸ ਤੇ ਸਵੈਪਸ ਦੇ ਵਿੱਚ ਟ੍ਰੇਡਿੰਗ ਨਹੀਂ ਕਰਦੇ, ਠੀਕ ਹੈ। ਇਹ ਬਹੁਤ ਦੂਰ ਦੀਆਂ ਗੱਲਾਂ ਨੇ, ਬੜਾ ਹੁਣ ਅੱਜ ਕੱਲ੍ਹ ਇਹ ਚੱਲਦੇ ਵੀ ਨਹੀਂਗੇ। ਇਹ ਪੁਰਾਣੀਆਂ ਮਾਰਕੀਟਸ ਦੇ ਵਿੱਚ ਫਾਰਵਰਡ ਚੱਲਦੇ ਹੁੰਦੇ ਸੀ ਜਾਂ ਸਵੈਪਸ ਚੱਲਦੇ ਹੁੰਦੇ ਸੀ। ਅੱਜ ਕੱਲ੍ਹ ਜਿਹੜੀਆਂ ਨਿਊ ਟੈਕਨੀਕਸ ਆ ਜਾਂ ਨਵੀਆਂ ਮਾਡਰਨ ਐਕਸਚੇਂਜਸ ਹੈਗੀਆਂ ਨੇ, ਉਹਨਾਂ 'ਚ ਆਪਾਂ ਫਿਊਚਰਸ ਲੈ ਕੇ ਚੱਲਦੇ ਹਾਂ ਤੇ ਆਪਸ਼ਨਸ ਨੂੰ ਲੈ ਕੇ ਚੱਲਦੇ ਹਾਂ। ਕਲੀਅਰ। ਹਾਂਜੀ ਸਰ। ਹੁਣ ਸਰ
ਅੱਜ ਹੁਣ ਆਪਾਂ ਪਹਿਲਾਂ ਗੱਲ ਕਰਦੇ ਹਾਂ ਕਿ ਜੀ ਸਾਨੂੰ ਕੀ ਖਰੀਦਣਾ ਚਾਹੀਦਾ। ਜੇ ਆਪਾਂ ਪੈਸੇ ਹੀ ਬਣਾਉਣੇ, ਦੇਖੋ ਆਪਾਂ ਸਾਰੇ ਸ਼ੇਅਰ ਮਾਰਕੀਟ ਵਾਲੇ ਬੰਦੇ ਆ, ਆਪਾਂ ਨੂੰ ਸ਼ੇਅਰ ਮਾਰਕੀਟ ਆਉਂਦੀ ਹੈ, ਟ੍ਰੇਡਿੰਗ ਵੀ ਆਪਾਂ ਨੂੰ ਚਲਾਉਣਾ ਆਉਂਦਾ, ਆਪਾਂ ਪ੍ਰੋਫਿਟ ਕੱਢ ਵੀ ਰਹੇ ਹਾਂ। ਹੁਣ ਆਪਾਂ ਸਟਾਕ ਖਰੀਦੀਏ ਕਿ ਫਿਊਚਰ ਖਰੀਦੀਏ ਜਾਂ ਆਪਸ਼ਨਸ ਖਰੀਦੀਏ, ਆਪਾਂ ਉਹਨੂੰ ਥੋੜਾ ਜਿਹਾ ਐਨਾਲਿਸਿਸ ਕਰਦੇ ਹਾਂ ਕਿ ਸਾਨੂੰ ਕੀ ਖਰੀਦਣ ਦੀ ਜ਼ਰੂਰਤ ਹੈ। ਸਾਡੇ ਕੋਲੇ ਪੈਸਾ ਹੈ, ਅਸੀਂ ਸਟਾਕ ਵੀ ਖਰੀਦ ਸਕਦੇ ਸੀ। ਸਾਡੇ ਕੋਲੇ ਪੈਸਾ ਹੈ, ਅਸੀਂ ਉਸੇ ਸਟਾਕ ਦਾ ਫਿਊਚਰ ਵੀ ਖਰੀਦ ਸਕਦੇ ਸੀ, ਜਿਹਨੂੰ ਆਪਾਂ ਡੈਰੀਵੇਟਿਵ ਕਹਿੰਦੇ ਹਾਂ। ਹੁਣ ਫਿਊਚਰ ਜਿਹੜਾ ਡੈਰੀਵੇਟਿਵ, ਉਹਦੀ ਕੀਮਤ ਕਿੱਥੋਂ ਆਈ? ਸਟਾਕ ਤੋਂ। ਫਿਊਚਰ ਦੀ ਆਪਣੀ ਕੋਈ ਕੀਮਤ ਨਹੀਂ, ਆਪਾਂ ਉਸੇ ਸਟਾਕ ਦਾ ਫਿਊਚਰ ਖਰੀਦਿਆ, ਤਾਂ ਬੇਸਿਕਲੀ ਉਹਦੀ ਵੈਲਿਊ ਡਰਾਈਵ ਹੋਈ ਹੈ ਕਿੱਥੋਂ? ਸਟਾਕ ਤੋਂ। ਫਿਰ ਆਪਾਂ ਉਸੇ ਹੀ ਸਟਾਕ ਦਾ ਆਪਸ਼ਨ ਖਰੀਦ ਲਿਆ, ਉਹਦੀ ਵੀ ਵੈਲਿਊ ਕਿੱਥੋਂ ਡਰਾਈਵ ਹੋਈ ਹੈ? ਸਟਾਕ ਤੋਂ। ਇਸੇ ਕਰਕੇ ਆਪਾਂ ਇਹਨਾਂ ਦੋਵਾਂ ਨੂੰ ਡੈਰੀਵੇਟਿਵਸ ਕਹਿੰਦੇ ਹਾਂ। देखो ਹੁਣ सर एक एग्जांपल समझो बेसिकली। सर हाँ जी सर रिपीट कर दूंगा सर, बफरिंग हो रही है बहुत ना मैनू। कोई गल नहीं सर, कोई गल नहीं, जे नहीं समझ आऊगा आप कर लेंगे। मेन चीज है अपनी शुरू इत्थों हो रही है अपनी। ओके ਹੁਣ ਆ ਚੀਜ਼ ਸਭ ਨੇ ਧਿਆਨ ਨਾਲ ਸਮਝਣੀ ਹੈ ਕਿ ਸਾਨੂੰ ਕੀ ਲੈਣਾ, ਆਪਾਂ ਕੀ ਕਰਨਾ, ਕੀ ਨਹੀਂ ਕਰਨਾ। ਦੇਖੋ ਮੰਨ ਲਓ ਕੋਈ ਸਟਾਕ ਪ੍ਰਾइस है 100 रुपए ਦਾ, ਇੰਨੀ ਗੱਲ ਸਮਝ ਆਈ? कोई भी स्टॉक प्राइस है, कोई भी एबीसी, वो 100 रुपए की वैल्यू है। थोड़े को 1000 रुपया तुसी इन्वेस्ट करना, ठीक है? तुसी 100 रुपए की वैल्यू है स्टॉक प्राइस की, तुसी 1000 रुपया ਉਹਦੇ ਚ ਇਨਵੈਸਟ ਕਰਨਾ ਹੈ। ਤੁਸੀਂ ਕੀ ਕਰੋਗੇ? ਪਹਿਲਾ ਕੰਮ ਹੈ ਸਰ ਆਪਾਂ ਸ਼ੇਅਰਸ ਲੈ ਲਾਂਗੇ ਜੀ। ਅਸੀਂ 1000 ਰੁਪਏ ਇਨਵੈਸਟ ਕਰਨਾ ਹੈ, 100 ਰੁਪਏ ਦੀ ਵੈਲਿਊ ਹੈ, ਆਪਣੇ ਕੋਲ ਕਿੰਨੇ ਸਟਾਕ ਆ ਜਾਣਗੇ? 10 ਹੋਣਗੇ। ਬਿਲਕੁਲ ਸਰ, ਆਪਾਂ 100 ਰੁਪਏ ਦੇ 10 ਸ਼ੇਅਰ ਖਰੀਦਾਂਗੇ ਜੀ, ਆਰਾਮ ਨਾਲ ਬੈਠ ਜਾਗੇ ਵੀ ਜਦੋਂ ਪ੍ਰਾਈਸ ਵਧੂਗਾ ਉਹ ਵੇਚ ਦਾਂਗੇ। ਕਾਮਨ ਜੀ ਗੱਲ ਹੈ। ਹੁਣ ਜੇ ਆਪਾਂ ਫਿਊਚਰ ਖਰੀਦਣਾ, ਪਹਿਲੀ ਗੱਲ ਤਾਂ ਫਿਊਚਰ ਕਦੇ ਵੀ ਸਰ ਆਪਾਂ ਆਪਣੀ ਮਰਜ਼ੀ ਨਾਲ ਨਹੀਂ ਖਰੀਦ ਸਕਦੇ ਕਿ ਅਸੀਂ 10 ਸ਼ੇਅਰ ਖਰੀਦਨੇ ਆ, 12 ਖਰੀਦਨੇ ਆ ਜਾਂ 13 ਖਰੀਦਨੇ ਆ। ਫਿਊਚਰ ਹਮੇਸ਼ਾ ਲੋਟ ਸਾਈਜ਼ ਹੁੰਦਾ ਹੈ। ਕਲੀਅਰ? ਲੋਟ ਸਾਈਜ਼ ਦਾ ਮਤਲਬ ਹੈ ਕਿ ਤੁਹਾਨੂੰ ਘੱਟੋ ਘੱਟ ਉਹਨੇ ਖਰੀਦਣੇ ਹੀ ਪੈਣੇ ਆ, ਤੇ ਇਹ ਲੋਟ ਸਾਈਜ਼ ਹਰ ਇੱਕ ਸ਼ੇਅਰ ਦਾ ਅਲੱਗ-ਅਲੱਗ ਹੁੰਦਾ ਹੈ। कोई शेयर, किसी शेयर च 150 भी, जिवें TCS है ਉਹਦਾ 150 शेयर ਦਾ ਲੋਟ ਸਾਈਜ਼ ਹੈ, ਜਾਂ ਆਪਾਂ ICICI ਦੀ ਗੱਲ ਕਰਦੇ ਹਾਂ, ਉਹਦਾ 1300 ਜਿਹੜਾ ਸਟਾਕ ਉਹਦਾ ਲੋਟ ਸਾਈਜ਼ ਹੈ। ਕਿਸੇ ਦਾ 700 ਹੋ ਸਕਦਾ, ਕਿਸੇ ਦਾ 1200 ਹੋ ਸਕਦਾ, ਕਈ ਵਾਰੀ 3-3 4-4 ਹਜ਼ਾਰ ਸ਼ੇਅਰ ਵੀ ਹੁੰਦੇ ਆ ਇੱਕ ਲੋਟ ਦੇ ਵਿੱਚ, ਕਿ ਮਿਨੀਮਮ ਜੀ ਤੁਹਾਨੂੰ 3000 ਸ਼ੇਅਰ ਸਾਡਾ ਖਰੀਦਣਾ ਹੀ ਪੈਣਾ ਜੇ ਤੁਸੀਂ ਫਿਊਚਰ ਖਰੀਦ ਰਹੇ ਹੋ। ਤਾਂ ਸੇਮ ਆਪਸ਼ਨ ਦੇ ਵਿੱਚ ਵੀ ਹੁੰਦਾ ਜੀ। ਆਪਸ਼ਨਸ ਦੇ ਵਿੱਚ ਕੀ ਹੁੰਦਾ ਕਿ ਉਦਾਂ ਹੀ ਲੋਟ ਸਾਈਜ਼ ਹੁੰਦਾ ਕਿ ਤੁਸੀਂ ਮਿਨੀਮਮ ਉਹੀ 50 ਸ਼ੇਅਰ ਖਰੀਦੋ ਜਾਂ ਤੁਸੀਂ ਮਿਨੀਮਮ 100 ਸ਼ੇਅਰ ਖਰੀਦੋ ਸਾਡੇ ਸਟਾਕ ਦਾ, ਤਾਂ ਹੀ ਤੁਸੀਂ ਆਪਸ਼ਨ ਕਰ ਸਕਦੇ ਹੋ। ਪਰ ਹੁਣ ਆਪਾਂ ਇੱਕ ਚੀਜ਼ ਦੇਖੀ ਕਿ ਸਟਾਕ ਦੇ ਵਿੱਚ ਤੁਹਾਨੂੰ ਕੋਈ ਵੀ ਮਾਰਜਨ ਨਹੀਂ ਮਿਲਦਾ। ਜੇ 100 ਰੁਪਏ ਦਾ ਸਟਾਕ ਹੈ, ਤੁਹਾਨੂੰ 100 ਰੁਪਏ ਦਾ ਹੀ ਮਿਲਣਾ, ਕੋਈ ਚ ਹੋਰ ਕੱਟ ਕਟੌਤੀ ਕੁਝ ਨਹੀਂ ਗੀ। ਤੁਹਾਡੇ ਕੋਲ 1000 ਰੁਪਏ ਸੀ, ਤੁਸੀਂ ਸਿੱਧੇ 10 ਸਟਾਕ ਲੈ ਲਏ। ਪਰ ਜਦੋਂ ਆਪਾਂ ਫਿਊਚਰ ਦੀ ਗੱਲ ਕਰਦੇ ਹਾਂ ਨਾ ਜੀ, ਫਿਊਚਰ ਆਪਾਂ ਕੀ ਕੀਤਾ ਕਿ ਇੱਕ ਲੋਟ ਸਾਈਜ਼ ਲਿਆ 50 ਸ਼ੇਅਰ ਉਹਦੇ ਵਿੱਚ, ਪਰ ਉਹਦੇ ਵਿੱਚ ਆਪਾਂ 50 ਸ਼ੇਅਰ ਦਾ ਟੋਟਲ ਵੈਲਿਊ ਨਹੀਂ ਦੇਣੀ ਹੁੰਦੀ, ਆਪਾਂ ਨੂੰ ਮਾਰਜਨ ਮਿਲ ਜਾਂਦਾ। ਠੀਕ ਹੈ? 50 ਸ਼ੇਅਰ ਲੈਣ ਦੇ ਲਈ ਬੇਸਿਕਲੀ ਆਪਾਂ ਨੂੰ 5 ਗੁਣਾ ਮਾਰਜਨ ਮਿਲ ਜਾਂਦਾ। ਇਹਦਾ ਮਤਲਬ ਕੀ ਹੈ ਕਿ ਜਦੋਂ ਆਪਾਂ ਮਾਰਜਨ ਲੈ ਕੇ ਕਰਦੇ ਹਾਂ ਕੰਮ, ਵੈਸੇ ਤਾਂ ਮੇਰੇ ਕੋਲ 1000 ਰੁਪਇਆ ਸੀ, ਉਹਦੇ 10 ਸ਼ੇਅਰ ਹੀ ਆ ਸਕਦੇ ਸੀ, ਪਰ ਮੈਂ ਤਾਂ ਫਿਊਚਰ ਖਰੀਦ ਲਿਆ, ਮੈਨੂੰ ਪਤਾ ਕਿ ਮੈਨੂੰ 5 ਗੁਣਾ ਦਾ ਮਾਰਜਨ ਮਿਲ ਜਾਣਾ। 5 ਗੁਣਾ ਦਾ ਮਾਰਜਨ ਦਾ ਮਤਲਬ ਕੀ ਹੈ ਕਿ ਮੇਰੇ ਕੋਲ 1000 ਰੁਪਇਆ ਹੈਗਾ, ਮੈਂ 5000 ਦੀ ਚੀਜ਼ ਚੱਕ ਸਕਦਾ। ਜਿਵੇਂ ਤੁਸੀਂ ਇੰਟਰਾਡੇ ਚ ਕਰਦੇ ਹੋ, ਇੰਟਰਾਡੇ ਚ ਵੀ ਇਹੀ ਚੀਜ਼ ਹੁੰਦੀ ਹੈ। ਹਾਂਜੀ ਸਰ। ਹੈ ਨਾ? ਤਾਂ ਆਪਾਂ ਕੀ ਕੀਤਾ ਕਿ ਆਪਾਂ 1000 ਰੁਪਏ ਦੀ ਆਪਣੀ ਕੈਪੀਟਲ ਦੇ ਨਾਲ 5000 ਰੁਪਏ ਦੀ ਚੀਜ਼ ਖਰੀਦ ਲਈ। ਪੈਸਾ ਆਪਾਂ 1000 ਹੀ ਦਿੱਤਾ ਹੈ, ਪਰ ਆਪਾਂ 5000 ਰੁਪਏ ਦੀ ਚੀਜ਼ ਖਰੀਦ ਲਈ। ਆਪਸ਼ਨਸ ਦੇ ਵਿੱਚ ਕੀ ਹੁੰਦਾ? ਆਪਸ਼ਨ ਚ ਆਪਾਂ ਨੂੰ ਕਦੇ ਵੀ ਮਾਰਜਨ ਨਹੀਂ ਮਿਲਦਾ, ਉਹਨੂੰ ਆਪਾਂ ਪ੍ਰੀਮੀਅਮ ਕਹਿੰਦੇ ਆ। ਉਹ ਪ੍ਰੀਮੀਅਮ ਕਿੱਦਾਂ ਚੱਲਦਾ? ਉਹ ਕਹਿਣਗੇ ਜੀ ਕਿ ਤੁਹਾਨੂੰ ਚੱਕਣਾ ਤਾਂ 200 ਸ਼ੇਅਰ ਹੀ ਪੈਣਾ, ਪਰ 5 ਰੁਪਏ ਪਰ ਸ਼ੇਅਰ ਪ੍ਰੀਮੀਅਮ ਦੇ ਦਿਓ ਸਾਨੂੰ। ਠੀਕ ਹੈ? ਹੁਣ ਜਦੋਂ ਆਪਾਂ ਗੱਲ ਕੀਤੀ ਕਿ 5 ਰੁਪਏ ਪਰ ਸ਼ੇਅਰ ਸਾਨੂੰ ਪ੍ਰੀਮੀਅਮ ਦੇ ਦਿਓ, ਰੁਪਈਆ ਉੱਥੇ ਵੀ ਆਪਣਾ 1000 ਹੀ ਲੱਗਣਾ, ਪਰ ਸ਼ੇਅਰ ਕਿੰਨੇ ਆ ਗਏ ਆਪਣੇ ਕੋਲੇ? 200। ਜੇ ਆਪਾਂ ਸਟਾਕ ਦੀ ਗੱਲ ਕੀਤੀ, ਆਪਾਂ ਨੂੰ ਕੋਈ ਮਾਰਜਨ ਨਹੀਂ ਮਿਲਿਆ, ਕੁਝ ਨਹੀਂ ਮਿਲਿਆ, 1000 ਰੁਪਏ ਦੇ ਸਿੱਧੇ 10 ਸਟਾਕ ਚੱਕ ਲਏ, ਗੱਲ ਖਤਮ। ਫਿਊਚਰ ਦੇ ਵਿੱਚ ਆਪਾਂ ਕੀ ਦੇਖਿਆ ਕਿ ਸਾਨੂੰ ਜੀ 5 ਗੁਣਾ ਮਾਰਜਨ ਮਿਲ ਜਾਣਾ, ਅਸੀਂ 1000 ਰੁਪਇਆ ਲਾ ਕੇ ਕਿਤੇ ਸਾਡੇ 10 ਸ਼ੇਅਰ ਆਉਣੇ ਸੀ, ਕਿਤੇ ਅਸੀਂ ਜੇ 5 ਗੁਣਾ ਸ਼ੇਅਰ ਲੈ ਲਏ, ਯਾਨੀ ਕਿ 50 ਸ਼ੇਅਰ ਲੈ ਲਏ ਆਪਾਂ। ਤੇ ਆਪਸ਼ਨ ਦੇ ਵਿੱਚ ਆਪਾਂ ਗੱਲ ਕੀਤੀ ਕਿ ਸਾਨੂੰ ਪਰ ਸ਼ੇਅਰ 5 ਰੁਪਏ ਦਾ ਪੈ ਰਿਹਾ, ਤਾਂ ਆਪਾਂ 1000 ਰੁਪਏ ਦੇ ਹਿਸਾਬ ਨਾਲ ਦੇਖਿਆ ਕਿ ਅਸੀਂ 200 ਸ਼ੇਅਰ ਲੈ ਸਕਦੇ। ਇੱਥੋਂ ਤੱਕ ਤਾਂ ਕਿਸੇ ਨੂੰ ਕੋਈ ਕਨਫਿਊਜ਼ਨ ਨਹੀਂ ਜੀ? ਹਾਂਜੀ ਸਰ, ਵਧੀਆ। ਠੀਕ ਹੈ ਸਰ। ਓਕੇ, ਹੁਣ ਆਪਾਂ ਦੇਖਦੇ ਹਾਂ ਸਰ ਕਿ ਜਿਹੜਾ ਆਪਣਾ ਸਟਾਕ ਹੈ ਜੀ ਉਹ 150 ਰੁਪਏ ਦਾ ਹੋ ਗਿਆ।
ਆਪਾਂ 100 ਰੁਪਏ ਦੇ ਖਰੀਦਿਆ ਸੀ, ਆਪਣਾ ਜਿਹੜਾ ਸਟਾਕ ਹੈ 100 ਰੁਪਏ ਦੇ ਖਰੀਦਿਆ ਸੀ, 150 ਰੁਪਏ ਦਾ ਹੋ ਗਿਆ। ਜਦੋਂ ਆਪਾਂ ਸ਼ੇਅਰ ਦੀ ਗੱਲ ਕਰਦੇ ਆ, ਸਟਾਕ ਦੀ ਗੱਲ ਕਰਦੇ ਤਾਂ ਆਪਣੇ ਕੋਲ 10 ਸ਼ੇਅਰ ਸੀ, 50 ਰੁਪਏ ਵੱਧ ਗਿਆ, ਟੋਟਲ ਪ੍ਰੋਫਿਟ ਕਿੰਨਾ ਹੋਇਆ 500 ਰੁਪਏ। ਪਰ ਜਦੋਂ ਆਪਾਂ ਫਿਊਚਰ ਦੀ ਗੱਲ ਕੀਤੀ, ਆਪਾਂ ਫਿਊਚਰ ਦੇ ਵਿੱਚ 50 ਸ਼ੇਅਰ ਚੱਕੇ ਹੋਏ ਸੀ, ਸਟਾਕ ਤਾਂ ਹੁਣ ਵੀ 50 ਰੁਪਏ ਹੀ ਵਧਿਆ, ਪਰ ਕਿਉਂਕਿ ਆਪਣੇ ਕੋਲ ਸ਼ੇਅਰ 500 ਸੀ, ਸੌਰੀ 50 ਸੀ ਤਾਂ 50 ਗੁਣਾ 50 2500 ਰੁਪਏ ਆਪਾਂ ਨੂੰ ਪ੍ਰੋਫਿਟ ਹੋ ਗਿਆ। ਸਟਾਕ 100 ਵਾਲਾ ਹੀ ਸੀ, 150 ਹੋਇਆ। ਜੇ ਆਪਣੇ ਕੋਲੇ ਸਟਾਕ ਲਿਆ ਹੁੰਦਾ ਤਾਂ ਸਿਰਫ 500 ਰੁਪਏ ਦਾ ਪ੍ਰੋਫਿਟ ਸੀ। ਉਸੇ ਦਾ ਆਪਾਂ ਫਿਊਚਰ ਲੈ ਕੇ ਚੱਲੇ ਹੁੰਦੇ ਤਾਂ ਆਪਾਂ ਨੂੰ 2500 ਰੁਪਏ ਦਾ ਪ੍ਰੋਫਿਟ ਸੀ, ਤੇ ਉਸੇ ਦਾ ਆਪਾਂ ਆਪਸ਼ਨ ਲੈ ਕੇ ਚੱਲੇ ਹੁੰਦੇ, ਠੀਕ ਹੈ। ਆਪਣੇ ਕੋਲੇ 200 ਸ਼ੇਅਰ ਸੀਗੇ, ਪਰ ਆਪਾਂ ਮੈਨੂੰ 50 ਗੁਣਾ 200 ਨਹੀਂ ਕੀਤਾ। ਕਿਉਂ ਨਹੀਂ ਕੀਤਾ ਇਹ ਮੈਂ ਤੁਹਾਨੂੰ ਦੱਸੂਗਾ। ਆਪਾਂ 45 ਰੁਪਏ ਲਾਵਾਂਗੇ, ਕਿਉਂਕਿ ਆਪਾਂ 5 ਰੁਪਏ ਪਹਿਲਾਂ ਪ੍ਰੀਮੀਅਮ ਦੇ ਪੇ ਵੀ ਕੀਤੇ ਆ, ਤੇ ਜੇ ਅਸਲ 'ਚ ਆਪਾਂ ਨੂੰ 50 ਰੁਪਏ ਪ੍ਰੋਫਿਟ ਹੋ ਗਿਆ ਤਾਂ ਉਹ 'ਚੋਂ ਆਪਣਾ ਪ੍ਰੀਮੀਅਮ ਮਾਈਨਸ ਕਰ ਲਈਦਾ ਹੁੰਦਾ। ਮੋਟਾ ਹਿਸਾਬ ਹੈ ਕਿ ਆਪਾਂ ਨੂੰ 45 ਰੁਪਏ ਪ੍ਰੋਫਿਟ ਹੋਇਆ ਇਹਦੇ ਵਿੱਚ। 50 ਕਿਉਂ ਨਹੀਂ ਹੋਇਆ? ਕਿਉਂਕਿ 5 ਰੁਪਏ ਅਸੀਂ ਪਹਿਲਾਂ ਹੀ ਦਿੱਤੇ ਸੀ। ਤਾਂ 45 ਗੁਣਾ 200 ਆਪਾਂ ਨੂੰ 9000 ਰੁਪਏ ਦਾ ਫਾਇਦਾ ਹੋਇਆ। ਇੰਨੀ ਗੱਲ ਸਮਝ ਆਈ ਹੈ ਜੀ? ਹਾਂਜੀ ਸਰ। ਕਾਮਨ ਜੀ ਗੱਲ ਹੈ। ਰੁਪਈਆ ਆਪਾਂ 1000 ਹੀ ਲਾਇਆ ਸੀ, 1000 ਰੁਪਏ ਨਾਲ ਸਟਾਕ ਚੋਂ ਆਪਾਂ 500 ਰੁਪਇਆ ਕੱਢਿਆ, ਉਸੇ 1000 ਰੁਪਏ ਨਾਲ ਆਪਾਂ ਫਿਊਚਰ ਚੋਂ 2500 ਰੁਪਇਆ ਕੱਢਿਆ, ਤੇ ਉਸੇ 1000 ਰੁਪਇਆ ਲਾ ਕੇ ਆਪਾਂ ਆਪਸ਼ਨ ਦੇ ਵਿੱਚੋਂ 9000 ਰੁਪਇਆ ਕੱਢਿਆ। ਠੀਕ ਹੈ ਸਰ, ਹੁਣ ਗੱਲ ਸਮਝ ਆਈ ਵੀ ਸਾਰੀ ਲੋਕੀ ਆਪਸ਼ਨ ਵੱਲ ਕਾਹਤੋਂ ਭੱਜਦੇ ਆ? ਹਾਂਜੀ ਸਰ। ਇੰਡੀਆ ਦੇ ਵਿੱਚ ਜੇ ਆਪਾਂ ਗੱਲ ਕਰੀਏ ਨਾ, ਇੰਡੀਆ ਵਰਲਡ ਵਾਈਡ ਨੰਬਰ 1 ਹੈ ਆਪਸ਼ਨ ਟ੍ਰੇਡਿੰਗ ਦੇ ਵਿੱਚ। ਜਿਹੜੀ ਐਨਐਸਸੀ ਹੈ ਵਰਲਡ ਦੇ ਵਿੱਚ ਸਭ ਤੋਂ ਵੱਧ ਜਿਹੜੀ ਆਪਸ਼ਨ ਟ੍ਰੇਡਿੰਗ ਹੁੰਦੀ ਹੈ ਉਹ ਇੰਡੀਆ ਦੇ ਵਿੱਚ ਹੁੰਦੀ ਹੈ, ਐਨਐਸਸੀ ਦੇ ਵਿੱਚ, ਤੇ ਲਗਾਤਾਰ ਪਿਛਲੇ 4 ਸਾਲਾਂ ਤੋਂ ਹੋ ਰਹੀ ਹੈ ਇਹ ਐਨਐਸਸੀ। ਪਿਛਲੇ 4 ਸਾਲਾਂ ਤੋਂ ਲਗਾਤਾਰ ਵਰਲਡ ਦੀ ਨੰਬਰ 1 ਐਕਸਚੇਂਜ ਹੈ ਡੈਰੀਵੇਟਿਵ ਟ੍ਰੇਡਿੰਗ ਦੇ ਵਿੱਚ। ਕਲੀਅਰ? ਹੁਣ ਇੱਕ ਚੀਜ਼ ਹੋਰ ਦੇਖੋ, ਆਪਾਂ ਪ੍ਰੋਫਿਟ ਤਾਂ ਦੇਖ ਲਿਆ, ਨਾਲ ਨਾਲ ਆਪਾਂ ਲਾਸ ਵੀ ਤਾਂ ਦੇਖਣਾ। ਪ੍ਰੋਫਿਟ ਤਾਂ ਸਭ ਨੂੰ ਨਜ਼ਰ ਆਉਂਦਾ ਹੈ। ਹੁਣ ਮੰਨ ਲਓ ਬਾਈ ਚਾਂਸ ਜੇ ਆਪਣਾ ਸਟਾਕ ਘਟ ਕੇ 50 ਰੁਪਏ ਦਾ ਰਹਿ ਜਾਂਦਾ, ਫਿਰ ਆਪਣੇ ਨਾਲ ਕੀ ਹੋਣਾ ਸੀ? ਪ੍ਰੋਫਿਟ ਆਪਾਂ ਦੇਖ ਲਿਆ ਕਿ ਪ੍ਰੋਫਿਟ ਸਭ ਤੋਂ ਵੱਧ ਆਪਸ਼ਨਸ ਦੇ ਵਿੱਚ ਹੈ, ਠੀਕ ਹੈ ਜੀ। ਹੁਣ ਆਪਾਂ ਦੇਖਿਆ ਸਰ ਆਪਾਂ 10 ਸਟਾਕ ਲਏ ਹੋਏ ਸੀ ਜੀ, 100 ਰੁਪਏ ਦੇ ਹਿਸਾਬ ਨਾਲ ਲਏ ਸੀ, 50 ਰੁਪਏ ਘਟ ਗਿਆ। ਹੁਣ ਜੇ 50 ਰੁਪਏ ਘਟ ਗਿਆ ਤਾਂ ਬੇਸਿਕਲੀ ਆਪਾਂ ਨੂੰ 500 ਰੁਪਏ ਦਾ ਲਾਸ ਹੋ ਗਿਆ, ਜਾਨੀ ਕਿ ਆਪਣੀ ਹਾਫ ਆਫ ਦਾ ਜਿਹੜੀ ਮਨੀ ਹੈ ਉਹ ਚਲੀ ਗਈ। ਬਟ ਇੱਕ ਚੀਜ਼ ਦੇਖੋ, ਆਪਣਾ ਲੋ ਰਿਸਕ, ਆਪਾਂ ਨੂੰ ਲੋ ਰਿਸਕ ਕਹਿੰਦੇ ਆ ਵੀ ਸਟਾਕ ਜੇ ਆਪਣਾ ਜਿੰਨਾ ਕੁ ਘਟਦਾ ਵੀ ਹੈ, ਕਿਉਂਕਿ ਆਪਣੇ ਕੋਲ 10 ਸਟਾਕ ਸੀ, ਜੇ ਪ੍ਰੋਫਿਟ ਘੱਟ ਹੋਇਆ ਤਾਂ ਲਾਸ ਵੀ ਆਪਣਾ ਘੱਟ ਹੋਏਗਾ, ਕਿਉਂਕਿ 10 ਹੀ ਸਟਾਕ ਸੀ, ਵਧੇ ਤਾਂ ਵੀ 10 ਦੇ ਪ੍ਰੋਫਿਟ ਮਿਲਣਾ ਸੀ, ਘਟ ਗਏ ਤਾਂ ਵੀ 10 ਦੀ ਲਾਸ ਹੋਣਾ ਸੀ। ਪਰ ਜਦੋਂ ਆਪਾਂ ਫਿਊਚਰ ਦੀ ਗੱਲ ਕੀਤੀ, ਹੁਣ ਸਰ ਹੋਇਆ ਕਿ ਆਪਾਂ 1000 ਰੁਪਇਆ ਦੇ ਕੇ 50 ਸਟਾਕ ਚੱਕ ਲਿਆ, ਜਦੋਂ ਪ੍ਰੋਫਿਟ ਹੋਇਆ ਤਾਂ 2500 ਰੁਪਇਆ ਹੋਇਆ। ਜੇ ਹੁਣ ਆਪਾਂ ਕਹਿੰਦੇ ਜੀ 50 ਰੁਪਏ ਘਟ ਗਿਆ 100 ਚੋਂ, ਤਾਂ 2500 ਰੁਪਏ ਦਾ ਨੁਕਸਾਨ ਹੋ ਗਿਆ। ਪਰ ਹੁਣ ਅਸਲ 'ਚ ਇੱਕ ਚੀਜ਼ ਦੇਖੋ, ਤੁਸੀਂ ਲਾਇਆ ਸੀ 1000 ਰੁਪਇਆ ਤੇ ਨੁਕਸਾਨ ਕਿੰਨਾ ਹੋ ਗਿਆ? 2500। ਸਟਾਕ ਦੇ ਵਿੱਚ ਆਪਾਂ 1000 ਰੁਪਇਆ ਲਾਇਆ ਸੀ, 500 ਆਪਣਾ ਲਾਸ ਹੋ ਗਿਆ, 500 ਫਿਰ ਵੀ ਆਪਣੇ ਕੋਲੇ ਹੈਗਾ ਨੈਕਸਟ ਟ੍ਰੇਡ ਦੇ ਲਈ। ਪਰ ਇੱਥੇ ਕੀ ਹੋਇਆ ਕਿ ਆਪਾਂ ਲਾਇਆ ਤਾਂ 1000 ਰੁਪਇਆ ਹੀ ਸੀ, ਪਰ ਜਦੋਂ ਸ਼ੇਅਰ ਦਾ ਪ੍ਰਾਈਸ ਘਟਿਆ, ਉਹ ਆਪਾਂ 50 into 50 ਕੀਤਾ ਤਾਂ 2500 ਰੁਪਇਆ ਲਾਸ ਹੋ ਗਿਆ ਆਪਾਂ ਨੂੰ। ਬੇਸਿਕਲੀ 2.5 ਗੁਣਾ ਆਫ ਦਾ ਮਨੀ, 1000 ਰੁਪਇਆ ਲਾ ਕੇ 2500 ਲਾਸ ਹੋਇਆ ਆਪਾਂ ਨੂੰ। ਇਹਨੂੰ ਆਪਾਂ ਕਹਿੰਦੇ ਹਾਂ ਹਾਈ ਰਿਸਕ, ਕਿ ਅਸੀਂ ਇੰਨਾ ਤਾਂ ਅਸੀਂ ਪੈਸਾ ਨਹੀਂ ਲਾਇਆ ਸੀ ਜਿੰਨਾ ਸਾਨੂੰ ਨੁਕਸਾਨ ਹੋ ਗਿਆ। ਹੁਣ ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਆਪਾਂ ਇਹਨੂੰ ਪ੍ਰੋਪਰ ਡਿਟੇਲ ਚ ਕਰਾਂਗੇ ਅੱਗੇ। ਸ਼ਾਇਦ ਤੁਸੀਂ ਕਿਸੇ ਨੇ ਸੁਣਿਆ ਹੋਵੇ ਜਾਂ ਦੇਖਿਆ ਹੋਵੇ ਕਿ ਬੜੀ ਵਾਇਰਲ ਹੋਈ ਸੀ ਕਿ ਕਿਸੇ ਬੰਦੇ ਨੇ ਨਾ ਹਿੰਦਾਲਕੋ ਦਾ ਆਪਸ਼ਨ ਚੱਕਿਆ ਸੀ। ਹਿੰਦਾਲਕੋ ਦਾ ਤੁਹਾਨੂੰ ਸਭ ਨੂੰ ਪਤਾ ਹੈ, ਠੀਕ ਹੈ। ਉਹਨੇ ਹਿੰਦਾਲਕੋ ਦੇ ਵਿੱਚ ਆਪਸ਼ਨ ਟ੍ਰੇਡਿੰਗ ਕੀਤੀ ਸਰ, ਕੋਈ 50000 ਜਾਂ 56000 ਰੁਪਇਆ ਉਹਦਾ ਲੱਗਿਆ ਆਪਸ਼ਨ ਟ੍ਰੇਡਿੰਗ ਕਰਨ ਦੇ ਵਿੱਚ। ਬਾਈ ਚਾਂਸ ਕੀ ਹੋ ਗਿਆ ਕਿ ਜਿਹੜਾ ਟ੍ਰੇਡ ਸੀ ਸਭ ਕੁਝ ਸਹੀ ਜਾ ਰਿਹਾ ਸੀ, ਐਂਡ ਤੇ ਜਾ ਕੇ ਉਹਦਾ ਥੋੜਾ ਜਿਹਾ ਇੱਕ ਆਪਸ਼ਨ ਉਲਟ ਪੈ ਗਿਆ। ਬੰਦੇ ਨੇ 56000 ਰੁਪਇਆ ਲਾ ਕੇ ਆਪਸ਼ਨ ਟ੍ਰੇਡਿੰਗ ਕੀਤੀ ਸੀ, ਤੇ ਉਹਨੂੰ ਦੇਣਾ ਪਤਾ ਕਿੰਨਾ ਪੈ ਗਿਆ? 13.5 ਲੱਖ ਰੁਪਇਆ। ਜੇ ਉਹਨੇ 56000 ਰੁਪਇਆ ਲਗਾ ਕੇ ਸਟਾਕ ਚੱਕੇ ਹੁੰਦੇ, ਸਟਾਕ ਜ਼ੀਰੋ ਤਾਂ ਹੁੰਦਾ ਨਹੀਂ ਕਦੇ, ਆਪਾਂ ਨੂੰ ਪਤਾ 56000 ਚੋਂ 6000 ਘਟ ਜਾਂਦਾ, 10000 ਘਟ ਜਾਂਦਾ, 25000 ਘਟ ਜਾਂਦਾ। ਜੇ ਮੰਨ ਲਓ ਆਪਾਂ ਕਹਿੰਦੇ ਜੀ ਪੂਰਾ 56000 ਵੀ ਘਟ ਗਿਆ, ਕੋਈ ਗੱਲ ਨਹੀਂ, ਪਰ ਆਪਸ਼ਨਸ ਦੇ ਵਿੱਚ ਦੇਖੋ ਕੀ ਹੋਇਆ ਉਹਦੇ ਨਾਲ ਕਿ 56000 ਰੁਪਇਆ ਲਾ ਕੇ ਉਹਨੇ ਆਪਸ਼ਨ 'ਚ ਟ੍ਰੇਡ ਕੀਤੀ ਤੇ ਐਂਡ ਤੇ ਉਹਨੂੰ 13 ਲੱਖ ਰੁਪਇਆ ਦੇਣਾ ਪੈ ਗਿਆ। ਕਿੰਨੇ ਗੁਣਾ ਲਾਸ ਹੋ ਗਿਆ। ਇਹ ਚੀਜ਼ਾਂ ਵੀ ਪਈਆਂ ਨੇ ਆਪਣੇ ਕੋਲੇ। ਸੋ ਆਪਾਂ ਹਰ ਇੱਕ ਚੀਜ਼ ਨੂੰ ਪ੍ਰੋਪਰ ਕੈਲਕੂਲੇਟ ਕਰਕੇ ਚੱਲਣਾ। ਅਸਲ ਦੇ ਵਿੱਚ
ਆਪਸ਼ਨ ਤੇ ਫਿਊਚਰ ਟ੍ਰੇਡਿੰਗ ਕੈਲਕੂਲੇਸ਼ਨ ਦੀ ਟ੍ਰੇਡਿੰਗ ਹੈ। ਜਿੰਨੀ ਵਧੀਆ ਤੁਹਾਡੀ ਕੈਲਕੂਲੇਸ਼ਨ ਹੋਏਗੀ, ਜਿੰਨੀ ਫਾਸਟ ਤੁਹਾਡੀ ਕੈਲਕੂਲੇਸ਼ਨ ਹੋਏਗੀ, ਉਹਨਾਂ ਵੱਧ ਵਧੀਆ ਪ੍ਰੋਫਿਟ ਹੋਏਗਾ। ਜੇ ਤੁਸੀਂ ਕੈਲਕੂਲੇਸ਼ਨਸ ਨਾਲ ਨਹੀਂ ਚੱਲੋਗੇ ਤਾਂ ਤੁਸੀਂ ਪ੍ਰੋਫਿਟ ਦੀ ਬਜਾਏ ਲਾਸ ਕਰਕੇ ਚੱਲੋਗੇ। ਕਲੀਅਰ? ਪਰ ਹੁਣ ਆਪਾਂ ਫਿਊਚਰ ਸਰ ਮੇਰਾ ਕੁਐਸਚਨ ਹੈ ਇੱਥੇ ਸਰ ਮੇਰਾ ਹਾਂਜੀ ਸਰ ਕੈਲਕੂਲੇਸ਼ਨ ਆਪਾਂ ਮਤਲਬ ਜਿੱਦਾਂ ਪ੍ਰਾਈਸ ਐਕਸ਼ਨ ਚਾਰਟ ਪੈਟਰਨ ਸਰ ਆਪਾਂ ਉਹਨੂੰ ਵੀ ਕਹਿ ਸਕਦੇ ਹਾਂ ਇੱਕ ਵਧੀਆ ਢੰਗ ਨਾਲ। ਨਹੀਂ ਸਰ ਦੇਖੋ, ਜਿਹੜਾ ਆਪਾਂ ਪ੍ਰਾਈਸ ਐਕਸ਼ਨ ਬੇਸਿਸ ਤੇ ਚਾਰਟ ਦੇਖਦੇ ਹਾਂ ਨਾ, ਉਹ ਤਾਂ ਆਪਾਂ ਐਂਟਰੀ ਤੇ ਐਗਜ਼ਿਟ ਲਈ ਦੇਖਦੇ ਹਾਂ ਬੇਸਿਕਲੀ। ਜੀ ਸਰ। ਠੀਕ ਹੈ, ਜਦੋਂ ਵੀ ਆਪਾਂ ਮੰਨ ਲਓ ਆਪਸ਼ਨਸ ਦੇ ਵਿੱਚ ਐਂਟਰੀ ਲੈਣੀ ਹੈ ਜਾਂ ਆਪਾਂ ਫਿਊਚਰ ਦੇ ਵਿੱਚ ਐਂਟਰੀ ਲੈਣੀ, ਉਹ ਉੱਥੋਂ ਆਪਾਂ ਸਿਰਫ ਇੰਨਾ ਦੇਖਾਂਗੇ ਕਿ ਅਸੀਂ ਐਂਟਰੀ ਕਿਹੜੇ ਲੈਵਲ ਤੋਂ ਲੈਣੀ ਹੈ। ਠੀਕ ਹੈ, ਬਾਕੀ ਆਪਾਂ ਕਿਹੜਾ ਆਪਸ਼ਨ ਦੇਖੋ, ਹੁਣ ਸਟਾਕ ਦੇ ਵਿੱਚ ਤੁਹਾਡੇ ਕੋਲ ਕੋਈ ਵੇਰੀਏਸ਼ਨ ਨਹੀਂ। ਜੇ ਤੁਸੀਂ TCS ਦਾ ਸਟਾਕ ਚੱਕਣਾ ਤਾਂ ਤੁਸੀਂ ਕਾਮਨ ਜੀ ਗੱਲ ਹੈ TCS ਦਾ ਸਟਾਕ ਚੱਕਣਾ ਹੈ। ਪਰ ਜਦੋਂ ਆਪਾਂ ਫਿਊਚਰ ਦੀ ਗੱਲ ਕਰਾਂਗੇ ਨਾ TCS ਦੀ, ਤਾਂ ਆਪਣੇ ਕੋਲ 3 ਤਰ੍ਹਾਂ ਦੇ ਫਿਊਚਰ ਹੋਣਗੇ। ਠੀਕ ਹੈ, ਜੇ ਆਪਾਂ ਆਪਸ਼ਨਸ ਦੀ ਗੱਲ ਕਰਾਂਗੇ ਤਾਂ TCS ਦੇ ਵਿੱਚ ਘੱਟੋ ਘੱਟ ਆਪਣੇ ਕੋਲੇ 500-600 ਆਪਸ਼ਨ ਆ ਜਾਂਦਾ ਕਿ ਕਿਹੜਾ ਆਪਸ਼ਨ ਚੱਕਣਾ ਜੀ ਤੁਸੀਂ। TCS ਦਾ ਹੀ ਚੱਕਣਾ, ਪਰ ਕਿਹੜਾ ਚੱਕਣਾ ਸਟਾਕ। ਕਿਸੇ ਬੰਦੇ ਨੇ ਕਹਿੰਦੀ ਮੈਂ TCS ਦਾ ਸਟਾਕ ਚੱਕਣਾ, ਕੀ ਕੋਈ ਬੰਦਾ ਕੋਈ ਕੁਐਸਚਨ ਪੁੱਟ ਕਰ ਸਕਦਾ ਵੀ ਕਿਹੜਾ ਚੱਕਣਾ? ਪਤਾ ਹੀ ਹੈ TCS ਹੈ, ਇਕੱਲਾ ਇੱਕੋ ਹੀ ਹੈ। ਫਿਊਚਰ ਦੇ ਵਿੱਚ ਆਪਣੇ ਕੋਲੇ 3 ਆਪਸ਼ਨਸ ਹੈ ਤੇ ਆਪਸ਼ਨਸ ਦੇ ਵਿੱਚ ਜਾ ਕੇ ਆਪਣੇ ਕੋਲੇ ਆਪਸ਼ਨ ਬਹੁਤ ਸਾਰੇ ਵੱਧ ਜਾਂਦੇ ਆ। ਸਰ ਉਹ ਤਾਂ ਸਰ ਆਪਸ਼ਨ ਚੇਨ ਦੇ ਵਿੱਚ ਐਨਾਲਾਈਜ਼ ਕਰਕੇ ਸਰ ਉੱਥੇ ਜਿਹੜਾ ਪ੍ਰਾਈਸ ਚੱਲਦਾ ਉਹ ਉੱਥੋਂ ਕਿਉਂ ਚੱਕ ਲੈਂਦੇ? ਬਿਲਕੁਲ ਸਰ ਦੇਖੋ, ਪਰ ਉਹ ਨਾ ਆਪਾਂ ਕਹੇ ਜੀ ਆਪਸ਼ਨ ਚੇਂਜ ਆਪਾਂ ਐਨਾਲਾਈਜ਼ ਕਰ ਲੈਂਦੇ ਆ, ਪਰ ਆਪਸ਼ਨ ਚੇਂਜ ਤੁਸੀਂ ਕਿਹੜਾ ਚੱਕਣਾ ਪ੍ਰੈਫਰ ਕਰੋਗੇ? ਆਪਾਂ ਦੇਖਿਆ ਕਿ ਆਪਸ਼ਨ ਚੇਂਜ ਬਹੁਤ ਸਾਰੇ ਪ੍ਰਾਈਸ ਪਏ ਆ। ਠੀਕ ਹੈ, ਆਪਾਂ ਐਨਾਲਾਈਜ਼ ਕਿਸ ਚੀਜ਼ ਨੂੰ ਕਰਨਾ? ਆਪਾਂ ਇਹੀ ਪੜਾਂਗੇ ਨਾ ਕਿ ਇੱਕ ਤਾਂ ਆਪਾਂ ਇਹ ਦੇਖ ਲੈਂਦੇ ਵੀ ਜਿਹੜੇ ਸਸਤਾ ਮਿਲਦਾ ਹੈ ਲੈ ਲਓ। ਕਈ ਲੋਕਾਂ ਨੂੰ ਹੁੰਦਾ ਕਿ ਇਨ ਦਾ ਮਨੀ ਲੈ ਲਓ। ਇਨ ਦਾ ਮਨੀ ਕੀ ਚੀਜ਼ ਹੈ ਚਲੋ ਬਾਕੀ ਨੂੰ ਨਹੀਂ ਪਤਾ, ਪਰ ਆਪਾਂ ਕਰਾਂਗੇ ਵੀ ਇਨ ਦਾ ਮਨੀ ਲੈਣਾ ਸਹੀ ਹੈ ਕਿ ਐਟ ਦਾ ਮਨੀ ਸਹੀ ਹੈ ਕਿ ਆਊਟ ਆਫ ਦਾ ਮਨੀ ਸਹੀ ਹੈ, ਤੇ ਕਿਹੜੇ ਮੌਕੇ ਕਿਹੜਾ ਪ੍ਰੀਮੀਅਮ ਆਪਾਂ ਨੂੰ ਵਧੀਆ ਮਿਲਦਾ ਹੈ। ਆਪਾਂ ਉਹੀ ਗੱਲਾਂ ਕਰਨੀਆਂ ਨੇ ਨਾ ਸਰ। ਬਾਈ ਸੈਲ ਵੀ ਉਹ ਚਲੋ ਸਰ ਅੱਗੇ ਕਰਾਂਗੇ ਆਪਾਂ। ਸੈਲਿੰਗ ਦਾ ਪ੍ਰਾਈਸ ਕਿਉਂ ਇੰਨਾ ਜ਼ਿਆਦਾ ਸਰ? ਬਿਲਕੁਲ ਕਰਾਂਗੇ ਸਰ ਆਪਾਂ ਜੀ। ਹਾਂਜੀ। ਠੀਕ ਹੈ, ਓਕੇ। ਤਾਂ ਆਪਾਂ ਕੀ ਦੇਖਿਆ ਸਰ, ਫਿਊਚਰ ਦੇ ਵਿੱਚ ਕੀ ਕੀਤਾ, ਬੰਦੇ ਨੂੰ 50 ਰੁਪਏ ਦਾ ਪਰ ਸ਼ੇਅਰ ਲਾਸ ਹੋ ਗਿਆ, ਤੇ ਕਿਉਂਕਿ 50 ਸ਼ੇਅਰ ਸੀ 2500 ਲਾਸ ਹੋ ਗਿਆ। ਉਹਨੇ ਰੁਪਈਆ ਲਾਇਆ ਸੀ 1000, ਪਰ ਉਹਨੂੰ ਲਾਸ ਹੋ ਗਿਆ 2500। ਪਰ ਜਦੋਂ ਆਪਾਂ ਗੱਲ ਕਰਦੇ ਹਾਂ ਆਪਸ਼ਨਸ ਦੀ, ਹੁਣ ਉਸ ਹਿਸਾਬ ਨਾਲ ਦੇਖਿਆ ਜਾਵੇ ਉਹਦੇ ਕੋਲੇ 200 ਸ਼ੇਅਰ ਸੀ, ਹੁਣ ਤਾਂ 10000 ਦਾ ਲਾਸ ਹੋਣਾ ਚਾਹੀਦਾ ਸੀ, ਪਰ ਇਦਾਂ ਨਹੀਂ ਹੁੰਦਾ। ਜਦੋਂ ਆਪਾਂ ਆਪਸ਼ਨਸ ਦੀ ਗੱਲ ਕਰਦੇ ਹਾਂ ਤੇ ਜਿਹੜਾ ਆਪਾਂ ਪਹਿਲਾਂ ਪ੍ਰੀਮੀਅਮ ਪੇ ਕੀਤਾ ਸੀ ਉਹਨੂੰ, ਜਿਹੜਾ 1000 ਰੁਪਇਆ, ਬਸ ਉਹੀ ਵੱਧ ਤੋਂ ਵੱਧ ਆਪਣਾ ਲਾਸ ਹੋਏਗਾ, ਇਸ ਤੋਂ ਵੱਧ ਲਾਸ ਨਹੀਂ ਹੋਏਗਾ। ਇਸੇ ਕਰਕੇ ਆਪਾਂ ਆਪਸ਼ਨਸ ਨੂੰ ਮੋਡਰੇਟ ਰਿਸਕ ਮੰਨ ਕੇ ਚੱਲਦੇ ਹਾਂ ਕਿ ਜੋ ਤੁਹਾਡਾ ਵੱਧ ਤੋਂ ਵੱਧ ਵੀ ਲਾਸ ਹੋਏਗਾ ਨਾ, ਜਿੰਨਾ ਤੁਸੀਂ ਪ੍ਰੀਮੀਅਮ ਪੇ ਕੀਤਾ ਹੋਏਗਾ ਸਿਰਫ ਉਹਨਾਂ ਲਾਸ ਹੋਏਗਾ, ਇਸ ਤੋਂ ਵੱਧ ਤੁਹਾਡਾ ਲਾਸ ਨਹੀਂ ਹੋ ਸਕਦਾ। ਪਰ ਫਿਊਚਰ ਦੇ ਵਿੱਚ ਸਰ ਮੇਰਾ ਕੁਐਸਚਨ ਹੈ ਇੱਕ, ਹਾਂਜੀ ਸਰ, ਜਿਹੜਾ ਤੁਸੀਂ ਐਗਜ਼ਾਮਪਲ ਦਿੱਤਾ ਹਿੰਦਾਲਕੋ ਵਾਲੇ ਦਾ ਆਪਸ਼ਨਸ ਦੇ ਉਹਨੇ ਕੀਤਾ 56000 ਪੇ ਕੀਤਾ, ਜੇ ਉਹਦਾ ਪ੍ਰੀਮੀਅਮ ਹੀ ਇਕੱਲਾ 56000 ਸੀ, ਜੇ ਉਹ ਵੀ ਲੋਸ ਹੁੰਦਾ ਸੀ ਤੇ ਫਿਰ ਉਹਦਾ 13 ਲੱਖ ਦਾ ਕਿਵੇਂ ਪੇ ਕਰਨਾ? ਬਿਲਕੁਲ ਸਰ, ਉਹ ਵੀ ਆਪਾਂ ਕਰਾਂਗੇ। ਉਹ ਆਪਾਂ ਮੈਂ ਤੁਹਾਨੂੰ ਨਾ ਜਦੋਂ ਆਪਾਂ ਐਂਡ ਤੇ ਐਕਸਰਸਾਈਜ਼ ਇੱਕ ਹੁੰਦਾ ਵਰਡ ਦੇ ਵਿੱਚ ਕਿ ਆਪਾਂ ਇਹਨੂੰ ਐਕਸਰਸਾਈਜ਼ ਕਰਦੇ ਹਾਂ ਆਪਸ਼ਨਸ ਨੂੰ, ਉਹਦੀ ਐਕਸਰਸਾਈਜ਼ਿੰਗ ਦੇ ਵਿੱਚ ਉਹ ਤੋਂ ਇੱਕ ਗਲਤੀ ਹੋ ਗਈ ਜਿਹਦੀ ਵਜ੍ਹਾ ਕਰਕੇ ਉਹਨੂੰ 13 ਲੱਖ ਰੁਪਏ ਪੇ ਕਰਨਾ ਪੈ ਗਿਆ। ਓਕੇ ਸਰ, ਓਕੇ। ਠੀਕ ਹੈ, ਵੀ ਆਪਾਂ ਉਹ ਚੀਜ਼ ਵੀ ਪੜਾਂਗੇ ਨਾ ਕਿ ਆਪਾਂ ਵੈਸੇ ਤਾਂ ਕਹਿੰਦੇ ਨੇ ਜੀ ਕਿ ਲਿਮਿਟਡ ਰਿਸਕ ਇਹਦੇ ਵਿੱਚ, ਜਿੰਨਾ ਵੀ ਤੁਹਾਡਾ ਪ੍ਰੀਮੀਅਮ ਹੈ ਸਿਰਫ ਪ੍ਰੀਮੀਅਮ ਮਾਈਨਸ ਹੋਏਗਾ, ਪਰ ਉਸ ਬੰਦੇ ਦਾ ਦੇਖੋ 13 ਲੱਖ ਰੁਪਏ ਦਾ ਲਾਸ ਹੋਇਆ ਸੀ। ਠੀਕ ਹੈ, ਸੋ ਇੰਨੀ ਗੱਲ ਸਮਝ ਆਈ ਸਰ, ਮੋਟੀ ਗੱਲ ਸਮਝ ਆਈ ਜੀ ਕਿ ਸਟਾਕ ਦੇ ਵਿੱਚ ਕੀ ਹੈ ਜੀ, ਲਿਮਿਟਡ ਪ੍ਰੋਫਿਟ ਹੈ ਤੇ ਰਿਸਕ ਵੀ ਲਿਮਿਟਡ ਹੈ। ਫਿਊਚਰ ਦੇ ਵਿੱਚ ਕੀ ਹੁੰਦਾ ਕਿ ਪ੍ਰੋਫਿਟ ਵੀ ਬਹੁਤ ਜ਼ਿਆਦਾ ਹੋ ਸਕਦਾ ਹੈ ਤੇ ਲਾਸ ਵੀ ਉਨਾ ਹੀ ਹੋ ਸਕਦਾ ਹੈ। ਤੇ ਆਪਸ਼ਨਸ ਦੇ ਵਿੱਚ ਪ੍ਰੋਫਿਟ ਆਪਾਂ ਮੰਨ ਕੇ ਚੱਲਦੇ ਹਾਂ ਕਿ ਪ੍ਰੋਫਿਟ ਅਨਲਿਮਿਟਡ ਹੁੰਦਾ ਤੇ ਜਿਹੜਾ ਲਾਸ ਹੁੰਦਾ ਉਹ ਲਿਮਿਟਡ ਜਿਹਾ ਹੁੰਦਾ। ਕਲੀਅਰ ਹੈ ਵੀ ਇੰਨਾ ਤਾਂ? ਹਾਂਜੀ ਸਰ। ਹਾਂਜੀ ਸਰ। ਕਿਸੇ ਦਾ ਕੋਈ ਡਾਊਟ ਕਿਸੇ ਦਾ? ਹਾਂਜੀ ਸਰ, ਇੱਕ ਗੱਲ ਸਮਝਾਓ ਸਰ, ਜੇ ਪੋਰਟਫੋਲੀਓ 'ਚ ਬੰਦੇ ਕੋਲ ਲੱਖ ਰੁਪਈਆ, ਚਲੋ ਉਹਨੇ 56000 ਦੀ ਫਿਊਚਰ ਰੱਖ ਲਈ, ਚੱਕ ਲਈ ਚਲੋ ਜਾਂ ਕਿੱਦਾਂ ਵੀ, ਫਿਰ ਉਹਨੂੰ 13 ਲੱਖ ਕਿੱਦਾਂ ਦੇਣਾ ਪਊਗਾ ਜੀ? ਸਰ ਮੈਂ ਇਹ ਕਹਿੰਦਾ ਆਪਾਂ ਕਰਾਂਗੇ ਜੀ, ਇਹ ਗੱਲ ਕਰਾਂਗੇ ਆਪਾਂ। ਓਕੇ ਹਜੇ ਤਾਂ ਆਪਾਂ ਦੇਖੋ, ਹਜੇ ਤਾਂ ਆਪਾਂ ਸਿਰਫ ਬਾਏ ਕਰਨ ਲੱਗੇ ਆ। ਪਹਿਲਾਂ ਆਪਾਂ ਬਾਏ ਕਰਾਂਗੇ, ਫਿਰ ਆਪਾਂ ਪ੍ਰੋਫਿਟ ਕੱਢਾਂਗੇ, ਫਿਰ ਆਪਾਂ ਇਹਨੂੰ ਸੈਲ ਕਰਾਂਗੇ। ਬੇਸਿਕਲੀ ਆਪਾਂ 3 ਸਿਨੈਰੀਓ ਤੇ ਚੱਲਦੇ ਆ ਨਾ। ਕੋਈ ਵੀ ਸਟਾਕ ਹੈ, ਆਪਾਂ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਸਟਾਕ ਦਾ ਕੀ ਕਰਦੇ ਆ? ਬਾਏ। ਸੋ ਪਹਿਲਾਂ ਆਪਾਂ ਬਾਏ ਕਰਨਾ ਸਿੱਖਾਂਗੇ, ਇਸ ਤੋਂ ਬਾਅਦ ਫਿਰ ਆਪਾਂ ਕੀ ਦੇਖਦੇ ਆ? ਪ੍ਰੋਫਿਟ। ਠੀਕ ਹੈ, ਫਿਰ ਆਪਾਂ ਉਹਦਾ ਪ੍ਰੋਫਿਟ ਦੇਖਾਂਗੇ ਕਿ ਪ੍ਰੋਫਿਟ ਕਿਵੇਂ ਹੁੰਦਾ ਆਪਾਂ ਨੂੰ ਇਹਦੇ ਵਿੱਚ, ਤੇ ਲਾਸਟ ਤੇ ਜਾ ਕੇ ਆਪਾਂ ਦੇਖਾਂਗੇ ਕਿ ਸੈਲ ਕਿਵੇਂ ਕਰਨਾ। ਉਹਨੂੰ ਸੈਲਿੰਗ 'ਚ ਜਾ ਕੇ ਲਾਸ ਹੋਇਆ ਸੀ, ਉਹਨੇ ਬਾਏ ਤਾਂ ਕਰ ਲਿਆ, ਪ੍ਰੋਫਿਟ ਜਾਂ ਲਾਸ ਵੀ ਦੇਖ ਲਿਆ, ਪਰ ਸੈਲਿੰਗ 'ਚ ਜਾ ਕੇ ਉਹਨੂੰ 13 ਲੱਖ ਰੁਪਏ ਦੇਣਾ ਪਿਆ। ਕਿੱਦਾਂ? ਮੈਂ ਕਰਵਾਉਂਗਾ, ਬੇਫਿਕਰ ਹੋ, ਉਹੀ ਕਰਵਾਉਂਗਾ ਤੁਹਾਨੂੰ।
ਉਹ ਸਭ ਤੋਂ ਇੰਪੋਰਟੈਂਟ ਪਾਰਟ ਹੈ ਆਪਣਾ। ਓਕੇ ਜੀ, ਇੱਥੋਂ ਤੱਕ ਤਾਂ ਸਰ ਕਿਸੇ ਦਾ ਕੋਈ ਡਾਊਟ ਨਹੀਂ ਜੀ? ਨਹੀਂ ਸਰ। ਠੀਕ ਹੈ ਨਹੀਂ ਸਰ, ਠੀਕ ਹੈ ਜੀ। ਹੁਣ ਦੇਖੋ ਸਰ, ਆਪਾਂ ਆਪਸ਼ਨਸ ਨੂੰ ਭੁੱਲ ਜਾਓ, ਆਪਾਂ ਸਿਰਫ ਫਿਊਚਰ ਦੀ ਗੱਲ ਕਰਦੇ ਹਾਂ। ਆਪਾਂ ਕਹਿੰਦੇ ਜੀ ਫਿਊਚਰ ਕੀ ਚੀਜ਼ ਹੈ, ਠੀਕ ਹੈ। ਫਿਊਚਰ ਨਾ ਇੱਕ ਕੰਟਰੈਕਟ ਹੁੰਦਾ ਕਾਹਦੇ, ਇੱਕ ਬਾਇਰ ਤੇ ਇੱਕ ਸੈਲਰ ਦੇ ਵਿੱਚ, ਠੀਕ ਹੈ। ਬਾਇਰ ਤੇ ਸੈਲਰ ਇੱਕ ਕੰਟਰੈਕਟ ਕਰ ਲੈਂਦੇ ਆ ਟੂ ਸੈਲ ਅ ਪਾਰਟਿਕੂਲਰ ਸਟਾਕ ਜਾਂ ਇੰਡੈਕਸ ਜਾਂ ਕੁਝ ਵੀ, ਚਾਹੇ ਕ੍ਰੌਪ ਜਾਂ ਕਮੋਡਿਟੀ ਹੋਵੇ, ਕਿ ਵੀ ਅਸੀਂ ਇੱਕ ਪ੍ਰੀ ਡਿਟਰਮਾਈਨਡ ਪ੍ਰਾਈਸ ਦੇ ਉੱਪਰ ਇੱਕ ਸਪੈਸੀਫਿਕ ਟਾਈਮ ਦੇ ਲਈ ਆਪਾਂ ਇੱਕ ਕੰਟਰੈਕਟ ਬਣਾ ਲਿਆ। ਕਿੱਦਾਂ, ਹੁਣ ਥੋੜਾ ਜਿਹਾ ਸਮਝੋ। ਮੰਨ ਲਓ ਕੋਈ ਕਿਸਾਨ ਹੈ, ਠੀਕ ਹੈ। ਕਿਸਾਨ ਨੇ ਕੋਈ ਫਸਲ ਬੀਜ ਤਾਂ ਦਿੱਤੀ, ਪਰ ਉਹਨੂੰ ਨਾ ਡਰ ਲੱਗਦਾ ਵੀ ਅੱਜ ਤਾਂ ਇਸ ਫਸਲ ਦਾ ਰੇਟ, ਜਿਵੇਂ ਮੰਨ ਲਓ ਆਲੂ ਹੀ ਹੁੰਦੇ ਆ, ਆਪਾਂ ਕਾਮਨ ਜੀ ਐਗਜ਼ਾਮਪਲ ਲੈਂਦੇ ਆ। ਆਲੂ ਕਦੇ ਤਾਂ ਮੰਡੀਆਂ 'ਚ 10 ਜਾਂ 20 ਰੁਪਏ ਕਿਲੋ ਵਿਕਦਾ, ਕਦੇ ਕਦੇ ਉਹ 50 ਪੈਸੇ ਕਿਲੋ ਵੀ ਵਿਕਣ ਲੱਗ ਪੈਂਦਾ। ਆਪਾਂ ਸਭ ਨੇ ਦੇਖਿਆ, ਕਈ ਵਾਰੀ ਆਪਾਂ ਦੇਖਦੇ ਹਾਂ ਵੀ ਆਲੂ ਦੀ ਲੇਬਰ ਮਹਿੰਗੀ ਪੈ ਜਾਂਦੀ ਹੈ, ਮੰਡੀ 'ਚ ਜਾ ਕੇ ਆਪਾਂ ਨੂੰ ਉਹਨਾਂ ਰੇਟ ਨਹੀਂ ਮਿਲਦਾ। ਫਿਰ ਆਪਾਂ ਕਹਿੰਦੇ ਵੀ ਲੋਕੀ ਕੀ ਕਰਦੇ ਆ ਜੀ, ਸੜਕਾਂ ਤੇ ਆਲੂ ਸਿੱਟ ਜਾਂਦੇ ਆ ਵੀ ਮੰਡੀ 'ਚ ਲੈ ਕੇ ਜਾਵਾਂਗੇ, ਤੇਲ ਖਰਚਾਂਗੇ, ਪੈਟਰੋਲ ਖਰਚਾਂਗੇ, ਟਰੈਕਟਰ ਟਰਾਲੀ ਪਾਵਾਂਗੇ, ਇਹਦੇ ਨਾਲੋਂ ਚੰਗਾ ਪੱਟ ਕੇ ਉਹੀ ਸਿੱਟ ਦੋ। ਆਪਾਂ ਬਹੁਤ ਵਾਰੀ ਇਹ ਚੀਜ਼ਾਂ ਦੇਖੀਆਂ ਨਾ। ਹੁਣ ਕੀ ਹੋਇਆ, ਮੰਨ ਲਓ ਤੁਸੀਂ ਇੱਕ ਨਵੇਂ ਕਿਸਾਨ ਹੋ, ਤੁਸੀਂ ਆਲੂ ਬੀਜਣੇ ਆ। ਅੱਜ ਦੇ ਰੇਟ ਕੀ ਚੱਲ ਰਿਹਾ ਮੰਡੀ 'ਚ? ਅੱਜ ਤੁਹਾਨੂੰ ਲੱਗਾ ਵੀ ਮੰਡੀ 'ਚ ਨਾ 20 ਰੁਪਏ ਕਿਲੋ ਆਲੂ ਵਿਕਦਾ। ਹੁਣ ਤੁਸੀਂ ਕਹੋਗੇ ਯਾਰ ਵਧੀਆ ਗੱਲ ਆ ਵੀ ਵਧੀਆ ਰੇਟ ਮਿਲਦਾ, ਆਪਾਂ ਵੀ ਇਸ ਵਾਰੀ ਆਲੂ ਬੀਜਣੇ ਆ। ਤੁਹਾਨੂੰ ਕਿਸੇ ਨੇ ਆ ਕੇ ਡਰਾਤਾ ਯਾਰ ਵੀ ਤੂੰ ਬੀਜ ਤਾਂ ਲੈ, ਇਸ ਸਾਲ ਤਾਂ 20 ਰੁਪਏ ਹੈਗਾ ਰੇਟ, ਪਰ ਅਗਲੇ ਸਾਲ 20 ਰੁਪਏ ਹੋਊਗਾ ਕਿ ਨਹੀਂ ਹੋਊਗਾ ਤੁਹਾਨੂੰ ਕੀ ਪਤਾ, ਠੀਕ ਹੈ। ਜਾਂ ਤੁਸੀਂ ਡਰ ਗਏ ਵੀ ਹਾਂ ਯਾਰ ਅਸੀਂ ਅੱਜ ਵੇਖਿਆ ਸੀ, ਅੱਜ ਤੋਂ 3 ਸਾਲ ਪਹਿਲਾਂ ਤਾਂ ਆਲੂ 10 ਪੈਸੇ ਵੀ ਨਹੀਂ ਵਿਕਿਆ, ਲੋਕਾਂ ਨੇ ਸੜਕਾਂ ਤੇ ਸੱਟਤਾ। ਤੁਹਾਡੇ 'ਚ ਵੀ ਡਰ ਪੈਦਾ ਹੋ ਗਿਆ ਕਿ ਅੱਜ ਦਾ ਰੇਟ 20 ਰੁਪਏ ਹੈ, ਬਹੁਤ ਵਧੀਆ ਹੈ, ਪਰ ਕੱਲ ਨੂੰ ਜੇ ਇਹੀ ਰੇਟ ਘਟ ਕੇ 20 ਪੈਸੇ ਰਹਿ ਗਿਆ, ਮੇਰਾ ਕੀ ਬਣੂਗਾ? ਮੇਰੀ ਤਾਂ ਸਾਰੀ ਮਿਹਨਤ ਜਾਊਗੀ। ਉਸੇ ਤਰ੍ਹਾਂ ਇੱਕ ਬੰਦਾ ਬਿਜ਼ਨਸਮੈਨ ਹੈ, ਜਿਵੇਂ ਮੰਨ ਲਓ ਲੇਜ਼ ਦੀ ਕੰਪਨੀ ਹੈ। ਹੁਣ ਉਹਨਾਂ ਨੇ ਲੇਜ਼ ਬਣਾਉਣੇ ਆ, ਉਹਨਾਂ ਨੇ ਕਾਹਦੇ ਤੋਂ ਬਣਾਉਣੇ ਆ? ਆਲੂਆਂ ਤੋਂ, ਠੀਕ ਹੈ। ਤਾਂ ਉਹਨਾਂ ਨੂੰ ਇਹ ਡਰ ਲੱਗ ਰਿਹਾ ਵੀ ਅੱਜ ਤਾਂ ਮਾਰਕੀਟ 'ਚ 20 ਰੁਪਏ ਦਾ ਆਲੂ ਮਿਲ ਰਿਹਾ, ਮੈਨੂੰ ਅੱਜ ਦਾ ਸਟਾਕ ਤਾਂ ਮੇਰੇ ਕੋਲੇ ਪੂਰਾ ਹੈ, ਮੈਨੂੰ ਅਗਲੇ ਸਾਲ ਆਲੂ ਚਾਹੀਦਾ। ਜੇ ਹੁਣ ਉਹਨੇ ਦੇਖਿਆ ਵੀ ਪਿਛਲੇ 2-3 ਸਾਲਾਂ ਤੋਂ ਨਾ ਲਗਾਤਾਰ ਆਲੂਆਂ ਦੇ ਰੇਟ ਵੱਧਦੇ ਜਾ ਰਹੇ ਆ, ਉਹਨੂੰ ਡਰ ਲੱਗਣ ਲੱਗ ਗਿਆ ਕਿ ਜੇ ਕਿਤੇ ਆਲੂ ਅਗਲੇ ਸਾਲ 30 ਰੁਪਏ ਹੋ ਗਿਆ, ਫਿਰ ਮੇਰਾ ਤਾਂ ਪ੍ਰੋਫਿਟ ਘਟ ਜੂਗਾ ਜਾਂ ਮੈਨੂੰ ਤਾਂ ਮਹਿੰਗਾ ਰॉ ਮਟੀਰੀਅਲ ਲੈਣਾ ਪੈ ਜੂਗਾ। ਤਾਂ ਦੋਵੇਂ ਪਾਸੇ ਡਰ ਚੱਲ ਰਿਹਾ। ਕਿਸਾਨ ਨੂੰ ਲੱਗ ਰਿਹਾ ਕਿ ਕਿਤੇ ਆਲੂ ਸਸਤਾ ਨਾ ਹੋ ਜੇ, ਬਿਜ਼ਨਸਮੈਨ ਨੂੰ ਲੱਗ ਰਿਹਾ ਵੀ ਕਿਤੇ ਆਲੂ ਮਹਿੰਗਾ ਨਾ ਹੋ ਜੇ। ਤਾਂ ਹੁਣ ਕੀ ਹੋਊਗਾ, ਬਿਜ਼ਨਸਮੈਨ ਇੱਕ ਨਾ ਕੰਟਰੈਕਟ ਲਿਖੂਗਾ, ਤੇ ਇੱਥੇ ਇੱਕ ਟਰਮ ਆਉਂਦੀ ਹੈ ਰਾਈਟਰ। ਤੁਸੀਂ ਕਈ ਵਾਰੀ ਸੁਣਿਆ ਹੋਊਗਾ ਕਿ ਕਾਲ ਰਾਈਟਰ, ਪੁੱਟ ਰਾਈਟਰ, ਠੀਕ ਹੈ। ਕਾਲ ਰਾਈਟਰ ਜਾਂ ਪੁੱਟ ਰਾਈਟਰ ਜਾਂ ਫਿਊਚਰ ਰਾਈਟਰ। ਰਾਈਟਰ ਦਾ ਮਤਲਬ ਕੀ ਹੁੰਦਾ? ਜਿਹੜਾ ਬੰਦਾ ਕੰਟਰੈਕਟ ਸੇਲ ਕਰਦਾ, ਆਪਾਂ ਉਹਨੂੰ ਰਾਈਟਰ ਕਹਿੰਦੇ ਹਾਂ, ਠੀਕ ਹੈ। ਜਿਹੜਾ ਬੰਦਾ ਕੰਟਰੈਕਟ ਲਿਖਦਾ, ਲਿਖ ਕੇ ਉਹਨੂੰ ਸੇਲ ਕਰਦਾ। ਹੁਣ ਇਹਨੂੰ ਇੱਕ ਬੇਸਿਕ ਸਮਝੋ ਕਿਉਂ ਬੇਸਿਕਲੀ ਇਦਾਂ ਆ। ਕਿਸਾਨ ਪੜ੍ਹਿਆ ਲਿਖਿਆ ਨਹੀਂ ਹੁੰਦਾ, ਆਪਾਂ ਜਨਰਲੀ ਇੱਕ ਟਰਮ ਕਰਦੇ ਹਾਂ ਕਿ ਕਿਸਾਨ ਅਨਪੜ੍ਹ ਹੁੰਦਾ, ਉਹ ਪੜ੍ਹਿਆ ਲਿਖਿਆ ਨਹੀਂ ਹੁੰਦਾ। ਤੇ ਜਿਹੜਾ ਬਿਜ਼ਨਸਮੈਨ ਆ ਉਹ ਪੜ੍ਹਿਆ ਲਿਖਿਆ, ਉਹ ਰਾਈਟ ਕਰ ਸਕਦਾ। ਹੁਣ ਪੜ੍ਹੇ ਲਿਖੇ ਬੰਦੇ ਨੇ ਇੱਕ ਕੰਟਰੈਕਟ ਨਾਲ ਲਿਖ ਲਿਆ ਤੇ ਤੋਂ ਬਾਅਦ ਕੀ ਕੀਤਾ, ਉਹਨੇ ਸੇਲ ਕਰਤਾ ਉਹ ਕੰਟਰੈਕਟ ਕਿਹਨੂੰ? ਕਿਸਾਨ ਨੂੰ। ਗੱਲ ਕੀ ਹੋਈ, ਜਿਹੜਾ ਸੈਲਰ ਹੈ, ਜਿਵੇਂ ਕਿ ਜਿਹੜਾ ਬਿਜ਼ਨਸਮੈਨ ਹੈ, ਸੈਲਰ ਆਪਾਂ ਨੂੰ ਕਹਿੰਦੇ ਆ, ਤਾਂ ਸੈਲਰ ਨੇ ਕੀ ਕਿਹਾ, ਇੱਕ ਕੰਟਰੈਕਟ ਕਰ ਲਿਆ ਵੀ ਮੈਂ ਤੇਰੇ ਕੋਲੇ ਆਉਣਾ ਕਿਸਾਨ ਕੋਲੇ, ਕਿ ਮੈਂ ਨਾ ਤੇਰੇ ਕੋਲੋਂ ਅਗਲੇ ਸਾਲ, ਮੰਨ ਲਓ ਹੁਣ ਕੀ ਹੋਇਆ, ਸਪੈਸੀਫਿਕ ਟਾਈਮ ਕੀ ਆ, ਉਹਨੇ ਰੱਖਿਆ ਵੀ ਅਗਲੇ ਸਾਲ ਮਾਰਚ ਮਹੀਨੇ ਦੀ 15 ਤਰੀਕ ਨੂੰ, ਇਹ ਹੋ ਗਿਆ ਜੀ ਸਪੈਸੀਫਿਕ ਟਾਈਮ, ਮੈਂ ਤੇਰੇ ਤੋਂ ਇੰਨੇ ਆਲੂ ਲਊਂਗਾ। ਕਿੰਨੇ ਆਲੂ? ਲੋਟ ਸਾਈਜ਼ ਵੀ 2 ਕੁਆਂਟਲ, 4 ਕੁਆਂਟਲ, 20 ਕੁਆਂਟਲ, ਠੀਕ ਹੈ। ਹੁਣ ਕਿਉਂਕਿ ਇੱਥੇ ਕੰਟਰੈਕਟ ਹੋਣਾ, ਜੇ ਉਹ ਕਹੇ ਮੈਂ ਤੇਰੇ ਤੋਂ ਅਗਲੇ ਸਾਲ 1 ਕਿਲੋ ਆਲੂ ਲਊਂਗਾ, ਦੱਸੋ ਇਹ ਕੋਈ ਵਧੀਆ ਗੱਲ ਹੈ? ਵੀ ਮੈਂ ਨਾ ਅਗਲੇ ਸਾਲ ਆਪਾਂ ਕੰਟਰੈਕਟ ਕਰਦੇ ਆ, ਮੈਂ ਅਗਲੇ ਸਾਲ ਨਾ ਤੇਰੇ ਤੋਂ ਕਿਲੋ ਆਲੂ ਲੈ ਲਊਂਗਾ। ਆਪਾਂ ਕਹਿੰਦੇ ਵੀ ਇਹਦੇ ਵਾਸਤੇ ਕੰਟਰੈਕਟ ਕਰਨ ਦੀ ਕੀ ਲੋੜ ਹੈ? ਕਿਲੋ ਦਾ ਆਲੂ ਲੈਣੇ ਆ, ਜਿਹੜਾ ਵੀ ਰੇਟ ਚੱਲਦਾ ਹੋਇਆ ਲੈ ਲਾਂਗੇ। ਪਰ ਜਦੋਂ ਆਪਾਂ ਕੰਟਰੈਕਟ ਕਰਦੇ ਆ, ਚਾਹੇ ਫਿਊਚਰ ਦਾ ਚਾਹੇ ਆਪਸ਼ਨ ਦਾ, ਇਸੇ ਕਰਕੇ ਉਹ ਚ ਲੋਟ ਸਾਈਜ਼ ਰੱਖਿਆ ਜਾਂਦਾ, ਕਿਉਂਕਿ ਹੋਲਸੇਲ ਚੀਜ਼ ਹੁੰਦੀ ਹੈ। ਜਦੋਂ ਵੀ ਆਪਾਂ ਹੋਲਸੇਲ ਲੈਂਦੇ ਆ, ਆਪਾਂ ਨੂੰ, ਤੁਸੀਂ ਕਾਮਨ ਜੀ ਗੱਲ ਹੈ, ਤੁਸੀਂ ਕਿਲੋ ਆਲੂ ਲੈ ਕੇ ਆਉਣੇ ਆ, ਤੁਹਾਨੂੰ ਕੋਈ ਬੜਾ ਪ੍ਰਾਈਸ ਨਾਲ ਫਰਕ ਪਊਗਾ? ਨਹੀਂ ਜੀ, ਨਹੀਂ ਸਰ। ਜੇ ਤੁਸੀਂ ਇਹੀ ਕਿਲੋ ਦੀ ਬਜਾਏ 10 ਕੁਆਂਟਲ ਆਲੂ ਲੈ ਕੇ ਆਉਣਾ ਹੋਵੇ, ਨਹੀਂ ਸਰ, ਫਿਰ ਆਪਾਂ ਸੋਚਦੇ ਆ ਹਨਾ। ਹੁਣ ਜਿਹੜੀ ਲੇਸ ਕੰਪਨੀ ਹੈ, ਉਹ ਕਿਲੋ ਆਲੂ ਥੋੜੀ ਚੱਕੂਗੀ, ਉਹਨੇ ਕੁਆਂਟਲਾਂ ਦੇ ਹਿਸਾਬ ਨਾਲ ਆਲੂ ਚੱਕਣੇ। ਉਹਨੂੰ ਪਤਾ ਵੀ ਮੇਰਾ ਜੇ ਕੁਆਂਟਲ ਪਿੱਛੇ 200 ਰੁਪਏ ਵੀ ਮਹਿੰਗਾ ਹੋ ਗਿਆ, ਮੈਨੂੰ ਬਹੁਤ ਲਾਸ ਹੋ ਜਾਣਾ। ਤਾਂ ਬਿਜ਼ਨਸਮੈਨ ਨੇ ਇੱਕ ਕੰਟਰੈਕਟ ਰਾਈਟ ਕੀਤਾ, ਇਹਨੂੰ ਆਪਾਂ ਕਹਿੰਦੇ ਕੰਟਰੈਕਟ ਰਾਈਟਰ। ਇਹ ਜਦੋਂ ਆਪਾਂ ਕੱਲ ਨੈਕਸਟ ਗੱਲ ਕਰਾਂਗੇ, ਉਹਦੇ ਚ ਆਊਗਾ ਜੀ ਕਾਲ ਰਾਈਟਰ, ਪੁੱਟ ਰਾਈਟਰ। ਤਾਂ ਰਾਈਟਰ ਦਾ ਮਤਲਬ ਇੱਕ ਚੀਜ਼ ਸਮਝ ਲਓ ਕਿ ਰਾਈਟਰ ਦਾ ਮਤਲਬ ਹੈ ਜਿਹੜੇ ਬੰਦੇ
ਕੰਟਰੈਕਟ ਨੂੰ ਸੈਲ ਕਰਦੇ ਆ। ਇਹ ਗੱਲ ਸਮਝ ਆਈ? ਹਾਂਜੀ ਸਰ। ਠੀਕ ਹੈ, ਰਾਈਟਰ ਕੌਣ ਹੁੰਦੇ ਆ? ਜਿਹੜੇ ਸੈਲ ਕਰਦੇ ਆ, ਤੇ ਦੂਜੇ ਬੰਦੇ ਨੂੰ ਆਪਾਂ ਬਾਇਰ ਕਹਿੰਦੇ ਆ। ਤਾਂ ਹੁਣ ਕੀ ਕੀਤਾ, ਬਿਜ਼ਨਸਮੈਨ ਨੇ ਕਿ ਸੈਲ ਕਰਤਾ ਕੰਟਰੈਕਟ ਕਿਸਾਨ ਦੇ ਨਾਲ ਕਿ ਵੀ ਅਗਲੇ ਸਾਲ ਸਪੈਸੀਫਿਕ ਟਾਈਮ 15 ਮਾਰਚ ਨੂੰ ਮੈਂ ਤੇਰੇ ਕੋਲੋਂ 10 ਕੁਇੰਟਲ ਆਲੂ ਚੱਕੂੰਗਾ। ਇਹ ਲੋਟ ਸਾਈਜ਼ ਜਿਹਨੂੰ ਆਪਾਂ ਕਹਿੰਦਾ 10 ਕੁਇੰਟਲ ਕੀ ਹੋ ਗਿਆ? ਲੋਟ ਸਾਈਜ਼। 15 ਮਾਰਚ ਕੀ ਹੋ ਗਿਆ? ਸਪੈਸੀਫਿਕ ਟਾਈਮ। ਕਿੰਨੇ ਰੇਟ ਤੇ? ਅੱਜ ਉਹ ਕਹਿੰਦਾ 20 ਰੁਪਏ ਚੱਲਦੇ ਆ, ਤੇ ਚੱਲ ਅਗਲੇ ਸਾਲ ਮੈਂ ਤੇਰੇ ਤੋਂ 21 ਰੁਪਏ ਜਾਂ 22 ਰੁਪਏ ਦੇ ਹਿਸਾਬ ਨਾਲ ਮੈਂ ਤੇਰੇ ਤੋਂ 10 ਕੁਇੰਟਲ ਚੱਕ ਲੂ। ਜਿਹੜਾ 22 ਰੁਪਏ ਕੀ ਹੈ? ਪ੍ਰੀ ਡਿਟਰਮਾਈਨਡ ਪ੍ਰਾਈਸ। ਇੰਨੀ ਗੱਲ ਸਮਝ ਆਈ? ਹਾਂਜੀ ਸਰ। ਠੀਕ ਹੈ ਜੀ, ਇਹਨਾਂ ਦਾ ਸਭ ਨੂੰ ਪਤਾ ਚੱਲ ਗਿਆ ਨਾ? ਹਾਂਜੀ ਸਰ। ਓਕੇ, ਹੁਣ ਸਰ ਆਪਣਾ ਇੱਕ ਕੰਟਰੈਕਟ ਹੋ ਗਿਆ ਜੀ ਇੱਕ ਬਿਜ਼ਨਸਮੈਨ ਤੇ ਕਿਸਾਨ ਦਾ, ਕਿ ਬਿਜ਼ਨਸਮੈਨ ਕਹਿੰਦਾ ਕਿ ਮੈਂ 15 ਮਾਰਚ ਨੂੰ ਨਾ ਤੇਰੇ ਕੋਲੋਂ 10 ਕੁਇੰਟਲ ਆਲੂ ਚੱਕਣੇ ਆ, ਤੇ ਕਿਹੜੇ ਰੇਟ ਤੇ ਚੱਕਣੇ ਆ? 22 ਰੁਪਏ ਦੇ ਹਿਸਾਬ ਨਾਲ। ਹੁਣ ਕਿਸਾਨ ਵੀ ਖੁਸ਼ ਵੀ ਜੇ ਮੇਰਾ ਪ੍ਰਾਈਸ ਗਿਰ ਵੀ ਜਾਊਗਾ ਤਾਂ ਵੀ ਕੋਈ ਗੱਲ ਨਹੀਂ, ਆਪਣਾ ਤਾਂ ਕੰਟਰੈਕਟ ਕਰ ਲਿਆ, 22 ਰੁਪਏ ਵੇਚਣੇ ਆ। ਬਿਜ਼ਨਸਮੈਨ ਵੀ ਖੁਸ਼ ਹੈ ਵੀ ਜੇ ਬਾਈ ਚਾਂਸ ਕੱਲ ਨੂੰ ਆਲੂ 40 ਰੁਪਈਆਂ ਦਾ ਵੀ ਹੋ ਗਿਆ ਕਿਲੋ, ਮੈਨੂੰ ਕੋਈ ਫਰਕ ਨਹੀਂ ਪੈਣ ਲੱਗਿਆ, ਆਪਾਂ ਤਾਂ 22 ਰੁਪਏ ਨਾਲ ਕੰਟਰੈਕਟ ਕਰ ਲਿਆ। ਹੁਣ ਮੰਨ ਲਓ 15 ਮਾਰਚ ਦੀ ਤਰੀਕ ਆ ਗਈ ਅਗਲੇ ਸਾਲ ਦੀ। ਹੁਣ 15 ਮਾਰਚ ਦੀ ਤਰੀਕ ਆ ਗਈ ਅਗਲੇ ਸਾਲ, ਤੇ ਆਲੂਆਂ ਦਾ ਰੇਟ ਹੋ ਗਿਆ ਸਰ 40 ਰੁਪਏ ਜੀ। ਹੁਣ ਦੱਸੋ ਫਾਇਦੇ 'ਚ ਕੌਣ ਹੈ, ਕਿਸਾਨ ਕੇ ਬਿਜ਼ਨਸਮੈਨ? ਬਿਜ਼ਨਸਮੈਨ। ਬਿਜ਼ਨਸਮੈਨ ਕਿਉਂਕਿ ਉਹਨੇ ਤਾਂ ਕੰਟਰੈਕਟ ਕੀਤਾ ਹੋਇਆ ਸੀ। ਕੀ ਹੁਣ ਕਿਸਾਨ ਭੱਜ ਸਕਦਾ? ਕੀ ਕਿਸਾਨ ਜਵਾਬ ਦੇ ਸਕਦਾ ਵੀ ਮੈਂ ਨਹੀਂ ਤੈਨੂੰ ਆਲੂ ਵੇਚਣੇ, ਮੈਂ ਤਾਂ ਸਿੱਧਾ ਮਾਰਕੀਟ 'ਚ ਵੇਚੂਗਾ 40 ਰੁਪਏ? ਨਹੀਂ ਸਰ। ਨਹੀਂ ਭੱਜ ਸਕਦਾ। ਇਹ ਸਭ ਤੋਂ ਜ਼ਰੂਰੀ ਗੱਲ ਹੈ ਕਿ ਜਦੋਂ ਵੀ ਆਪਾਂ ਕੰਟਰੈਕਟ ਫਿਊਚਰ ਕੰਟਰੈਕਟ ਕਰਦੇ ਹਾਂ ਤਾਂ ਕੋਈ ਵੀ ਪਾਰਟੀ ਭੱਜ ਨਹੀਂ ਸਕਦੀ। ਇਹ ਚੀਜ਼ ਯਾਦ ਰੱਖਿਓ, ਜੋ ਫਿਊਚਰ ਕੰਟਰੈਕਟ ਦੇ ਵਿੱਚ ਪ੍ਰਾਈਸ ਜੋ ਮਰਜ਼ੀ ਹੁੰਦਾ ਰਹੇ, ਨਾ ਕਿਸਾਨ ਭੱਜ ਸਕਦਾ ਉਹਦੇ ਵਾਅਦੇ ਤੋਂ, ਨਾ ਬਿਜ਼ਨਸਮੈਨ। ਹੁਣ ਮੰਨ ਲਓ 15 ਮਾਰਚ ਅਗਲੇ ਸਾਲ ਕੀ ਹੋਇਆ, ਆਲੂਆਂ ਦਾ ਭਾਅ ਰਹਿ ਗਿਆ ਜੀ 5 ਰੁਪਏ। ਕੀ ਹੁਣ ਬਿਜ਼ਨਸਮੈਨ ਭੱਜ ਸਕਦਾ? ਨਹੀਂ ਸਰ। ਉਹ ਵੀ ਨਹੀਂ ਭੱਜ ਸਕਦਾ। ਇਹ ਦੋਵਾਂ ਤੇ ਆਬਲੀਗੇਸ਼ਨ ਹੁੰਦੀ ਹੈ, ਭਾਵੇਂ ਕਿਸਾਨ ਨੂੰ ਫਾਇਦਾ ਹੋਵੇ ਭਾਵੇਂ ਬਿਜ਼ਨਸਮੈਨ ਨੂੰ ਫਾਇਦਾ ਹੋਵੇ, ਦੋਵੇਂ ਆਪਦੀ ਜ਼ੁਬਾਨ ਤੋਂ ਮੁੱਕਰ ਨਹੀਂ ਸਕਦੇ। ਦੋਵਾਂ ਨੂੰ ਉਹ ਚੀਜ਼ 15 ਮਾਰਚ ਨੂੰ ਕਹਿੰਦੇ ਪੂਰੀ ਕਰਨੀ ਹੀ ਪੈਣੀ ਹੈ, ਚਾਹੇ ਕਿਸੇ ਦਾ ਪ੍ਰੋਫਿਟ ਹੋ ਰਿਹਾ ਚਾਹੇ ਕਿਸੇ ਦਾ ਲਾਸ ਹੋ ਰਿਹਾ। ਕਲੀਅਰ ਹੈ ਜੀ? ਹਾਂਜੀ ਸਰ। ਠੀਕ ਹੈ। ਹੁਣ ਇੱਕ ਥੋੜੀ ਜਿਹੀ ਨਵੀਂ ਚੀਜ਼ ਆਪਾਂ ਸਮਝਾਂਗੇ। ਮਾਰਕੀਟ ਪ੍ਰਾਈਸ ਹੈ ਮੰਨ ਲਓ, ਠੀਕ ਹੈ, ਕੋਈ ਮਾਰਕੀਟ ਪ੍ਰਾਈਸ ਹੈ ਜਿਹਨੂੰ ਆਪਾਂ ਕਹਿੰਦੇ ਸਪੌਟ ਪ੍ਰਾਈਸ। ਹੁਣ ਇੱਕ ਨਵੀਂ ਟਰਮ ਆਈ ਹੈ, ਠੀਕ ਹੈ, ਮਾਰਕੀਟ ਪ੍ਰਾਈਸ ਜਿਹਨੂੰ ਆਪਾਂ ਸਪੌਟ ਪ੍ਰਾਈਸ ਕਹਿੰਦੇ ਆ। ਤੇ ਜਿਹੜਾ ਆਪਾਂ ਰੇਟ ਤੈਅ ਕਰ ਲੈਂਦੇ ਆ, ਜਿਵੇਂ ਆਪਾਂ ਉੱਥੇ ਕੀਤਾ ਸੀ ਮੈਂ 22 ਰੁਪਏ, ਦੇਖੋ ਮਾਰਕੀਟ ਤਾਂ ਉਦੋਂ 20 ਰੁਪਏ ਚੱਲ ਰਹੀ ਸੀ, ਆਪਾਂ ਫਿਊਚਰ 'ਚ ਇੱਕ ਰੇਟ ਤੈਅ ਕਰ ਲਿਆ ਜੀ ਮੈਂ ਤਾਂ 22 ਰੁਪਈਆਂ ਦੇ ਆਲੂ ਖਰੀਦੂੰਗਾ। ਉਹ 22 ਰੁਪਏ ਅਸਲ 'ਚ ਕੀ ਹੁੰਦਾ? ਆਪਣਾ ਸਟ੍ਰਾਈਕ ਪ੍ਰਾਈਸ। ਠੀਕ ਹੈ, ਜਿਹੜਾ ਮਾਰਕੀਟ ਦਾ ਰੇਟ ਚੱਲ ਰਿਹਾ ਉਹਨੂੰ ਆਪਾਂ ਸਪੌਟ ਪ੍ਰਾਈਸ ਕਹਿੰਦੇ ਆ। ਤੇ ਜਿਹੜਾ ਆਪਾਂ ਕੰਟਰੈਕਟ 'ਚ ਲਿਖਦੇ ਆ, ਹੁਣ ਉਹ ਕੰਟਰੈਕਟ 21 ਰੁਪਏ ਦਾ ਵੀ ਹੋ ਸਕਦਾ ਸੀ, ਉਹ ਕੰਟਰੈਕਟ 22 ਰੁਪਏ ਦਾ, 25 ਰੁਪਏ ਦਾ, 30 ਰੁਪਏ ਦਾ ਵੀ ਹੋ ਸਕਦਾ ਸੀ, ਉਹਨੂੰ ਆਪਾਂ ਕਹਿੰਦੇ ਆ ਸਟ੍ਰਾਈਕ ਪ੍ਰਾਈਸ। ਹੁਣ ਦੇਖੋ ਮਾਰਕੀਟ ਪ੍ਰਾਈਸ ਚੱਲ ਰਿਹਾ ਮੰਨ ਲਓ 120 ਰੁਪਏ ਦਾ, ਤਾਂ ਆਪਣਾ ਜਿਹੜਾ ਕੰਟਰੈਕਟ ਹੋਇਆ ਹੈ 150 ਰੁਪਏ ਤੇ ਹੋਇਆ ਹੈ। ਬਾਇਰ ਕੌਣ ਹੈ? ਫਾਰਮਰ। ਠੀਕ ਹੈ, ਹੁਣ ਫਾਰਮਰ ਨੂੰ ਦੱਸੋ ਕਿ ਫਾਇਦਾ ਹੋ ਰਿਹਾ ਕਿ ਲਾਸ ਹੋ ਰਿਹਾ? ਫਾਇਦਾ ਹੋ ਰਿਹਾ ਸਰ। ਕਿਉਂਕਿ ਮਾਰਕੀਟ 'ਚ ਉਹਨੂੰ 120 ਰੁਪਏ ਦਾ ਵੇਚਣਾ ਪੈਣਾ ਸੀ। ਠੀਕ ਹੈ, ਤੇ ਜਿਹੜਾ ਕੰਟਰੈਕਟ ਉਹ 'ਚ ਉਹਨੇ 150 ਰੁਪਏ ਦੀ ਵੈਲਿਊ ਬਣਾਈ ਹੋਈ ਹੈ ਵੀ ਮੈਂ ਤਾਂ 150 ਨੂੰ ਵੇਚੂੰਗਾ ਤੈਨੂੰ, ਤਾਂ ਫਾਰਮਰ ਨੂੰ 30 ਰੁਪਏ ਪ੍ਰੋਫਿਟ ਹੋ ਗਿਆ। ਤੇ ਉਹੀ 30 ਰੁਪਏ ਬਿਜ਼ਨਸਮੈਨ ਨੂੰ ਕੀ ਹੋ ਗਿਆ? ਲਾਸ ਹੋ ਗਿਆ। ਉਹਨੂੰ ਮਾਰਕੀਟ 'ਚ 120 ਰੁਪਏ ਦਾ ਮਿਲ ਜਾਣਾ ਸੀ, ਪਰ ਕਿਉਂਕਿ ਉਹਨੇ ਕੰਟਰੈਕਟ ਕੀਤਾ ਸੀ ਉਹਨੂੰ 150 ਰੁਪਏ ਦਾ ਚੱਕਣਾ ਪਿਆ। ਹੁਣ ਜੇ ਮਾਰਕੀਟ 'ਚ ਮੰਨ ਲਓ ਪ੍ਰਾਈਸ ਰਹਿ ਗਿਆ 140 ਰੁਪਏ, ਠੀਕ ਹੈ, ਮਾਰਕੀਟ 'ਚ ਪ੍ਰਾਈਸ 140 ਰੁਪਏ ਹੋ ਗਿਆ, ਕੰਟਰੈਕਟ ਪ੍ਰਾਈਸ ਤਾਂ ਉਹਨਾਂ ਦਾ ਸੇਮ ਹੀ ਰਹੂਗਾ 150। ਹਾਂਜੀ, ਕੰਟਰੈਕਟ ਪ੍ਰਾਈਸ ਚੇਂਜ ਹੋ ਸਕਦਾ? ਨਹੀਂ ਸਰ। ਉਹ ਤਾਂ ਕਿਹੜੀ ਇੱਕ ਵਾਰੀ ਰੇਟ ਤੈਅ ਹੋ ਗਿਆ ਹੋ ਗਿਆ। ਹੁਣ ਮਾਰਕੀਟ ਦਾ ਪ੍ਰਾਈਸ ਉੱਪਰ ਨੀਚੇ ਹੋ ਸਕਦਾ, ਕੰਟਰੈਕਟ ਪ੍ਰਾਈਸ ਤਾਂ ਹਮੇਸ਼ਾ ਸੇਮ ਰਹਿੰਦਾ ਆਪਣਾ। ਤਾਂ ਮਾਰਕੀਟ 140 ਰੁਪਏ ਤੇ ਮੰਨ ਲਓ ਕੋਈ ਕਿਲੋ ਚੀਜ਼ ਹੋ ਗਈ ਹੈ ਨਾ, ਕੰਟਰੈਕਟ ਸੀਗਾ 150, ਹੁਣ ਫਾਰਮਰ ਨੂੰ ਕਿੰਨਾ ਫਾਇਦਾ ਹੋਇਆ? 10 ਰੁਪਏ। ਉਹੀ 10 ਰੁਪਏ ਲਾਸ ਕਿਹਨੂੰ ਹੋ ਗਿਆ? ਬਿਜ਼ਨਸਮੈਨ ਨੂੰ। ਹੁਣ ਸਪੋਰਟ ਪ੍ਰਾਈਸ ਹੋ ਗਿਆ ਆਪਣਾ ਜੀ 150 ਰੁਪਏ। ਹੁਣ ਮਾਰਕੀਟ 'ਚ ਵੀ 150 ਰੁਪਏ ਦਾ ਮਿਲ ਰਿਹਾ ਆਲੂ, ਤੇ ਸਟ੍ਰਾਈਕ ਪ੍ਰਾਈਸ ਵੀ ਉਹਨਾਂ ਦੇ ਕੰਟਰੈਕਟ 'ਚ ਵੀ 150 ਰੁਪਏ ਦਾ ਹੀ ਹੈ। ਕਿਸੇ ਨੂੰ ਕੋਈ ਫਾਇਦਾ ਨੁਕਸਾਨ ਹੋਊਗਾ? ਨਹੀਂ ਹੈ ਨਾ। ਹੁਣ ਆਪਾਂ ਕਹਿੰਦੇ ਵੀ ਚਾਹੇ ਤਾਂ ਫਾਰਮਰ ਕੰਟਰੈਕਟਰ ਨੂੰ ਵੇਚ ਦੇ, ਚਾਹੇ ਉਹ ਬਾਹਰ ਮਾਰਕੀਟ 'ਚ ਵੇਚ ਦੇ, ਰੇਟ ਤਾਂ ਹੁੰਦਾ ਹੀ ਹੈ। ਉਸੇ ਤਰ੍ਹਾਂ ਬਿਜ਼ਨਸਮੈਨ ਹੈ, ਚਾਹੇ ਬਾਹਰ ਮਾਰਕੀਟ 'ਚ ਆਲੂ ਚੱਕ ਲੇ ਚਾਹੇ ਕੰਟਰੈਕਟ ਕੋਲੋਂ ਚੱਕ ਲੇ, ਰੇਟ ਤਾਂ ਹੁੰਦਾ ਹੀ ਹੈ। ਤਾਂ ਨਾ ਕਿਸੇ ਦਾ ਪ੍ਰੋਫਿਟ ਹੋਇਆ ਨਾ ਕਿਸੇ ਦਾ ਲਾਸ ਹੋਇਆ। ਪਰ ਮਾਰਕੀਟ 'ਚ ਰੇਟ ਹੋ ਗਿਆ 160 ਰੁਪਏ, ਕੰਟਰੈਕਟ ਸੀਗਾ 150 ਰੁਪਏ ਦਾ।
ਕੀ ਹੁਣ ਫਾਰਮਰ ਮਾਰਕੀਟ 'ਚ ਆਪਦਾ ਆਲੂ ਵੇਚ ਸਕਦਾ? नहीं सर। नहीं सर। ਉਹਨੂੰ 150 ਦੇਣਾ ਪੈਣਾ, ਉਹਦਾ ਕਿੰਨਾ ਨੁਕਸਾਨ ਹੋ ਗਿਆ? 10 10 रुपए रुपए ਰੁਪਏ। ਉਹੀ 10 ਰੁਪਏ ਪ੍ਰੋਫਿਟ ਕਿਹਦਾ ਹੋ ਗਿਆ? बिजनेसमैन ਦਾ। ਸੇਮ ਜਦੋਂ 180 ਰੁਪਏ ਰੇਟ ਹੋ ਗਿਆ ਤਾਂ ਕੰਟਰੈਕਟ ਪ੍ਰਾਈਸ ਤਾਂ ਆਪਣਾ 150, ਸਟ੍ਰਾਈਕ ਪ੍ਰਾਈਸ ਤਾਂ ਫਾਰਮਰ ਨੂੰ 30 ਰੁਪਏ ਦਾ ਲਾਸ ਹੋ ਗਿਆ ਤੇ ਬਿਜ਼ਨਸਮੈਨ ਨੂੰ 30 ਰੁਪਏ ਦਾ। ਕਲੀਅਰ ਆ ਵੀ? ਹਾਂਜੀ ਸਰ ਜਿਹੜਾ ਉੱਪਰ ਬਾਇਰ ਆ, ਬਾਇਰ ਫਾਰਮਰ ਆ ਰਿਹਾ, ਸੈਲਰ ਬਿਜ਼ਨਸਮੈਨ। ਬਿਲਕੁਲ। ਆਪਾਂ ਇੱਥੇ ਬਾਇਰ ਕਿਹਨੂੰ ਕਹਿ ਰਹੇ ਹਾਂ? ਜਿਹਨੇ ਕੰਟਰੈਕਟ ਬਾਏ ਕੀਤਾ। ਆਪਾਂ ਇੱਥੇ ਗੱਲ ਇਹ ਨਹੀਂ ਕਰ ਰਹੇ ਕਿ ਫਾਰਮਰ ਨੇ ਆਲੂ ਸੇਲ ਕਰਨੇ ਹੈ, ਠੀਕ ਹੈ ਨਾ। ਬਾਇਰ ਸੈਲਰ ਆਪਾਂ ਕਿਹਦੇ ਲਈ ਯੂਜ਼ ਕਰ ਰਹੇ ਹਾਂ? ਆਪਾਂ ਗੱਲ ਕੀਤੀ ਸੀ ਨਾ ਵੀ ਬਿਜ਼ਨਸਮੈਨ ਨੇ ਇੱਕ ਕੰਟਰੈਕਟ ਸੈਲ ਕਰਤਾ, ਉਹਨੇ ਰਾਈਟ ਕਰਤਾ ਜਾਂ ਸੈਲ ਕਰਤਾ। ਆਪਾਂ ਇੱਥੇ ਕਮੋਡਿਟੀ ਨੂੰ ਲੈ ਕੇ ਆਪਾਂ ਆਲੂਆਂ ਨੂੰ ਲੈ ਕੇ ਨਹੀਂ ਕਹਿ ਰਹੇ ਕਿ ਫਾਰਮਰ ਸੈਲਰ ਹੈ। ਫਾਰਮਰ ਨੇ ਕੰਟਰੈਕਟ ਬਾਏ ਕੀਤਾ ਹੋਇਆ, ਇਸ ਕਰਕੇ ਆਪਾਂ ਨੂੰ ਬਾਇਰ ਕਹਿੰਦੇ ਆ। ਠੀਕ ਹੈ ਸਰ। ਠੀਕ ਹੈ। ਤੇ ਬਿਜ਼ਨਸਮੈਨ ਨੇ ਕੰਟਰੈਕਟ ਨੂੰ ਸੈਲ ਕੀਤਾ ਹੋਇਆ, ਇਸ ਕਰਕੇ ਆਪਾਂ ਉਹਨੂੰ ਸੈਲਰ ਕਹਿ ਰਹੇ ਹਾਂ। ਓਕੇ ਸਰ। ਗੱਲ ਹੋ ਰਹੀ ਹੈ ਕੰਟਰੈਕਟ ਦੀ। ਉਸ ਕੰਟਰੈਕਟ ਵਿੱਚ ਚਾਹੇ ਆਲੂ ਆ ਜਾਂ ਕੁਝ ਹੋਰ ਚੀਜ਼ ਆ, ਉਹ ਬਾਅਦ ਦੀ ਗੱਲ ਹੈ। ਆਪਾਂ ਬਾਇਰ ਸੈਲਰ ਕਿਹਨੂੰ ਕਹਿੰਦੇ ਆ? ਜਿਹੜੇ ਕੰਟਰੈਕਟ ਨੂੰ ਸੈਲ ਕਰਦੇ ਆ, ਜਿਹੜੇ ਕੰਟਰੈਕਟ ਨੂੰ ਬਾਏ ਕਰਦੇ ਆ। ਓਕੇ ਸਰ। ਠੀਕ ਹੈ ਜੀ। ਠੀਕ ਹੈ ਸਰ। ਓਕੇ। ਹੁਣ ਆਪਾਂ ਦੇਖਿਆ ਜੀ ਫਿਊਚਰ ਦੀ ਗੱਲ ਕਰ ਰਹੇ ਸਰ, ਹਜੇ ਆਪਾਂ ਆਪਸ਼ਨਸ ਦੀ ਗੱਲ ਨਹੀਂ ਕਰ ਰਹੇ। ਠੀਕ ਹੈ, ਮੈਂ ਵਾਰ-ਵਾਰ ਕਹਿੰਦਾ ਹਜੇ ਆਪਾਂ ਸਿਰਫ ਫਿਊਚਰ ਦੀ ਗੱਲ ਕਰ ਰਹੇ ਹਾਂ। ਹੁਣ ਆਪਾਂ ਗੱਲ ਕੀਤੀ ਸੀ ਕਿ ਫਿਊਚਰ ਨਾਲ 3 ਤਰ੍ਹਾਂ ਦੇ ਹੁੰਦੇ ਆ। ਜਦੋਂ ਆਪਾਂ ਕਹਿੰਦੇ ਜੀ ਅਸੀਂ ਫਿਊਚਰ ਕਰਨਾ, ਫਿਊਚਰ 3 ਤਰ੍ਹਾਂ ਦੇ ਹੁੰਦੇ ਆ। ਅਸਲ 'ਚ ਫਿਊਚਰ ਦਾ ਜਿਹੜਾ ਟਾਈਮ ਹੈ ਉਹ 3 ਹੁੰਦਾ। ਐਕਸਪਾਇਰੀ ਦਾ ਟਾਈਮ ਜਿਵੇਂ ਆਪਾਂ ਇੱਥੇ ਰੱਖਿਆ ਸੀਗਾ ਕਿ 15 ਮਾਰਚ ਦੀ ਐਕਸਪਾਇਰੀ ਰੱਖ ਲਈ ਜੀ ਆਪਾਂ ਅਗਲੇ ਸਾਲ। ਕੋਈ ਬੰਦਾ ਹੁਣ ਜਿਵੇਂ ਆਪਾਂ ਗੱਲ ਕਰੀਏ ਆਲੂ ਹੈ, ਆਲੂ ਨੂੰ ਆਪਾਂ ਕਹਿੰਦੇ ਜੀ ਸਾਲ 'ਚ 2 ਵਾਰੀ ਹੋ ਜਾਣਗੇ। ਜੇ ਆਪਾਂ ਨਾਰਮਲ ਦੀ ਗੱਲ ਕਰਕੇ ਚੱਲੀਏ ਤਾਂ ਮੈਂ ਕਹਿੰਦਾ ਨਾ ਜੀ ਆਪਾਂ ਤਾਂ 6 ਮਹੀਨੇ ਦਾ ਕੰਟਰੈਕਟ ਕਰਨਾ, ਤਾਂ ਆਪਾਂ 6 ਮਹੀਨੇ ਦਾ ਕੰਟਰੈਕਟ ਵੀ ਕਰ ਸਕਦੇ ਹਾਂ। ਕੋਈ ਬੰਦਾ ਕਹਿੰਦਾ ਵੀ ਨਹੀਂ ਯਾਰ ਮੇਰੇ ਆਲੂਆਂ ਦੀ ਕਿਸਮ ਤਾਂ ਇਹ ਜੀ ਹੈ ਕਿ ਉਹ 3 ਮਹੀਨਿਆਂ 'ਚ ਹੀ ਪੱਕ ਜਾਂਦੇ ਆ, ਤਾਂ ਆਪਾਂ ਕਹਾਂਗੇ ਕਿ ਆਪਾਂ 3 ਮਹੀਨੇ ਦਾ ਕੰਟਰੈਕਟ ਵੀ ਕਰ ਸਕਦੇ ਹਾਂ ਕਿ 3 ਮਹੀਨਿਆਂ ਬਾਅਦ ਮੇਰੇ ਤੋਂ ਇੰਨੇ ਦੇ ਲੈ ਲਈ। ਤਾਂ ਇਸੇ ਤਰ੍ਹਾਂ ਜਿਹੜਾ ਫਿਊਚਰ ਹੈ ਉਹ 3 ਟਰਮਾਂ 'ਚ ਚੱਲਦਾ ਹੈ। 3 ਟਾਈਮਸ ਹੁੰਦੇ ਉਹਦੇ ਐਕਸਪਾਇਰ ਹੋਣ ਦੇ। ਇੱਕ ਹੁੰਦਾ 1 ਮਹੀਨੇ ਦਾ ਕੰਟਰੈਕਟ, ਉਹਨੂੰ ਆਪਾਂ ਕਹਿੰਦੇ ਨੀਅਰ ਮੰਥ। ਠੀਕ ਹੈ, ਜਿਹਦੇ 'ਚ ਆਪਣੇ ਕੋਲੇ 1 ਮਹੀਨੇ ਦਾ ਟਾਈਮ ਹੁੰਦਾ। ਫਿਰ ਆਪਣੇ ਕੋਲੇ ਹੁੰਦਾ ਸਰ ਮਿਡ ਮੰਥ, ਇਹਦੇ 'ਚ ਆਪਣੇ ਕੋਲੇ 2 ਮਹੀਨੇ ਮਿਲ ਜਾਂਦੇ ਆਪਾਂ ਨੂੰ। ਇਹਨੂੰ ਆਪਾਂ 2 ਮੰਥਸ ਕੰਟਰੈਕਟ, ਇਹਨੂੰ ਕਹਿੰਦੇ ਮਿਡ ਮੰਥ ਕੰਟਰੈਕਟ। ਫਿਰ ਹੁੰਦਾ 3 ਮਹੀਨੇ ਦਾ ਕੰਟਰੈਕਟ, ਇਹਨੂੰ ਆਪਾਂ ਕਹਿੰਦੇ ਆ ਫਾਰ ਮੰਥ। ਠੀਕ ਹੈ, ਤਾਂ ਕੋਈ ਵੀ ਹੁਣ ਆਪਾਂ ਇਹਨੂੰ ਸਟਾਕ ਨਾਲ ਲੈ ਕੇ ਸਮਝਦੇ ਹਾਂ। ਮੰਨ ਲਓ ਕੋਈ TCS ਦਾ ਕੋਈ ਵੀ ਸਟਾਕ ਹੈ, ਠੀਕ ਹੈ, TCS ਦਾ ਸਟਾਕ ਹੈ, ਉਹ 3600 ਰੁਪਏ ਦਾ ਉਹਦੇ ਰਾਈਟ ਨੂੰ ਅੱਜ ਦੀ ਜਿਹੜੀ ਵੈਲਿਊ ਹੈ ਮਾਰਕੀਟ ਪ੍ਰਾਈਸ ਹੈ ਉਹ 3600 ਰੁਪਏ ਹੈ। ਤੁਸੀਂ ਉਹਦਾ ਫਿਊਚਰ ਖਰੀਦਣਾ, ਤੁਸੀਂ ਉਹਦਾ ਫਿਊਚਰ ਖਰੀਦ ਕੇ ਰੱਖ ਲੈਂਦੇ ਹੋ। ਹੁਣ ਆਪਾਂ ਦੇਖੋ ਫਿਊਚਰ ਖਰੀਦਾਂਗੇ ਕਿਉਂ? ਮੈਨੂੰ ਪਤਾ ਕਿ ਜਿਹੜਾ TCS ਦਾ ਨਾ, ਹੁਣ ਇੱਕ ਚੀਜ਼ ਹੋਰ ਦੇਖੋ ਸਰ, ਆਪਾਂ ਚਲੋ ਗੱਲ ਹੀ ਕਰਦੇ ਹਾਂ। ਤੁਹਾਨੂੰ ਪਤਾ ਹੋਣਾ ਕਿ TCS ਨੇ ਬਾਈਬੈਕ ਕੱਢਿਆ ਹੋਇਆ, ਪਤਾ ਸਰ ਕਿਸੇ ਨੂੰ? ਹਾਂਜੀ ਸਰ। TCS ਨੇ ਬਾਈਬੈਕ ਕੱਢਿਆ ਹੋਇਆ 4500 ਰੁਪਏ ਦਾ ਕਿ ਅਸੀਂ ਆਪਦੇ ਸ਼ੇਅਰ 4500 ਰੁਪਏ 'ਚ ਖਰੀਦ ਲਾਂਗੇ। ਹੁਣ ਇੱਕ ਗੱਲ ਦੱਸੋ, ਮੈਨੂੰ ਪਤਾ ਕਿ TCS ਨੇ ਬਾਈਬੈਕ ਕੱਢਿਆ ਹੋਇਆ 4500 ਰੁਪਏ ਦਾ, ਯਾਨੀ ਕਿ TCS ਨੂੰ ਵੀ ਪਤਾ ਨਾ ਵੀ ਸਾਡਾ ਸ਼ੇਅਰ 4500 ਰੁਪਏ ਤੱਕ ਤਾਂ ਚਲਾ ਹੀ ਜਾਣਾ, ਤਾਂ ਹੀ ਉਹ ਇੰਨਾ ਮਹਿੰਗਾ ਸ਼ੇਅਰ ਖਰੀਦ ਰਿਹਾ ਜੀ। ਮੈਂ ਕੀ ਕੀਤਾ, ਮੈਨੂੰ ਪਤਾ ਯਾਰ TCS ਨੇ ਵਧਣਾ ਤਾਂ ਹੈ ਵੀ ਜੇ ਕੰਪਨੀ 4500 ਦਾ ਖਰੀਦ ਰਹੀ ਹੈ ਆਪਦਾ ਸ਼ੇਅਰ ਤਾਂ ਆਬਵੀਅਸ ਸ਼ੇਅਰ ਵਧੂਗਾ। ਪਰ ਮੈਨੂੰ ਇਹ ਨਹੀਂ ਪਤਾ ਵੀ ਉਹ ਅਗਲੇ ਮਹੀਨੇ ਵਧ ਜੂਗਾ ਕਿ 2 ਮਹੀਨੇ ਲੈ ਲੂਗਾ ਵਧਣ 'ਚ ਕਿ 3 ਮਹੀਨੇ ਲਊਗਾ ਵਧਣ 'ਚ। ਕੌਣ ਜੀ ਗੱਲ ਹੈ ਨਾ। ਤਾਂ ਮੈਂ ਕੀ ਕੀਤਾ, ਮੈਂ ਨਾ ਅੱਜ ਇੱਕ ਕੰਟਰੈਕਟ ਕਰ ਲੈਂਦਾ। ਅੱਜ ਹੈਗਾ 3600 ਰੁਪਇਆ ਪ੍ਰਾਈਸ ਮਾਰਕੀਟ ਦਾ, ਤਾਂ ਮੈਂ ਕਹਿੰਦਾ ਯਾਰ ਮੈਂ ਅੱਜ ਤਾਂ ਨਹੀਂ ਖਰੀਦਣਾ, ਖਰੀਦੂੰਗਾ ਤੇਰੇ ਕੋਲੋਂ ਅਗਲੇ ਮਹੀਨੇ, ਕਿਉਂਕਿ ਮੈਨੂੰ ਪਤਾ ਵੀ ਅਗਲੇ ਮਹੀਨੇ ਨਾ 4500 ਦਾ ਹੋ ਜਾਣਾ। ਪਰ ਮੈਂ ਫਾਇਦੇ 'ਚ ਮੈਨੂੰ ਕੀ ਫਾਇਦਾ ਹੋਊਗਾ ਜੇ ਮੈਨੂੰ ਅਗਲੇ ਮਹੀਨੇ ਵੀ ਉਹ 3600 ਰੁਪਏ ਦਾ ਮਿਲ ਜੇ, ਕਿਉਂਕਿ 4500 ਤਾਂ ਪਰ ਹਰ ਪਾਸੋਂ ਮਿਲ ਹੀ ਜਾਣਾ। ਮੈਂ ਅੱਜ ਦੇ ਮਹੀਨੇ ਕੰਟਰੈਕਟ ਕਰ ਰਿਹਾ, ਮੈਨੂੰ ਪਤਾ ਕਿ ਅਗਲੇ ਮਹੀਨੇ ਨੇ 4500 ਦਾ ਹੋ ਜਾਣਾ, ਤੇ ਮੈਂ ਉਹ ਕਰਦਾ 3600 ਰੁਪਏ ਦਾ ਜਾਂ 3700 ਰੁਪਏ ਦਾ ਕੰਟਰੈਕਟ ਬਣਾ ਲੈਣਾ ਵੀ ਅਗਲੇ ਮਹੀਨੇ ਮੈਂ ਤੇਰੇ ਤੋਂ 3700 ਰੁਪਏ ਦੇ ਹਿਸਾਬ ਨਾਲ ਚੱਕ ਲੂੰਗਾ, ਤਾਂ ਵੀ ਠੀਕ ਹੈ। ਕਿਸੇ ਬੰਦੇ ਨੂੰ ਲੱਗਦਾ ਵੀ ਨਹੀਂ ਇੱਕੋ ਮਹੀਨੇ 'ਚ ਤਾਂ 4500 ਨਹੀਂ ਹੁੰਦਾ, 2 ਮਹੀਨੇ ਤਾਂ ਲੈ ਲਊਗਾ 4500 ਹੋਣ 'ਚ, ਤਾਂ ਉਹ ਕੀ ਕਰੂਗਾ, ਉਹ 2 ਮਹੀਨਿਆਂ ਦਾ ਟਾਈਮ ਲੈ ਲਊਗਾ। ਇਹੀ ਹੋਊਗਾ ਨਾ, ਉਹ ਕਹੂਗਾ ਵੀ ਠੀਕ ਹੈ ਜੀ ਆਪਾਂ ਵੀ 3600 ਰੁਪਏ ਦਾ ਚੱਕ ਲਾਂਗੇ ਪਰ 2 ਮਹੀਨਿਆਂ ਬਾਅਦ, ਕਿਉਂਕਿ ਉਹਨੂੰ ਪਤਾ ਕਿ 2 ਮਹੀਨਿਆਂ 'ਚ ਜਿਹੜਾ ਕੰਟਰੈਕਟ ਹੈ ਜੇ TCS ਦਾ 4500 ਹੋ ਜਾਊਗਾ। ਤੀਜਾ ਬੰਦਾ ਕਹਿ ਰਿਹਾ ਵੀ ਨਹੀਂ ਯਾਰ 2 ਮਹੀਨਿਆਂ 'ਚ ਤਾਂ ਨਹੀਂ ਇੰਨਾ ਹੋਣਾ, 3 ਮਹੀਨਿਆਂ 'ਚ ਇੰਨਾ ਕੁ ਹੋ ਜਾਊਗਾ, ਤਾਂ ਉਹ ਕੀ ਕਰੂਗਾ, ਉਹ 3 ਮਹੀਨਿਆਂ ਦਾ ਕੰਟਰੈਕਟ ਬਾਏ ਕਰ ਲਊਗਾ। ਇਹ ਗੱਲ ਕਲੀਅਰ ਹੋਈ? ਹਾਂਜੀ ਸਰ। ਕਿ ਫਿਊਚਰ 'ਚ ਨਾ ਆਪਣੇ ਕੋਲੇ 3 ਟਾਈਮ ਪੀਰੀਅਡ ਹੁੰਦੇ ਆ।
ਆਪਾਂ ਮਹੀਨਾ ਲੈ ਕੇ ਚੱਲ ਸਕਦੇ ਹਾਂ, ਆਪਾਂ 2 ਮਹੀਨੇ ਲੈ ਕੇ ਚੱਲ ਸਕਦੇ ਹਾਂ, ਜਾਂ ਫਿਰ ਆਪਾਂ ਵੱਧ ਤੋਂ ਵੱਧ 3 ਮਹੀਨੇ ਲੈ ਕੇ ਚੱਲ ਸਕਦੇ ਹਾਂ, ਆਪਾਂ ਇਹ ਤੋਂ ਵੱਧ ਨਹੀਂ ਲੈ ਕੇ ਚੱਲ ਸਕਦੇ। ਕਲੀਅਰ ਹੈ? ਹਾਂਜੀ ਸਰ। ਹੁਣ ਸਰ ਇੱਕ ਜਦੋਂ ਆਪਾਂ ਗੱਲ ਕਰਦੇ ਜੀ 1 ਮਹੀਨਾ ਹੈ ਨਾ, ਆਪਾਂ ਇਹਨਾਂ ਐਕਸਪਾਇਰੀ ਆ ਗਈ ਜੀ 1 ਮਹੀਨੇ ਦੀ, ਤਾਂ ਇੱਥੇ ਐਕਸਪਾਇਰੀ ਨੋਟ ਕਰੋ, ਹਮੇਸ਼ਾ ਫਿਊਚਰ ਦੀ ਜਿਹੜੀ ਐਕਸਪਾਇਰੀ ਹੈ ਮਹੀਨੇ ਦੇ ਅਖੀਰਲੇ ਵੀਰਵਾਰ ਹੁੰਦੀ ਹੈ। ਠੀਕ ਹੈ, ਜਿਹੜੇ ਵੀ ਮਹੀਨੇ ਦਾ ਕੰਟਰੈਕਟ ਹੈ ਆਪਾਂ ਕਹਿੰਦੇ ਵੀ ਜੇ 3 ਮਹੀਨੇ ਪਏ ਆ, ਤਾਂ ਜਿਹੜਾ ਤੀਜਾ ਮਹੀਨਾ ਹੋਊਗਾ ਜਿਹੜਾ ਤਾਂ ਅਖੀਰਲਾ ਵੀਰਵਾਰ, ਆਪਾਂ ਇਹ ਨਹੀਂ ਕਹਿੰਦਾ ਵੀ ਮਹੀਨੇ ਦੇ 30 ਤਰੀਕ ਨੂੰ ਜਾਂ 31 ਤਰੀਕ ਨੂੰ ਹੁੰਦੀ ਹੈ। ਆਪਾਂ ਕੀ ਕਰਦੇ ਹਾਂ, ਆਪਾਂ ਜਦੋਂ ਵੀ ਫਿਊਚਰ ਚੱਕਦੇ ਆਪਾਂ ਐਕਸਪਾਇਰੀ ਦੀ ਗੱਲ ਕਰਦੇ ਹਾਂ, ਇਹ 'ਚ ਨਾ ਨੋਟ ਕਰਨ ਵਾਲੀ ਗੱਲ ਹੁੰਦੀ ਹੈ ਵੀ ਸਟਾਕ 'ਚ ਕਦੇ ਕੋਈ ਐਕਸਪਾਇਰੀ ਨਹੀਂ ਹੁੰਦੀ। ਤੁਸੀਂ ਅੱਜ ਕੋਈ ਸਟਾਕ ਖਰੀਦਿਆ, ਉਹਨੂੰ ਭਾਵੇਂ ਤੁਸੀਂ ਸਾਰੀ ਉਮਰ ਲੈ ਕੇ ਰੱਖ ਲਓ, ਕੋਈ ਚੱਕਰ ਨਹੀਂ, ਭਾਵੇਂ ਤੁਸੀਂ ਉਹਨੂੰ 2 ਦਿਨ ਬਾਅਦ ਵੇਚੋ, 10 ਦਿਨ ਬਾਅਦ ਵੇਚੋ, ਪਰ ਆਪਾਂ ਇੱਕ ਕੰਟਰੈਕਟ ਕੀਤਾ ਹੋਇਆ, ਉਹਦੇ 'ਚ ਆਪਾਂ ਆਲਰੇਡੀ ਟਾਈਮ ਲਿਖਿਆ ਹੋਇਆ। ਟਾਈਮ ਕਿੰਨਾ ਲਿਖਿਆ ਹੋਇਆ? 3 ਮਹੀਨਿਆਂ ਦਾ। ਪਰ 3 ਮਹੀਨੇ ਦੀ ਕਿਹੜੀ ਤਰੀਕ ਦੀ ਲਾਸਟ ਹੈ, ਇਹ ਕਾਮਨ ਅੰਡਰਸਟੈਂਡਿੰਗ ਹੈ, ਉੱਥੇ ਕਦੇ ਵੀ ਡੇਟ ਨਹੀਂ ਹੁੰਦੀ। ਜਦੋਂ ਵੀ ਕੋਈ ਬੰਦਾ ਕਹੂਗਾ ਜੀ ਮੇਰਾ 3 ਮਹੀਨੇ ਦਾ ਟਾਈਮ ਹੈ, ਇਹਦਾ ਮਤਲਬ ਜਿਹੜਾ ਵੀ ਤੀਜਾ ਮਹੀਨਾ ਹੋਏਗਾ ਉਹਦਾ ਲਾਸਟ ਜਿਹੜਾ ਵੀਰਵਾਰ ਹੋਊਗਾ, ਭਾਵੇਂ ਉਹ 26 ਤਰੀਕ ਨੂੰ ਬਣ ਜੇ, ਭਾਵੇਂ 27 ਤਰੀਕ ਨੂੰ ਬਣ ਜੇ, ਭਾਵੇਂ 31 ਤਰੀਕ ਨੂੰ ਬਣ ਜੇ, ਜਿਹੜਾ ਵੀ ਲਾਸਟ ਵੀਰਵਾਰ ਹੋਊਗਾ ਉਸ ਦਿਨ ਉਸਦੀ ਐਕਸਪਾਇਰੀ ਹੋ ਜੂਗੀ। ਇੰਥੋਂ ਤੱਕ ਕੋਈ ਡਾਊਟ ਬਈ? ਨਹੀਂ ਸਰ। ਠੀਕ ਹੈ, ਅੱਛਾ ਜੇ ਵੀਰਵਾਰ ਛੁੱਟੀ ਹੋ ਜਾਏ ਫਿਰ ਮਾਰਕੀਟ ਬੰਦ ਹੋ ਗਈ ਹੈ ਨਾ, ਹੁਣ ਮੰਨ ਲਓ ਵੀ ਵੀਰਵਾਰ ਤਾਂ ਛੁੱਟੀ ਹੋ ਗਈ, ਫਿਰ ਐਕਸਪਾਇਰੀ ਕਦੋਂ ਹੋਊਗੀ? ਅਗਲੇ ਵੀਰਵਾਰ। ਨਾ ਜੀ ਨਾ, 1 ਹਫ਼ਤਾ ਨਹੀਂ ਦੇਣ ਲੱਗੇ ਤੁਹਾਨੂੰ, 1 ਦਿਨ ਪਹਿਲਾਂ ਸਰ ਉੱਤੋਂ ਹੋ ਜੂਗੀ। 1 ਦਿਨ ਪਹਿਲਾਂ ਐਕਸਪਾਇਰ ਹੋ ਜਾਂਦੀ ਹੈ। ਜਦੋਂ ਵੀ ਕਦੇ ਐਕਸਚੇਂਜ ਦੇ ਵਿੱਚ ਵੀਰਵਾਰ ਛੁੱਟੀ ਹੁੰਦੀ ਹੈ, ਤਾਂ ਜਿਹੜੇ ਵੀ ਕੰਟਰੈਕਟ ਆਪਾਂ ਕੀਤੇ ਹੁੰਦੇ ਆ ਬੁੱਧਵਾਰ ਨੂੰ ਉਹਨਾਂ ਦੀ ਐਕਸਪਾਇਰੀ ਹੋ ਜਾਂਦੀ ਹੈ। ਠੀਕ ਹੈ, ਤੁਹਾਡਾ ਟਾਈਮ ਘਟਾ ਦੇਣਗੇ, ਕਦੇ ਵੀ ਤੁਹਾਨੂੰ ਟਾਈਮ ਵੱਧ ਨਹੀਂ ਦੇਣਗੇ ਉਹ। ਠੀਕ ਆ ਸਰ। ਇਹ ਯਾਦ ਰੱਖਿਓ ਜੀ ਕਿ ਹਮੇਸ਼ਾ ਵੀਰਵਾਰ ਐਕਸਪਾਇਰ ਹੁੰਦੀ ਹੈ, ਤੇ ਜੇ ਵੀਰਵਾਰ ਛੁੱਟੀ ਹੁੰਦੀ ਹੈ ਤਾਂ ਐਕਸਪਾਇਰੀ ਬੁੱਧਵਾਰ ਹੋ ਜਾਂਦੀ ਹੈ। ਓਕੇ ਸਰ, ਹੁਣ ਥੋੜੀ ਜਿਹੀ ਸਮਝਣ ਵਾਲੀ ਚੀਜ਼ ਹੈ ਜੀ, ਅੰਡਰਲਾਈਨ ਵੈਲਿਊ ਤੇ ਡੈਰੀਵੇਟਿਵ। ਠੀਕ ਹੈ, ਜਦੋਂ ਆਪਾਂ ਕਹਿੰਦੇ ਨਾ, ਮੈਂ ਕਹਿੰਦਾ ਥੋੜੀਆਂ ਟਰਮਾਂ ਕਰਾਂਗੇ ਆਪਾਂ, ਕਿਉਂਕਿ ਟਰਮ ਦੇ ਬੇਸਿਸ ਤੇ ਫਿਰ ਆਪਾਂ ਅੱਗੇ ਜਦੋਂ ਆਪਾਂ ਐਨਐਸਸੀ ਦੀ ਚੇਂਜ ਵੀ ਦੇਖਾਂਗੇ ਨਾ, ਆਪਾਂ ਕਹਿੰਦੇ ਜੇ ਅਸੀਂ ਆਪਸ਼ਨ ਚੇਂਜ ਦੇਖਣੀ ਹੈ, ਆਪਾਂ ਐਨਐਸਸੀ ਦੀ ਸਾਈਟ ਤੇ ਜਾ ਕੇ ਵੀ ਦੇਖਾਂਗੇ, ਤਾਂ ਉੱਥੇ ਉਹਨਾਂ ਨੇ ਤੁਹਾਨੂੰ ਸਟਾਕ ਪ੍ਰਾਈਸ ਜਾਂ ਸਟ੍ਰਾਈਕ ਪ੍ਰਾਈਸ ਨਹੀਂ ਲਿਖਿਆ ਹੋਊਗਾ, ਉੱਥੇ ਲਿਖਿਆ ਹੋਊਗਾ ਅੰਡਰਲਾਈਨ ਵੈਲਿਊ, ਉੱਥੇ ਲਿਖਿਆ ਹੋਊਗਾ ਡੈਰੀਵੇਟਿਵ ਵੈਲਿਊ। ਤਾਂ ਆਪਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਅੰਡਰਲਾਈਨ ਵੈਲਿਊ ਕੀ ਚੀਜ਼ ਹੈ ਤੇ ਡੈਰੀਵੇਟਿਵ ਕੀ ਚੀਜ਼ ਹੈ। ਹੁਣ ਦੇਖੋ ਅੰਡਰਲਾਈਨ ਵੈਲਿਊ ਕੀ ਹੈ, ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ, ਫਿਰ ਆਪਾਂ ਵੈਸੇ ਡਿਸਕਸ ਕਰਾਂਗੇ। ਅੰਡਰਲਾਈਨ ਵੈਲਿਊ ਕੀ ਹੈ? ਇਟਸ ਅ ਵੈਲਿਊ ਆਫ ਐਨੀ ਸਟਾਕ ਔਰ ਇੰਡੈਕਸ ਇਨ ਦਾ ਕੈਸ਼ ਮਾਰਕੀਟ, ਆਲਸੋ ਨੋਨ ਐਜ਼ ਸਪੋਟ ਪ੍ਰਾਈਸ। ਠੀਕ ਹੈ, ਜਿਵੇਂ ਆਪਾਂ TCS ਦੀ ਗੱਲ ਕੀਤੀ ਕਿ TCS 3600 ਰੁਪਏ ਦਾ, ਤਾਂ ਜਿਹੜੀ 3600 ਰੁਪਇਆ ਹੈਗਾ TCS, ਉਹਨੂੰ ਆਪਾਂ ਕੀ ਕਹਿੰਦੇ ਆ? ਅੰਡਰਲਾਈਨ ਵੈਲਿਊ। ਜੇ ਤਾਂ ਆਪਾਂ ਸਟਾਕ ਖਰੀਦਣਾ ਹੋਵੇ ਤਾਂ ਆਪਾਂ ਕਹਿੰਦੇ ਜੀ ਸਟਾਕ ਦਾ ਪ੍ਰਾਈਸ ਹੈ, ਤਾਂ ਉਹੀ ਜਿਹੜਾ ਸਟਾਕ ਦਾ ਪ੍ਰਾਈਸ ਹੁੰਦਾ ਉਹਨੂੰ ਆਪਾਂ ਅੰਡਰਲਾਈਨ ਵੈਲਿਊ ਕਹਿੰਦੇ ਆ। ਹੁਣ ਮੋਸਟ ਆਫ ਦਾ ਟਾਈਮ ਜਿਹੜੇ ਬੰਦੇ ਟ੍ਰੇਡਿੰਗ ਕਰਦੇ ਆ ਉਹ ਬੈਂਕ ਨਿਫਟੀ ਦੇ ਵਿੱਚ ਜਾਂ ਨਿਫਟੀ 'ਚ ਟ੍ਰੇਡਿੰਗ ਕਰਦੇ ਆ, ਹਨਾ, ਆਪਾਂ ਨੂੰ ਇੰਡੈਕਸ ਕਹਿ ਦਿੰਦੇ ਆ। ਹੁਣ ਮੈਨੂੰ ਕੋਈ ਦੱਸ ਸਕਦਾ ਕਿ ਨਿਫਟੀ ਦਾ ਰੇਟ ਕੀ ਚੱਲ ਰਿਹਾ? 16794। ਹਾਂਜੀ, ਤਾਂ ਜਿਹੜਾ 16794 ਹੈ ਇਹ ਆਪਣਾ ਕੀ ਹੈ? ਅੰਡਰਲਾਈਨ ਵੈਲਿਊ ਹੈ ਕਿ ਡੈਰੀਵੇਟਿਵ ਵੈਲਿਊ ਹੈ? ਅੰਡਰਲਾਈਨ ਵੈਲਿਊ। ਠੀਕ ਹੈ, 16794 ਆਪਣੀ ਅੰਡਰਲਾਈਨ ਵੈਲਿਊ ਹੈ। ਹੁਣ ਮੈਂ ਕੀ ਕੀਤਾ, ਮੈਂ ਕੋਈ ਫਿਊਚਰ ਖਰੀਦ ਲਿਆ ਨਿਫਟੀ ਦਾ। ਠੀਕ ਹੈ, ਮੰਨ ਲਓ ਮੈਂ 17000 ਦਾ ਫਿਊਚਰ ਖਰੀਦ ਲਿਆ ਨਿਫਟੀ ਦਾ, ਤੇ ਜਿਹੜਾ ਉਹ 17000 ਦਾ ਫਿਊਚਰ ਹੈ, ਠੀਕ ਹੈ, ਉਹ ਕੀ ਹੈ? ਉਹ ਮੰਨ ਲਓ ਮੈਨੂੰ ਪੈ ਰਿਹਾ, ਉਹ ਮੈਨੂੰ ਕੋਈ 5000 ਦਾ, 10000 ਦਾ, 20000 ਦਾ, ਜਿੰਨੇ ਦਾ ਵੀ ਪੈ ਰਿਹਾ, ਉਹ ਹੈ ਜੀ ਉਹਦੀ ਡੈਰੀਵੇਟਿਵ ਵੈਲਿਊ। ਠੀਕ ਹੈ, ਕਿ ਉਹਦੀ ਆਪਦੀ ਤਾਂ ਕੋਈ ਵੈਲਿਊ ਨਹੀਂ ਸੀ, ਉਹਨੇ ਨਿਫਟੀ ਜਿਹੜੀ 16794 ਤੇ ਚੱਲ ਰਹੀ, ਉੱਥੋਂ ਇੱਕ ਵੈਲਿਊ ਨਿਕਲੀ, ਤਾਂ ਆਪਾਂ ਨੂੰ ਡੈਰੀਵੇਟਿਵ ਵੈਲਿਊ ਕਹਿੰਦੇ ਆ, ਡਰਾਈਵਡ ਵੈਲਿਊ ਕਹਿੰਦੇ ਆ, ਡੈਰੀਵੇਟਿਵ ਜਾਂ ਫਿਰ ਉਹਨੂੰ ਡਰਾਈਵਡ ਵੈਲਿਊ ਕਹਿੰਦੇ ਆ। ਹੁਣ ਇਸੇ ਤਰ੍ਹਾਂ ਦੇਖੋ ਅੱਗੇ ਕੀ ਲਿਖਿਆ ਵੀ ਕੋਈ 1 ਏਕੜ ਦੀ ਫਸਲ ਹੈ, ਠੀਕ ਹੈ, ਉਹ 40000 ਦੀ, ਮੰਨ ਲਓ ਕੋਈ ਕਿੱਲਾ ਝੋਨੇ ਦਾ ਬੀਜ ਲਿਆ, ਆਪਾਂ ਕਿੱਲਾ ਕਣਕ ਦਾ ਬੀਜ ਲਿਆ, ਤਾਂ 40000 ਰੁਪਏ ਦੀ ਫਸਲ ਹੈ। ਹੁਣ ਜਿਹੜਾ 40000 ਰੁਪਏ ਦੀ ਫਸਲ ਹੈ ਉਹ ਕੀ ਹੈ? ਅੰਡਰਲਾਈਨ ਵੈਲਿਊ, ਉਹ ਇੱਕ ਅੰਡਰਲਾਈਨ ਐਸੈਟ ਹੈ ਆਪਣੇ ਕੋਲੇ। ਤੇ ਜਿਹੜਾ ਕੰਟਰੈਕਟ ਦੀ ਵੈਲਿਊ ਬਣਾਈ, ਆਪਾਂ ਕਿਹਾ ਵੀ ਮੈਂ ਇਹ ਤੇਰੀ ਜਿਹੜੀ ਫਸਲ ਹੈ ਉਹ 40500 ਰੁਪਏ ਚ ਫਿਊਚਰ 'ਚ ਜਾ ਕੇ ਖਰੀਦ ਲੂੰਗਾ। ਤੇ ਜਿਹੜਾ 40500 ਰੁਪਏ ਰੇਟ ਕੱਢਿਆ ਆਪਾਂ, ਇਹ ਕਿੱਥੋਂ ਕੱਢਿਆ? ਜਿਹੜਾ ਅੰਡਰਲਾਈਨ ਵੈਲਿਊ ਸੀ, ਜਿਹੜੀ ਆਪਣੀ ਕਿੱਲੇ ਦੀ ਫਸਲ ਖੜੀ ਹੈ ਉੱਥੋਂ ਕੱਢਿਆ ਨਾ ਆਪਾਂ ਇਹ।
ठीक है। तो ਜਿਹੜਾ 40,000 ਕਿੱਲੇ ਦੀ ਫਸਲ ਖੜੀ ਸੀ ਆਪਣਾ ਅੱਜ ਮਾਰਕੀਟ ਪ੍ਰਾਈਸ 40,000 ਰੁਪਇਆ ਹੈ, ਉਹਨੂੰ ਆਪਾਂ ਕਹਿੰਦਾ ਜੀ ਅੰਡਰਲਾਈਨ ਵੈਲਿਊ। ਤੇ ਜਿਹੜਾ ਆਪਾਂ ਇੱਕ ਫਿਊਚਰ ਦਾ ਕੰਟਰੈਕਟ ਬਣਾ ਲਿਆ ਵੀ ਮੈਂ ਕੱਲ ਨੂੰ ਭਾਈ 40,500 ਰੁਪਏ ਦੀ ਜਿਹੜੀ ਚੀਜ਼ ਖਰੀਦੂੰਗਾ, ਉਹ ਕੀ ਹੈ, ਡੈਰੀਵੇਟਿਵ ਵੈਲਿਊ ਜਾਂ ਡਰਾਈਵਡ ਵੈਲਿਊ। ਹੁਣ ਉਸੇ ਤਰ੍ਹਾਂ ਆਪਾਂ ਲੈਂਦੇ ਹਾਂ ਰਿਲਾਇੰਸ ਦੇ ਸ਼ੇਅਰ ਤੇ। ਜਿਹੜਾ ਰਿਲਾਇੰਸ ਦਾ ਸ਼ੇਅਰ ਹੈ ਉਹਦਾ ਸਪੌਟ ਪ੍ਰਾਈਸ, ਯਾਨੀ ਕਿ ਅੱਜ ਜਿਹੜਾ ਜਦੋਂ ਆਪਾਂ ਉਹਨੂੰ ਮਾਰਕੀਟ 'ਚ ਦੇਖ ਰਹੇ ਹਾਂ, ਕੈਸ਼ 'ਚ ਆਪਾਂ ਉਹਨੂੰ ਲੈਣਾ ਉਹ 2400 ਰੁਪਏ ਦਾ। ਤੇ ਮੈਂ ਕੀ ਕਿਹਾ, ਮੈਂ ਕਿਹਾ ਜੀ ਮੈਂ ਫਿਊਚਰ ਦੇ ਵਿੱਚ ਅਗਲੇ ਮਹੀਨੇ ਨਾ ਤੇਰੇ ਤੋਂ 2410 ਰੁਪਏ ਦਾ ਖਰੀਦ ਲੂੰਗਾ। ਤਾਂ 2410 ਰੁਪਏ ਕਿੱਥੋਂ ਨਿਕਲ ਕੇ ਆਈ ਵੈਲਿਊ, ਰਿਲਾਇੰਸ ਦੇ ਸ਼ੇਅਰ ਦੀ ਜਿਹੜੀ ਸਪੋਰਟ ਪ੍ਰਾਈਸ ਹੈ, ਤੇ ਇਧਰ 2410 ਰੁਪਇਆ, ਇਹਨੂੰ ਆਪਾਂ ਡਰਾਈਵਡ ਵੈਲਿਊ ਕਹਿ ਸਕਦੇ ਹਾਂ ਜਾਂ ਆਪਾਂ ਇਹਨੂੰ ਕਹਿ ਸਕਦੇ ਹਾਂ ਸਟ੍ਰਾਈਕ ਪ੍ਰਾਈਸ। ਕਿ ਸਾਡਾ ਸਟ੍ਰਾਈਕ ਪ੍ਰਾਈਸ ਜਾਂ ਜਿਹੜਾ ਅਸੀਂ ਪ੍ਰਾਈਸ ਤੈਅ ਕੀਤਾ ਕਿ ਮੈਂ 2410 ਰੁਪਏ ਦਾ ਖਰੀਦੂੰਗਾ, ਆਪਾਂ ਇਹਨੂੰ 2400 ਰੁਪਏ ਵੀ ਤੈਅ ਕਰ ਸਕਦੇ ਹਾਂ, ਆਪਾਂ ਇਹਨੂੰ 2900 ਰੁਪਏ ਵੀ ਤੈਅ ਕਰ ਸਕਦੇ ਹਾਂ, ਆਪਾਂ ਇਹਨੂੰ 2200 ਰੁਪਏ ਵੀ ਤੈਅ ਕਰ ਸਕਦੇ ਹਾਂ। ਜਿਹੜੀ ਵੈਲਿਊ ਆਪਾਂ ਤੈਅ ਕਰਨੀ ਹੈ ਉਹ ਕੀ ਹੈ, ਸਟ੍ਰਾਈਕ ਵੈਲਿਊ। ਠੀਕ ਹੈ। ਜਿਹੜੀ ਵੈਲਿਊ ਆਪਾਂ ਡਰਾਈਵ ਕਰਨੀ ਹੈ, ਹੁਣ ਕੀ ਤੁਸੀਂ ਰਿਲਾਇੰਸ ਦੇ ਸ਼ੇਅਰ ਦੀ ਵੈਲਿਊ ਤੈਅ ਕਰ ਸਕਦੇ ਹੋ ਤੇ ਕੱਲ ਨੂੰ ਰਿਲਾਇੰਸ ਦਾ ਸ਼ੇਅਰ ਜਿਹੜਾ 2500 ਰੁਪਏ ਦਾ ਹੋਊਗਾ, ਕਰ ਸਕਦੇ ਹੋ ਕਿ ਨਹੀਂ ਕਰ ਸਕਦੇ? ਬਿਲਕੁਲ ਸਰ। ਕਿਵੇਂ ਕਰੋਗੇ ਜੀ? ਸਰ ਉਹਦੀ ਅੰਡਰਲਾਈਨ ਵੈਲਿਊ ਨੂੰ ਫਿਰ ਆਪਾਂ ਕਰਕੇ ਜਿਹੜਾ ਜਿਸੋ ਕਵਾਂਗੇ ਉਹ ਡਰਾਈਵ ਵੈਲਿਊ ਹੋਊਗੀ। ਨਹੀਂ, ਜੇ ਮੈਂ ਕਹਾਂ ਵੀ ਕੱਲ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਾਂ ਰਿਲਾਇੰਸ ਦੀ ਵੈਲਿਊ ਤੈਅ ਕਰ ਸਕਦੇ, ਆਪਾਂ ਰਿਲਾਇੰਸ ਦੇ ਸਟਾਕ ਦੀ ਵੈਲਿਊ ਤੈਅ ਕਰ ਸਕਦੇ ਵੀ ਕੱਲ ਨੂੰ ਮਾਰਕੀਟ 'ਚ ਇੰਨੇ ਦਾ ਮਿਲਣਾ ਚਾਹੀਦਾ। ਨਹੀਂ ਸਰ, ਨਹੀਂ ਸਰ, ਉਹ ਤਾਂ ਨਹੀਂ। ਜਿਹੜੀ ਚੀਜ਼ ਆਪਣੇ ਹੱਥ ਦੇ ਵਿੱਚ ਨਹੀਂ ਹੈ, ਠੀਕ ਹੈ, ਉਹ ਹੈ ਅੰਡਰਲਾਈਨ ਵੈਲਿਊ, ਉਹ ਹੈ ਸਪੋਰਟ ਪ੍ਰਾਈਸ, ਉਹ ਆਪਣੇ ਹੱਥ 'ਚ ਨਹੀਂ ਹੁੰਦਾ। ਕੱਲ ਨੂੰ TCS ਦਾ ਪ੍ਰਾਈਸ ਸ਼ੇਅਰ ਮਾਰਕੀਟ 'ਚ ਕਿੰਨਾ ਵਧਣਾ ਕਿੰਨਾ ਘਟਣਾ ਇਹ ਆਪਣੇ ਹੱਥ 'ਚ ਨਹੀਂ ਹੈ, ਪਰ ਮੈਂ ਉਹਨੂੰ ਕਿੰਨੇ ਦਾ ਖਰੀਦਣਾ ਇਹ ਤਾਂ ਮੇਰੇ ਹੱਥ 'ਚ ਹੈ ਕਿ ਨਹੀਂ ਹੈ। ਹਾਂਜੀ ਸਰ, ਠੀਕ ਹੈ ਨਾ। ਮੈਂ ਉਹਨੂੰ ਕਿੰਨੇ ਦੇ ਸੈਲ ਕਰਨਾ ਇਹ ਤਾਂ ਮੇਰੇ ਹੱਥ 'ਚ ਹੈ ਕਿ ਨਹੀਂ ਹੈ। ਹਾਂਜੀ ਸਰ। ਠੀਕ ਹੈ। ਤਾਂ ਉਹ ਚੀਜ਼ ਹੈ, ਉਹਨੂੰ ਆਪਾਂ ਸਟ੍ਰਾਈਕ ਪ੍ਰਾਈਸ ਕਹਿੰਦੇ ਆ। ਵੀ ਜੇ ਮੈਂ ਅੱਜ ਜਿੰਨਾ ਮਰਜ਼ੀ ਕੋਈ ਵੀ ਰੇਟ ਚੱਲ ਰਿਹਾ, ਮੈਂ ਕਿਸੇ ਨਾਲ ਕੋਈ ਵੀ ਕੰਟਰੈਕਟ ਕਰ ਸਕਦਾ ਵੀ ਮੈਂ ਭਾਈ ਤੈਨੂੰ ਇਸ ਚੀਜ਼ ਦਾ, ਠੀਕ ਹੈ, ਅਗਲੇ ਮਹੀਨੇ 2400 ਰੁਪਏ ਦੇ ਹਿਸਾਬ ਨਾਲ ਖਰੀਦ ਲੂੰਗਾ, ਜਾਂ ਮੈਂ ਕਹਿੰਦਾ ਮੈਂ ਤਾਂ ਯਾਰ 2200 ਰੁਪਏ ਦੇ ਹਿਸਾਬ ਨਾਲ ਹੀ ਖਰੀਦਣੀ ਹੈ ਪਰ ਖਰੀਦੂੰਗਾ ਵੀ ਅਗਲੇ ਮਹੀਨੇ। ਮੈਨੂੰ ਕਹਿ ਸਕਦਾ ਯਾਰ ਮੈਂ ਤਾਂ 3000 ਰੁਪਏ ਦੀ ਵੀ ਖਰੀਦ ਲੂੰਗਾ, ਉਹ ਮੇਰੀ ਮਰਜ਼ੀ ਹੈ। ਤਾਂ ਆਪਾਂ ਉਹਨੂੰ ਕਹਿੰਦੇ ਆ ਸਟ੍ਰਾਈਕ ਪ੍ਰਾਈਸ। ਜਿੱਥੇ ਆਪਾਂ ਆਪਣੀ ਮਰਜ਼ੀ ਚਲਾਉਂਦੇ ਆ ਉਹ ਸਟ੍ਰਾਈਕ ਪ੍ਰਾਈਸ ਹੈ। ਜਿੱਥੇ ਐਕਸਚੇਂਜ ਦੀ ਮਰਜ਼ੀ ਚੱਲਦੀ ਹੈ ਨਾ, ਉਹਦਾ ਐਕਸਚੇਂਜ ਦਾ ਵੈਲਿਊ ਕੱਟ ਰਿਹਾ ਨਾ, 2400 2500 2453 ਰੁਪਏ ਹੋ ਗਿਆ, 2452 ਰੁਪਏ ਹੋ ਗਿਆ, ਉਹ ਆਪਣੇ ਹੱਥ 'ਚ ਥੋੜੀ ਹੈ, ਉਹ ਹੈ ਸਪੌਟ ਪ੍ਰਾਈਸ। ਕਲੀਅਰ? ਹਾਂਜੀ ਸਰ। ਓਕੇ ਜੀ। ਹੁਣ ਸਰ ਆਪਾਂ ਗੱਲ ਕਰਦੇ ਹਾਂ ਐਗਜ਼ੈਕਟ ਆਪਣੀ ਟ੍ਰੇਡਿੰਗ ਦੇ ਉੱਪਰ। ਆਪਾਂ ਕੀ ਕੀਤਾ ਜੀ, ਇੱਥੇ ਆਪਾਂ ਰਿਲਾਇੰਸ ਦਾ ਇੱਕ, ਮੈਂ ਤੁਹਾਨੂੰ ਥੋੜਾ ਨਜ਼ਰ ਆ ਰਿਹਾ ਨਹੀਂ ਤਾਂ ਮੈਨੂੰ ਨਾ ਥੋੜਾ ਮੈਨੂੰ ਉਹ ਕਰਨਾ, ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਅਲੱਗ-ਅਲੱਗ ਚੀਜ਼ਾਂ। ਓਕੇ ਸਰ। ਹੁਣ ਦੇਖੋ ਜੀ, ਮੈਂ ਨਾ ਇੱਕ ਕੀ ਕੀਤਾ, ਇਹ ਆਪਾਂ NSE ਦੀ ਸਾਈਟ ਤੇ ਇੱਕ ਸਕਰੀਨਸ਼ਾਟ ਲਿਆ ਸੀਗਾ। ਦੇਖੋ ਉੱਪਰ ਦੇਖੋ, ਰਿਲਾਇੰਸ ਇੰਡਸਟਰੀਜ਼ ਲਿਮਟਿਡ। ਇੱਕ ਤਾਂ ਆਪਾਂ ਇਕੁਇਟੀ, ਠੀਕ ਹੈ, ਆਪਾਂ ਇਕੁਇਟੀ ਨਹੀਂ ਕਰ ਰਹੇ, ਆਪਾਂ ਤਾਂ ਡੈਰੀਵੇਟਿਵਸ ਕਰ ਰਹੇ ਹਾਂ। ਠੀਕ ਹੈ। ਤਾਂ ਡੈਰੀਵੇਟਿਵ ਦੇ ਵਿੱਚ ਦੇਖੋ ਸਿੰਬਲ ਕੀ ਹੈ, ਰਿਲਾਇੰਸ। ਅੰਡਰਲਾਈਨ ਵੈਲਿਊ, ਅੰਡਰਲਾਈਨ ਵੈਲਿਊ ਦਾ ਮਤਲਬ ਹੁਣ ਦੱਸੋ ਮੈਨੂੰ ਕੀ ਹੈ? ਸਪੌਟ ਪ੍ਰਾਈਸ, ਜਿਹੜੀ ਮਾਰਕੀਟ ਵੈਲਿਊ। ਸਪੌਟ ਪ੍ਰਾਈਸ ਜਿਹੜਾ, ਬਿਲਕੁਲ, ਜਿਹੜਾ ਮਾਰਕੀਟ ਪ੍ਰਾਈਸ ਕੇ ਰਾਈਟ ਨਾਓ ਜਿਹੜਾ ਮਾਰਕੀਟ ਪ੍ਰਾਈਸ ਚੱਲ ਰਿਹਾ ਉਹ ਹੈਗਾ ਜੀ 2399 ਰੁਪਏ 75 ਪੈਸੇ ਚੱਲ ਰਿਹਾ। ਠੀਕ ਹੈ। ਨੈਕਸਟ ਲਿਖਿਆ ਹੈ ਸਰ ਵੋਲਿਊਮ ਫੀਸ ਕੁਆਂਟੀਟੀ। ਇਹ ਕੀ ਚੀਜ਼ ਹੈ? ਇਹਦਾ ਮਤਲਬ ਹੈ ਕਿ ਕੋਈ ਬੰਦਾ ਵੱਧ ਤੋਂ ਵੱਧ 10,000 ਤੇ 1 ਲੋਟ ਖਰੀਦ ਸਕਦਾ ਰਿਲਾਇੰਸ ਦੇ, ਇਦੋਂ ਵੱਧ ਨਹੀਂ ਖਰੀਦ ਸਕਦਾ ਫਿਊਚਰ 'ਚ। ਜਦੋਂ ਆਪਾਂ ਸਟਾਕ ਦੀ ਗੱਲ ਕਰਦੇ ਹਾਂ, ਸਟਾਕ ਤੁਸੀਂ ਅਨਲਿਮਿਟਿਡ ਖਰੀਦ ਸਕਦੇ ਹੋ। ਤੁਸੀਂ 40,000 ਸਟਾਕ ਖਰੀਦ ਲਓ, 2 ਲੱਖ ਸਟਾਕ ਖਰੀਦ ਲਓ, 20 ਲੱਖ ਸਟਾਕ ਖਰੀਦ ਲਓ, ਤੁਹਾਡੇ ਕੋਲ ਪੈਸਾ। ਪਰ ਜਦੋਂ ਆਪਾਂ ਫਿਊਚਰ ਦੀ ਗੱਲ ਕਰਦੇ ਹਾਂ ਤਾਂ ਆਪਾਂ ਕਾਮਨ ਜੀ ਗੱਲ ਹੈ, ਆਪਾਂ ਇਹ ਕਹਿੰਦੇ ਆ ਕਿ ਜੀ ਇੱਕ ਨਾ ਵੋਲਿਊਮ ਫ੍ਰੀਜ਼ ਕੁਆਂਟੀਟੀ ਕਿਹੜੀ ਹੁੰਦੀ ਹੈ ਕਿ ਤੁਸੀਂ ਵੱਧ ਤੋਂ ਵੱਧ 10 ਲੋਟ ਖਰੀਦ ਸਕਦੇ ਹੋ ਜੀ, ਤੁਸੀਂ ਵੱਧ ਤੋਂ ਵੱਧ 20 ਲੋਟ ਖਰੀਦ ਸਕਦੇ ਹੋ। ਤਾਂ ਰਿਲਾਇੰਸ ਦਾ ਕੋਈ ਇੱਕ ਬੰਦਾ ਵੱਧ ਤੋਂ ਵੱਧ 10,000 ਤੇ 1 ਲੋਟ ਖਰੀਦ ਸਕਦਾ, ਇਸ ਤੋਂ ਵੱਧ ਉਹ ਖਰੀਦ ਨਹੀਂ ਸਕਦਾ। ਪਰ ਗੱਲ ਇਹ ਵੀ 10,000 ਲੋਟ ਖਰੀਦਣ ਦਾ ਵੀ ਬਹੁਤ ਵੱਡਾ ਵੈਲਿਊ ਬਣ ਜਾਣੀ ਹੈ, ਕਿਉਂਕਿ 1 ਲੋਟ ਦੇ ਵਿੱਚ ਫਿਰ ਅੱਗੇ ਬਹੁਤ ਸਾਰੇ ਸ਼ੇਅਰ ਹੁੰਦੇ ਆ। ਠੀਕ, ਇੰਨੀ ਗੱਲ ਤਾਂ ਸਮਝ ਆਈ ਨਾ। ਆਪਾਂ ਕਹਿੰਦੇ ਨਾ ਕਿ ਇੱਥੇ ਸਟਾਕ ਪ੍ਰਾਈਸ ਜਾਂ ਕੁਝ ਨਹੀਂ ਲਿਖਣਗੇ, ਉਹ ਲਿਖਣਗੇ ਅੰਡਰਲਾਈਨ ਵੈਲਿਊ, ਯਾਨੀ ਕਿ ਅੱਜ ਦੇ ਰੇਟ 'ਚ ਰਿਲਾਇੰਸ 2399 ਰੁਪਏ 75 ਪੈਸੇ ਦਾ ਮਿਲ ਰਿਹਾ। ਹੁਣ ਆਪਾਂ ਸਰ ਨੀਚੇ ਗਏ ਜੀ, ਨੀਚੇ ਆਪਾਂ ਦੇਖਿਆ ਕਿ ਫਿਲਟਰ ਬਾय ਸਟਾਕ ਫਿਊਚਰਸ। ਆਪਾਂ ਤਾਂ ਸਟਾਕ ਨਹੀਂ ਨਾ ਖਰੀਦਣਾ, ਆਪਾਂ ਤਾਂ ਸਟਾਕ ਦਾ ਫਿਊਚਰ ਖਰੀਦਣਾ। ਠੀਕ ਹੈ। ਫਿਰ ਆਪਾਂ ਕੀ ਦੇਖਿਆ, ਐਕਸਪਾਇਰੀ ਡੇਟ। ਠੀਕ ਹੈ, ਕਿ ਆਪਾਂ ਨੂੰ ਕਿਹੜੀ ਐਕਸਪਾਇਰੀ ਦੀ ਵੈਲਿਊ ਚਾਹੀਦੀ ਹੈ। ਫਿਰ
ਆਪਾਂ ਇੱਥੇ ਆ ਗਏ, ਆਪਣੇ ਕੋਲ ਤਿੰਨ ਆਪਸ਼ਨ ਹੈ ਸਰ ਸਟਾਕ ਫਿਊਚਰ। ਇੱਕ ਤਾਂ ਆਪਣੇ ਕੋਲ ਅਵੇਲੇਬਲ ਸੀਗਾ ਜੀ 24 ਫਰਵਰੀ, ਹੁਣ ਇਹ ਪੀਪੀਟੀ ਪੁਰਾਣੀ ਬਣੀ ਹੋਈ ਹੈ, 24 ਫਰਵਰੀ ਤੇ ਲੰਘ ਗਈ, ਕਿ ਇੱਕ ਤਾਂ 24 ਫਰਵਰੀ ਨੂੰ ਐਕਸਪਾਇਰ ਹੋਣ ਵਾਲਾ ਸੀਗਾ, ਇੱਕ ਹਜੇ 31 ਮਾਰਚ ਨੂੰ ਐਕਸਪਾਇਰ ਹੋਣਾ, ਇੱਕ 28 ਅਪ੍ਰੈਲ ਨੂੰ ਐਕਸਪਾਇਰ ਹੋਣਾ। ਤੇ ਜੇ ਤੁਸੀਂ ਤਿੰਨੋਂ ਡੇਟਸ ਦੇਖੋਗੇ, ਤਿੰਨੋਂ ਡੇਟਸ ਤੇ ਕਿਹੜਾ ਦਿਨ ਬਣੂਗਾ ਦੱਸ ਸਕਦੇ ਹੋ ਮੈਨੂੰ? ਥਰਸਡੇ ਲਾਸਟ ਡੇ, ਵੀਰਵਾਰ, ਮਹੀਨੇ ਦਾ ਅਖੀਰਲਾ ਵੀਰਵਾਰ। ਭਾਵੇਂ ਤੁਸੀਂ ਚੈੱਕ ਕਰਕੇ ਵੀ ਦੇਖ ਲਿਓ, ਜੋ ਫਰਵਰੀ ਦਾ ਅਖੀਰਲਾ ਵੀਰਵਾਰ 24 ਤਰੀਕ ਨੂੰ ਸੀ, ਮਾਰਚ ਮਹੀਨੇ ਦਾ ਅਖੀਰਲਾ ਵੀਰਵਾਰ ਹਜੇ 31 ਤਰੀਕ ਨੂੰ ਆਉਣਾ ਹੈ, ਤੇ ਅਪ੍ਰੈਲ ਮਹੀਨੇ ਦਾ ਅਖੀਰਲਾ ਵੀਰਵਾਰ 28 ਤਰੀਕ ਨੂੰ ਆਉਣਾ ਹੈ। ਠੀਕ ਹੈ, ਤਾਂ ਆਪਾਂ ਦੇਖਿਆ ਕਿ ਜਿਹੜਾ ਫਿਊਚਰ ਪ੍ਰਾਈਸ ਚੱਲ ਰਿਹਾ, ਹੁਣ ਅੰਡਰਲਾਈਨ ਵੈਲਿਊ ਕਿੰਨੀ ਚੱਲ ਰਹੀ ਹੈ? 2399 ਰੁਪਏ। ਤੇ ਜਿਹੜਾ ਆਪਣਾ ਸਟਾਕ ਦਾ ਪ੍ਰਾਈਸ ਚੱਲ ਰਿਹਾ ਫਿਊਚਰ ਦੇ ਵਿੱਚ, ਉਹ ਆ ਕਲੋਜ਼ ਪ੍ਰਾਈਸ, ਆ ਤੁਹਾਨੂੰ ਪਤਾ ਹੀ, ਓਪਨ ਹਾਈ ਲੋ ਕਲੋਜ਼, ਇਹ ਤਾਂ ਸਭ ਨੂੰ ਪਤਾ ਨਾ ਜੀ। ਠੀਕ ਹੈ, ਤਾਂ ਆਪਾਂ ਦੇਖਿਆ ਜਿਹੜਾ ਲਾਸਟ ਟ੍ਰੇਡਡ ਪ੍ਰਾਈਸ ਦੇਖੋ ਚੱਲ ਰਿਹਾ ਫਿਊਚਰ 'ਚ, ਜੇ ਤੁਸੀਂ ਇਹਨੂੰ ਖਰੀਦਣਾ ਤਾਂ 2386 ਰੁਪਏ 50 ਪੈਸੇ। ਮਾਰਕੀਟ 'ਚ ਵੈਲਿਊ ਕਿੰਨੀ ਚੱਲ ਰਹੀ ਹੈ ਜੀ? 2399 ਰੁਪਏ। ਤਾਂ ਮੈਂ ਕਿਹਾ ਸੀਗਾ ਜਿਹੜਾ ਫਿਊਚਰ ਦਾ ਪ੍ਰਾਈਸ ਹੈ, ਠੀਕ ਹੈ, ਉਹ ਘੱਟ ਵੀ ਹੋ ਸਕਦਾ ਹੈ, ਵੱਧ ਵੀ ਹੋ ਸਕਦਾ ਹੈ। ਤਾਂ ਇੱਕ ਹੈਗਾ 2386 ਰੁਪਏ 50 ਪੈਸੇ, ਇੱਕ ਹੈਗਾ 2394 ਰੁਪਏ, ਤੇ ਜਿਹੜਾ ਸਭ ਤੋਂ ਦੂਰ ਦੀ ਐਕਸਪਾਇਰੀ ਹੈ ਉਹਦਾ ਹੈਗਾ ਜੀ 2406 ਰੁਪਏ। ਆਲਮੋਸਟ ਸੇਮ ਨੇੜੇ ਪ੍ਰਾਈਸ ਰਹਿੰਦੇ ਆ, ਕਿਉਂਕਿ ਹੁਣ ਆਪਾਂ ਨੂੰ ਪਤਾ ਵੀ 28 ਅਪ੍ਰੈਲ ਨੂੰ ਆਪਾਂ ਇਹਨੂੰ ਜਾ ਕੇ ਆਪਣਾ ਮੈਚੁਰ ਹੋਣਾ ਕੰਟਰੈਕਟ। ਅੱਜ ਹਜੇ ਫਰਵਰੀ ਚੱਲ ਰਹੀ ਹੈ, 28 ਅਪ੍ਰੈਲ ਤੱਕ ਕੀ ਸਟਾਕ 2400 ਦੇ ਉੱਪਰ ਨਹੀਂ ਜਾਊਗਾ? ਇੰਨੀ ਹੈ 20-25 ਰੁਪਏ ਦਾ ਸਟਾਕ ਵਧ ਹੀ ਸਕਦਾ, ਕੋਈ ਵੱਡੀ ਗੱਲ ਨਹੀਂ। ਤਾਂ ਨੇੜੇ ਪ੍ਰਾਈਸ ਹੁੰਦਾ, ਤਾਂ ਤੁਸੀਂ ਜਿਹੜਾ ਵੀ ਸਟਾਕ ਖਰੀਦਣਾ ਚਾਹੁੰਦੇ ਹੋ ਉਹ ਖਰੀਦ ਸਕਦੇ ਹੋ, ਜਿਹੜਾ ਵੀ ਫਿਊਚਰ ਖਰੀਦਣਾ ਚਾਹੁੰਦੇ ਹੋ ਉਹ ਖਰੀਦ ਸਕਦੇ ਹੋ ਇੱਥੋਂ। ਆਪਾਂ ਐਨਐਸਸੀ ਦੀ ਸਾਈਟ ਤੇ ਜਾ ਕੇ ਦੇਖਿਆ, ਇਹ ਸਾਰਾ ਉਹਦਾ ਵੋਲਿਊਮ ਆ ਗਿਆ ਜੀ, ਇੰਨੇ ਕੰਟਰੈਕਟ ਲੋਕਾਂ ਨੇ ਖਰੀਦੇ ਹੋਏ ਆ, ਆਹ ਉਹਦਾ ਵੈਲਿਊ ਆ ਗਈ। ਕਿ ਜੇ ਤੁਸੀਂ ਆਹ ਵਾਲਾ ਸਟਾਕ ਖਰੀਦੋਗੇ 24 ਫਰਵਰੀ ਵਾਲਾ, ਤਾਂ ਉਹ ਅਸਲ ਦੇ ਵਿੱਚ ਕਿੰਨਾ ਬਣ ਰਿਹਾ ਹੈਗਾ? 2,99,000 ਰੁਪਏ ਦਾ ਬਣ ਰਿਹਾ। ਠੀਕ ਹੈ, ਜੇ ਤੁਸੀਂ ਮਾਰਚ ਮਹੀਨੇ ਵਾਲਾ ਕੰਟਰੈਕਟ ਖਰੀਦਦੇ ਹੋ, ਜਿੰਨੇ ਵੀ ਉਹਦੇ ਵਿੱਚ ਸ਼ੇਅਰ ਹੈਗੇ ਆ, ਉਹ ਲਾਸਟ ਜਿਹੜਾ ਪ੍ਰਾਈਸ ਉਹਦਾ ਇੰਨਾ, ਉਸ ਹਿਸਾਬ ਨਾਲ ਉਹਦੀ ਵੈਲਿਊ ਬਣ ਰਹੀ ਹੈ 2,62,000, ਤੇ ਇਹਦੀ ਬਣ ਰਹੀ ਹੈਗੀ ਹੈ ਜੀ 3,398। ਨਹੀਂ, ਇਹ ਗਲਤ ਹੈ, ਇਹ ਥੋੜਾ ਜਿਹਾ ਇੱਥੇ ਚੇਂਜ ਹੋਊਗਾ। ਠੀਕ ਹੈ, ਓਕੇ। ਹੁਣ ਆਪਾਂ ਦੇਖਿਆ ਕਿ ਕਿੰਨੇ ਪੈਸੇ ਲੱਗਦੇ ਆ। ਆਪਾਂ ਐਨਐਸਸੀ ਦੀ ਸਾਈਟ ਤੋਂ ਦੇਖ ਲਿਆ, ਪਰ ਉੱਥੇ ਆਪਾਂ ਨੂੰ ਇਹ ਨਹੀਂ ਦੱਸ ਦੇਣਾ ਕਿ ਆਪਣਾ ਬ੍ਰੋਕਰ ਕਿੰਨੇ ਪੈਸੇ ਲੈਂਦਾ ਹੈ। ਹੁਣ ਇੱਕ ਚੀਜ਼ ਦੇਖੋ, ਆਪਾਂ ਦੇਖਿਆ ਸਰ ਨੀਅਰ ਮੰਥ, ਜਦੋਂ ਆਪਾਂ ਸਕਰੀਨਸ਼ਾਟ ਆਪਾਂ ਲਏ, ਮੈਂ ਜ਼ਰੋਤਾ ਤੇ ਗਿਆ, ਜ਼ਰੋਤਾ ਤੇ ਆਪਾਂ ਦੇਖਿਆ ਵੀ ਜੇ ਮੈਂ ਫਿਊਚਰ ਖਰੀਦਣਾ ਹੋਵੇ ਤਾਂ ਮੈਨੂੰ ਕਿੰਨੇ ਦਾ ਪੈ ਰਿਹਾ। ਤਾਂ ਆਪਾਂ ਦੇਖਿਆ ਕਿ ਆ ਦੇਖੋ, ਆ ਕੁਆਂਟੀਟੀ ਦਾ ਮਤਲਬ ਕਿ ਤੁਹਾਨੂੰ ਘੱਟੋ ਘੱਟ 250 ਸ਼ੇਅਰ ਖਰੀਦਣੇ ਪੈਣੇ ਆ, ਜਿਹਨੂੰ ਆਪਾਂ ਲੋਟ ਸਾਈਜ਼ ਕਹਿੰਦੇ ਆ। ਕਿ ਰਿਲਾਇੰਸ ਦੇ ਇੱਕ ਲੋਟ ਦੇ ਵਿੱਚ ਕਿੰਨੇ ਸ਼ੇਅਰ ਹੈ? 250। ਠੀਕ ਹੈ, ਪ੍ਰਾਈਸ ਕੀ ਚੱਲ ਰਿਹਾ ਸੀ? 2386 ਰੁਪਏ 50 ਪੈਸੇ। ਤਾਂ ਆਪਾਂ ਦੇਖਿਆ ਕਿ ਮੈਨੂੰ ਕਿੰਨੇ ਰੁਪਏ ਪੇ ਕਰਨੇ ਪੈਣੇ ਆ। ਮਾਰਜਿਨ ਰਿਕੁਆਇਰਡ ਕਿੰਨਾ ਹੈਗਾ? 1,33,000 ਰੁਪਏ। ਠੀਕ ਹੈ, 1,33,000 ਰੁਪਏ ਮੈਨੂੰ ਪੇ ਕਰਨਾ ਪੈਣਾ ਇਹ ਫਿਊਚਰ ਖਰੀਦਣ ਦੇ ਲਈ। ਫਿਰ ਆਪਾਂ ਮਿਡ ਮੰਥ ਦੀ ਗੱਲ ਕੀਤੀ, ਅਗੇਨ ਕੁਆਂਟੀਟੀ ਕਿੰਨੀ ਹੈ? 250, ਕਿਉਂਕਿ ਆਪਾਂ ਇੱਕ ਲੋਟ ਖਰੀਦ ਰਹੇ ਹਾਂ। ਤਾਂ ਉਹਦੇ ਲਈ ਮੈਨੂੰ ਕਿੰਨਾ ਪੈਸਾ ਦੇਣਾ ਪੈਣਾ? 1,34,000 ਰੁਪਏ ਦੇਣਾ ਪੈਣਾ। ਕਿ ਆਪਾਂ ਨੂੰ ਮਾਰਜਿਨ ਤੇ ਮਿਲ ਰਿਹਾ ਅਸਲ ਦੇ ਵਿੱਚ। ਜੇ ਆਪਾਂ ਸਟਾਰਟਿੰਗ 'ਚ ਗੱਲ ਕੀਤੀ ਸੀ ਕਿ 5 ਗੁਣਾ ਮਾਰਜਿਨ, ਜੇ ਆਪਾਂ ਵੈਲਿਊ ਕੱਢੀਏ, ਤੁਸੀਂ ਵੈਲਿਊ ਕੱਢ ਕੇ ਦੇਖ ਲਓ 2394 ਰੁਪਏ ਇੰਟੂ 250 ਕਰਕੇ ਦੇਖੋ, ਆਪਾਂ ਦੇਖਾਂਗੇ ਅੱਗੇ ਜਾ ਕੇ। ਤਾਂ ਆਪਾਂ ਨੂੰ ਜਿਹੜਾ ਆਪਾਂ 1,34,000 ਰੁਪਏ ਦੇ ਰਹੇ ਹਾਂ, ਅਸਲ 'ਚ 6-7 ਲੱਖ ਰੁਪਏ ਦੀ ਚੀਜ਼ ਹੈ ਜਿਹੜੀ ਆਪਾਂ ਚੱਕ ਰਹੇ ਹਾਂ। ਆਪਾਂ ਉਹਦੇ ਲਈ ਪੈਸੇ ਕਿੰਨੇ ਦੇ ਰਹੇ ਹਾਂ? ਕਿਉਂਕਿ 5 ਗੁਣਾ ਮਾਰਜਿਨ ਮਿਲਣਾ ਆਪਾਂ ਨੂੰ, ਤਾਂ ਆਪਾਂ 1,34,000 ਰੁਪਏ ਦੇ ਕੇ 6 ਜਾਂ 7 ਲੱਖ ਰੁਪਏ ਦੀ ਚੀਜ਼ ਚੱਕ ਰਹੇ ਹਾਂ। ਕਲੀਅਰ? ਤੇ ਆਪਾਂ ਜਦੋਂ ਆਪਾਂ ਗੱਲ ਕੀਤੀ ਕਿ ਫਾਰ ਮੰਥ, ਆਪਣੇ ਕੋਲ ਤਿੰਨ ਆਪਸ਼ਨ ਆਏ ਸੀ, ਨੀਅਰ ਮੰਥ, ਮਿਡ ਮੰਥ ਤੇ ਫਾਰ ਮੰਥ। ਅਗੇਨ ਉਹਦਾ ਫਾਰ ਮੰਥ ਵਾਲੇ ਦਾ ਪ੍ਰਾਈਸ ਕਿੰਨਾ ਚੱਲ ਰਿਹਾ ਸੀ? 2406 ਰੁਪਏ। ਤਾਂ ਆਪਾਂ ਦੇਖਿਆ ਫਾਰ ਮੰਥ ਦੇ ਵਿੱਚ ਜਾ ਕੇ ਆਪਾਂ 1,34,000 ਰੁਪਇਆ ਤੇ 521 ਰੁਪਏ ਦੇ ਰਹੇ। ਹੁਣ ਇਹਨੂੰ ਆਪਾਂ ਸਿੰਪਲੀ ਦੇਖ ਲੈਂਦੇ ਹਾਂ ਜੀ। ਓਕੇ ਸਰ, ਪਹਿਲਾ ਸੀਗਾ ਸਰ ਆਪਣੇ ਕੋਲ 2386 ਰੁਪਏ ਜੀ, 250 ਸ਼ੇਅਰ ਆਪਾਂ ਖਰੀਦਣਾ, ਯਾਨੀ ਕਿ ਆਪਾਂ ਇੱਕ ਲੋਟ ਖਰੀਦਣਾ। ਔਰ ਟੋਟਲ ਕੰਟਰੈਕਟ ਦੀ ਵੈਲਿਊ ਕਿੰਨੀ ਬਣ ਰਹੀ ਸੀਗੀ? 5,96,625। ਪਰ ਆਪਾਂ ਦੇਣਾ ਕਿੰਨਾ ਸੀਗਾ? 1,33,526 ਰੁਪਏ ਦੇ ਕੇ ਆਪਾਂ 5,96,000 ਦੀ ਚੀਜ਼ ਚੱਕ ਲੈਣੀ ਸੀ, ਯਾਨੀ ਕਿ ਆਪਾਂ 22.38% ਦਿੱਤਾ ਉਹਦਾ ਟੋਟਲ ਵੈਲਿਊ ਦਾ
22% ਦਿੱਤਾ, ਯਾਨੀ ਕਿ ਆਲਮੋਸਟ ਆਪਾਂ 5 ਗੁਣਾ ਕਹਿ ਦਿੰਦੇ ਇਹਨੂੰ। ਜਿਹੜਾ ਦੂਜਾ ਕੰਟਰੈਕਟ ਸੀਗਾ ਮਿਡ ਮੰਥ ਦਾ 2394 ਰੁਪਏ ਦਾ ਸੀਗਾ, ਆਪਾਂ ਕੀ ਕੀਤਾ 250 ਨੂੰ ਉਹਦਾ ਲੋਟ ਸੀਗਾ, ਇੱਕ ਸਲੋਟ, ਉਹਦੀ ਵੈਲਿਊ ਬਣਦੀ ਸੀ 5,98,000 ਰੁਪਏ 575, ਆਪਾਂ ਉਹਦੇ ਲਈ 1,34,000 ਰੁਪਏ ਦਿੱਤਾ, ਅਗੇਨ 22.39%। ਤੇ ਜਿਹੜਾ ਲਾਸਟ ਵਾਲਾ ਸੀਗਾ 2406 ਰੁਪਏ ਦੀ ਵੈਲਿਊ ਵਾਲਾ, ਉਹਦੀ ਵੈਲਿਊ ਬਣਦੀ ਸੀ 6,01,500, ਆਪਾਂ ਉਹਦੇ ਲਈ ਦਿੱਤਾ 1,34,500, ਅਗੇਨ ਉਹਨਾਂ ਦਾ 22.36। ਇੰਨੀ ਗੱਲ ਸਮਝ ਆਈ ਕਿ ਆਪਾਂ 6 ਲੱਖ ਦੀ ਚੀਜ਼ ਖਰੀਦਣ ਦੇ ਲਈ 1,34,000 ਰੁਪਏ ਦੇਣਾ ਸਟਾਰਟਿੰਗ 'ਚ, ਆਪਾਂ ਮਾਰਜਨ ਦਿੱਤਾ, ਆਪਾਂ ਨੂੰ 5 ਗੁਣਾ ਮਾਰਜਨ ਮਿਲਿਆ ਹੋਇਆ, ਆਪਾਂ 1,34,000 ਰੁਪਏ ਦੇ ਕੇ 6 ਲੱਖ ਰੁਪਏ ਦੀ ਚੀਜ਼ ਖਰੀਦ ਲਈ। ਤੇ ਜੇ ਤੁਸੀਂ ਵੈਸੇ 250 ਸ਼ੇਅਰ ਖਰੀਦਣੇ ਹੁੰਦੇ ਮਾਰਕੀਟ 'ਚੋਂ ਤਾਂ ਤੁਹਾਡੇ ਕੋਲੇ 6 ਲੱਖ ਰੁਪਇਆ ਹੋਣਾ ਚਾਹੀਦਾ ਸੀ, ਤਾਂ ਤੁਸੀਂ 250 ਸ਼ੇਅਰ ਖਰੀਦ ਸਕਦੇ ਸੀ। ਆਪਾਂ ਫਿਊਚਰ 'ਚ ਕੀ ਕੀਤਾ, ਮੇਰੇ ਕੋਲ ਤਾਂ 1.5 ਲੱਖ ਰੁਪਇਆ ਸੀ ਜਾਂ 1,34,000 ਸੀ, ਮੈਂ 5 ਗੁਣਾ ਮਾਰਜਨ ਲੈ ਕੇ 250 ਸ਼ੇਅਰ ਜਿਹੜਾ ਖਰੀਦ ਲਿਆ। ਇੰਨੀ ਗੱਲ ਸਮਝ ਆਈ ਸਰ ਸਾਰਿਆਂ ਨੂੰ ਜੀ? ਹਾਂਜੀ ਸਰ। ਠੀਕ ਹੈ ਸਰ, ਅੱਜ ਲਈ ਆਪਾਂ ਇੰਨਾ ਹੀ ਕਰਨਾ। ਆਪਾਂ ਇੱਕ ਵਾਰੀ ਇਹਨੂੰ ਥੋੜਾ ਜਿਹਾ ਮੋਟਾ ਰਿਪੀਟ ਕਰ ਲੈਂਦੇ ਆ ਕਿ ਕੋਈ ਵੀ ਬੰਦਾ ਸਟਾਕ ਨੂੰ ਨਾ ਖਰੀਦ ਕੇ ਫਿਊਚਰ ਨੂੰ ਕਿਉਂ ਖਰੀਦਦਾ? ਜਦੋਂ ਇਹ ਚਾਹੁੰਦਾ ਹੈ ਕਿ ਮੇਰੇ ਕੋਲੇ ਪੈਸਾ ਤਾਂ ਘੱਟ ਹੈ ਪਰ ਫਿਰ ਵੀ ਮੈਂ ਕੀ ਕਰਾਂ, ਮੈਂ ਵੱਧ ਲੋਟ ਖਰੀਦ ਲਵਾਂ ਜਾਂ ਮੈਂ ਵੱਧ ਸ਼ੇਅਰ ਮੇਰੇ ਖਰੀਦੇ ਜਾਣ, ਕਿਉਂਕਿ ਉਹਨੂੰ ਪਤਾ, ਮੈਨੂੰ ਪੱਕਾ ਪਤਾ ਜੀ ਪ੍ਰਾਈਸ ਵਧਣਾ ਹੀ ਵਧਣਾ ਹੈ। ਮੰਨ ਲਓ ਤਾਂ ਮੈਂ ਕਹੂੰਗਾ ਯਾਰ ਮੇਰੇ ਕੋਲ ਪੈਸਾ ਤਾਂ ਥੋੜਾ, ਪਰ ਮੈਂ ਸ਼ੇਅਰ ਨਾ ਖਰੀਦ ਕੇ ਮੈਂ ਨਾ ਫਿਊਚਰ ਖਰੀਦ ਲੈਂਦਾ, ਮੈਨੂੰ ਉਨਾ ਹੀ ਜ਼ਿਆਦਾ ਫਾਇਦਾ ਹੋ ਜਾਊਗਾ। ਹੁਣ ਇੱਥੇ ਨਾ ਆਪਾਂ ਇੱਕ ਲਾਸਟ ਐਗਜ਼ਾਮਪਲ ਕਰਦੇ ਹਾਂ, ਦੁਬਾਰਾ ਫਿਰ ਆਪਾਂ ਕਲਾਸ ਓਵਰ ਕਰਾਂਗੇ। ਆਪਾਂ ਜਦੋਂ ਫਿਊਚਰ ਦੀ ਗੱਲ ਕਰਦੇ ਆਪਾਂ ਇਹਨੂੰ ਸਮਝੋ। ਕੋਈ ਬਿਲਡਰ ਹੈ, ਉਹ ਬਿਲਡਿੰਗ ਬਣਾ ਰਿਹਾ, ਉਹ ਫਲੈਟਸ ਬਣਾ ਰਿਹਾ, ਇੱਕ ਡੀਲਰ ਆ ਗਿਆ। ਹੁਣ ਕੀ ਡੀਲਰ ਕਦੇ ਵੀ ਤੁਸੀਂ ਦੇਖਿਆ ਹੋਗਾ ਕਿ ਡੀਲਰ ਫਲੈਟ ਲੈ ਕੇ ਰੱਖਦੇ ਆ ਪਹਿਲਾਂ ਆਪ, ਫਿਰ ਉਹ ਵੇਚਦੇ ਆ? ਕਿੱਦਾਂ ਸਰ, ਦੁਬਾਰਾ ਦੱਸੋ। ਦੇਖੋ ਕੋਈ ਬਿਲਡਰ ਹੈ, ਉਹਨੇ ਬਹੁਤ ਸਾਰੇ ਫਲੈਟ ਬਣਾਏ ਆ, ਕੋਈ ਬਿਲਡਰ ਸੀ, ਉਹਨੇ ਫਲੈਟ ਬਣਾਤੇ, ਠੀਕ ਹੈ। ਹੁਣ ਇਸ ਤੋਂ ਬਾਅਦ ਡੀਲਰਸ ਆ ਜਾਂਦੇ ਆ। ਕੀ ਡੀਲਰ ਪਹਿਲਾਂ ਫਲੈਟ ਆਪ ਖਰੀਦਦੇ ਆ ਫਿਰ ਲੋਕਾਂ ਨੂੰ ਵੇਚਦੇ ਆ? ਨਹੀਂ ਸਰ, ਨਹੀਂ, ਉਹ ਡੀਲ ਉਹਦੇ ਕਰਾਉਂਦੇ ਵਿੱਚੋਂ ਡੀਲ ਜਾਂਦੇ ਆ। ਉਹਦਾ ਡੀਲ ਕਰਦਾ ਹੈ। ਆਪਾਂ ਦੇਖਿਆ ਕਿ ਡੀਲਰ ਨੇ ਨਾ ਇੱਕ ਡੀਲ ਕਰ ਲਈ, ਕਿਹਦੇ ਨਾਲ? ਬਿਲਡਰ ਨਾਲ। ਇਹ ਡੀਲ ਕੀ ਹੈ? ਇਹਨੂੰ ਆਪਾਂ ਕਹਿੰਦੇ ਆ ਬਿਆਨਾ। ਕਿ ਡੀਲਰ ਨੇ, ਹੁਣ ਬਿਲਡਰ ਨੇ ਕਿਹਾ ਜੀ ਮੇਰੇ ਫਲੈਟ ਦੀ ਕੀਮਤ ਹੈ 10 ਲੱਖ ਰੁਪਈਆ, ਡੀਲਰ ਕਹਿੰਦਾ ਠੀਕ ਹੈ, ਤਾਂ ਡੀਲਰ ਨੇ ਨਾ ਇੱਕ ਬਿਆਨਾ ਕਰ ਲੈਂਦੇ ਆ ਵੀ ਮੈਂ ਨਾ ਤੇਰੇ ਤੋਂ 10 ਲੱਖ ਰੁਪਏ ਦਾ ਫਲੈਟ ਖਰੀਦੂੰਗਾ, ਪਰ ਕਦੋਂ? ਮੰਨ ਲਓ ਉਹਨੇ ਕਹਿੰਦਾ ਜੀ ਉਹੀ ਗੱਲ ਵੀ 3 ਮਹੀਨੇ ਦਾ ਟਾਈਮ ਲੈ ਲਿਆ, ਉਹਨੇ 1 ਲੱਖ ਰੁਪਏ ਦਾ ਬਿਆਨਾ ਕਰ ਲਿਆ। ਉਹਨੇ ਕੀ ਕੀਤਾ, ਬਿਲਡਰ ਨੂੰ ਲੱਖ ਰੁਪਏ ਦਿੱਤਾ, ਬਿਆਨਾ ਕਰ ਲਿਆ, ਜਿਹਨੂੰ ਆਪਾਂ ਕਹਿੰਦੇ ਕਿ ਕੰਟਰੈਕਟ ਹੋ ਗਿਆ ਕਿ ਭਾਈ ਮੈਂ 3 ਮਹੀਨਿਆਂ ਬਾਅਦ 10 ਲੱਖ ਦੀ ਚੀਜ਼ ਹੈ, ਮੈਂ ਤੇਰੇ ਤੋਂ 10 ਲੱਖ ਰੁਪਏ 'ਚ ਤੇਰੀ ਚੀਜ਼ ਖਰੀਦ ਲੂੰਗਾ। ਹੁਣ ਕੀ ਹੋਇਆ, ਡੀਲਰ ਕੋਲੇ ਬਿਆਨਾ ਆ ਗਿਆ, ਉਹਨੂੰ ਪਤਾ, ਉਹਨੂੰ ਅਸਲ 'ਚ ਡੀਲਰ ਨੂੰ ਪਤਾ ਸੀ। ਦੇਖੋ ਇੱਕ ਚੀਜ਼ ਦੇਖੋ, ਹਜੇ ਬਿਲਡਿੰਗ ਬਣ ਰਹੀ ਹੈ ਤਾਂ ਉਹਦਾ ਰੇਟ ਘੱਟ ਹੋਏਗਾ। ਜਿਸ ਦਿਨ ਬਿਲਡਿੰਗ ਬਣ ਕੇ ਤਿਆਰ ਹੋ ਜਾਂਦੀ ਹੈ, ਸਾਰੇ ਫਲੈਟ ਤਿਆਰ ਹੋ ਗਏ, ਪੋਜੈਸ਼ਨ ਦੀ ਗੱਲ ਆ ਗਈ, ਉਸ ਦਿਨ ਉਹਨਾਂ ਫਲੈਟਾਂ ਦਾ ਰੇਟ 10 ਲੱਖ ਤੋਂ 12 ਲੱਖ ਹੋਊਗਾ ਕਿ ਨਹੀਂ ਹੋਊਗਾ? ਹਾਂਜੀ ਸਰ, ਬਿਲਕੁਲ। ਆਪਾਂ ਦੇਖਦੇ ਹਾਂ, ਹਮੇਸ਼ਾ ਇਹ ਚੀਜ਼ ਦੇਖਦੇ ਹਾਂ ਕਿ ਜਿੰਨਾ ਚਿਰ ਹਜੇ ਬਿਲਡਿੰਗ ਬਣੀ ਨਹੀਂ ਹੁੰਦੀ, ਉਹਨਾਂ ਚਿਰ ਉਹ ਚੀਜ਼ ਸਸਤੀ ਮਿਲ ਰਹੀ ਹੁੰਦੀ ਹੈ ਕਿ ਚਲੋ ਹਜੇ ਬਣ 'ਚ ਟਾਈਮ ਪਿਆ ਜੀ, 2 ਮਹੀਨੇ ਲੱਗ ਜਾਣਗੇ, 3 ਮਹੀਨੇ ਲੱਗ ਜਾਣਗੇ। ਤੇ ਉਹੀ ਫਲੈਟ ਜਿੱਦੇ ਬਣ ਕੇ ਤਿਆਰ ਹੋ ਜਾਂਦੇ ਆ, ਭਾਵੇਂ ਵਿਕੇ ਵੀ ਨਹੀਂ, ਜਿਸ ਦਿਨ ਉਹ ਬਣ ਕੇ ਤਿਆਰ ਹੋ ਜਾਂਦੇ ਆ ਉਸ ਦਿਨ ਉਹਨਾਂ ਦੀ ਵੈਲਿਊ ਵੱਧ ਜਾਂਦੀ ਹੈ ਕਿ ਨਹੀਂ ਵੱਧ ਜਾਂਦੀ? ਜੀ ਬਿਲਕੁਲ ਵੱਧ ਗਈ, ਕਿਉਂਕਿ ਹਨਾ। ਤਾਂ ਡੀਲਰ ਨੂੰ ਇਸ ਗੱਲ ਦਾ ਪਤਾ ਹੈ। ਡੀਲਰ ਨੇ ਕੀ ਕੀਤਾ, 10 ਲੱਖ 'ਚ ਬਿਆਨਾ ਕਰ ਲਿਆ, ਬੇਸਿਕਲੀ ਲੱਖ ਰੁਪਇਆ ਦੇ ਕੇ, ਲੱਖ ਰੁਪਇਆ ਬਿਲਡਰ ਨੂੰ ਦਿੱਤਾ ਤੇ ਉਹਨੇ ਬਿਆਨਾ ਕਰ ਲਿਆ ਵੀ ਮੈਂ 3 ਮਹੀਨਿਆਂ ਬਾਅਦ ਤੇਰੇ ਤੋਂ 10 ਲੱਖ 'ਚ ਇਹ ਖਰੀਦਣਾ। ਹੁਣ 3 ਮਹੀਨਿਆਂ ਬਾਅਦ ਕੀ ਹੋਇਆ, ਸਾਰੀ ਬਿਲਡਿੰਗ ਬਣ ਕੇ ਰੈਡੀ ਹੈ, ਪੋਜੈਸ਼ਨ ਰੈਡੀ ਹੈ, ਲੋਕੀ ਵੇਖਣ ਆਉਣ ਲੱਗ ਪਏ ਫਲੈਟ ਲੈਣ ਵਾਸਤੇ। ਤਾਂ ਡੀਲਰ ਆਇਆ, ਡੀਲਰ ਨੇ ਉਸ ਬੰਦੇ ਨੂੰ ਕਿਹਾ ਵੀ ਆਪਾਂ ਜੀ ਤੁਹਾਡਾ ਸੌਦਾ ਕਰਾ ਦਿੰਦੇ ਆ। ਕਿੰਨਾ ਹੈਗਾ ਜੀ? 12 ਲੱਖ ਰੁਪਏ ਦਾ ਫਲੈਟ ਹੈ। ਤਾਂ ਡੀਲਰ ਨੇ ਕਿਹਾ, ਡੀਲਰ ਉਹਨੂੰ 12 ਲੱਖ ਦਾ ਹੀ ਦੱਸੂਗਾ ਨਾ, ਡੀਲਰ ਨੂੰ 10 ਲੱਖ ਦਾ ਪੈਣਾ, ਜਿਹੜੀ ਅੱਜ ਦੀ ਮਾਰਕੀਟ ਵੈਲਿਊ ਹੈ ਉਹ ਤਾਂ 12 ਲੱਖ ਹੈ। ਤਾਂ ਡੀਲਰ ਨੇ ਕੀ ਕੀਤਾ, ਜਿਹੜਾ ਬੰਦਾ ਬਾਇਰ ਸੀ ਉਹਨੂੰ ਕਹੇ ਦੇਖੋ ਜੀ 12 ਲੱਖ ਰੁਪਏ ਦਾ ਹੈਗਾ, ਮੈਂ ਤੁਹਾਨੂੰ ਬਾਲੀ ਗੱਲ 11.5 ਲੱਖ ਦਾ ਦਵਾ ਦਿੰਦਾ। ਕਾਮਨ ਦੀ ਗੱਲ, ਕਿਉਂਕਿ ਉਹਨੂੰ ਤਾਂ ਪਤਾ ਮੈਨੂੰ ਤਾਂ 10 ਲੱਖ ਦਾ ਹੀ ਪੈਣਾ। ਤਾਂ ਉਹਨੇ ਕੀ ਕੀਤਾ, ਲੱਖ ਰੁਪਇਆ ਬਿਆਨਾ ਦੇ ਕੇ 10 ਲੱਖ ਦੀ ਚੀਜ਼ ਖਰੀਦੀ ਹੋਈ ਹੈ, ਸਮਝ ਲਓ, ਦਿੱਤਾ ਤਾਂ ਲੱਖ ਰੁਪਇਆ ਹੀ ਸੀ। ਤਾਂ ਉਹਨੇ ਕੀ ਕੀਤਾ, ਲੱਖ ਰੁਪਏ ਤੇ ਬਿਆਨਾ ਸੀਗਾ ਉਹਦੇ ਕੋਲੇ, ਉਹਨੂੰ ਤਾਂ 10 ਲੱਖ ਦੀ ਪੈਣੀ ਸੀ, ਉਹਨੇ ਬਾਇਰ ਤੋਂ ਪੈਸਾ ਫੜਿਆ 12 ਲੱਖ ਰੁਪਇਆ, ਤੇ ਵਿੱਚੋਂ ਕੀ ਕੀਤਾ, 10 ਲੱਖ ਕੇ ਬਿਲਡਰ ਨੂੰ ਦਿੱਤਾ, ਲੱਖ ਤਾਂ ਪਹਿਲੇ ਦਿੱਤਾ ਸੀ, 9 ਲੱਖ ਹੋਰ ਦਿੱਤਾ, 10 ਲੱਖ 'ਚ ਉਹਨੇ ਫਲੈਟ ਲੈ ਲਿਆ, ਸਿੱਧਾ ਕਿਹਦੇ ਨਾਮ ਕਰਾ ਲਿਆ? ਬਾਇਰ ਦੇ ਨਾਮ ਤੇ। ਆਪਦੇ ਨਾਮ ਤੇ ਤਾਂ ਉਹਨੇ ਕਰਾਇਆ ਨਹੀਂ ਸੀ, ਆਪਦੇ ਨਾਮ ਤੇ ਤਾਂ ਇਕੱਲਾ ਬਿਆਨਾ ਸੀ ਉਹਦਾ। ਹੁਣ ਬਾਇਰ ਵੀ ਖੁਸ਼ ਜੀ, ਮੈਂ ਪਹਿਲਾ ਓਨਰ ਇਹਦਾ, ਠੀਕ ਹੈ, ਤੇ ਮੈਨੂੰ 12 ਲੱਖ 'ਚ ਫਲੈਟ ਮਿਲ ਗਿਆ।
ਤੇ ਕਿਉਂ ਮਿਲਿਆ? ਕਿਉਂਕਿ ਡੀਲਰ ਨੇ ਪਹਿਲਾਂ ਹੀ ਕੰਟਰੈਕਟ ਕਰ ਲਿਆ ਸੀ ਵੀ ਲੱਖ ਰੁਪਏ 'ਚ 10 ਲੱਖ ਦੀ ਚੀਜ਼ ਆਪਦੇ ਪੱਲੇ ਪਾ ਲਈ ਸੀ, ਜਾਂ ਕਹਿ ਲਓ ਉਹਨੇ ਲੈ ਕੇ ਰੱਖ ਲਈ ਸੀ ਸਿਰਫ ਲੱਖ ਰੁਪਇਆ ਦੇ ਕੇ। ਹੁਣ ਜੇ ਆਪਾਂ ਵੈਸੇ ਹਿਸਾਬ ਲਾਈਏ ਤਾਂ ਆਪਾਂ ਕਹੀਏ ਜੀ ਜੇ ਉਹਨੇ 10 ਲੱਖ ਦੀ ਖਰੀਦੀ ਹੁੰਦੀ ਤੇ 12 ਲੱਖ 'ਚ ਵੇਚੀ ਹੁੰਦੀ, ਉਹਨੂੰ 2 ਲੱਖ ਦਾ ਪ੍ਰੋਫਿਟ ਸੀ। ਪਰ ਕੀ ਉਹਨੇ 10 ਲੱਖ ਰੁਪਇਆ ਦਿੱਤਾ? ਨਹੀਂ ਸਰ। ਨਹੀਂ, ਉਹਨੇ ਤਾਂ ਲੱਖ ਰੁਪਇਆ ਦਿੱਤਾ ਸੀ। ਉਹਨੇ ਲੱਖ ਰੁਪਇਆ ਲਾ ਕੇ ਕਿੰਨਾ ਪ੍ਰੋਫਿਟ ਕੱਢ ਲਿਆ? 2 ਲੱਖ। 2 ਲੱਖ। ਇਸ ਕਰਕੇ ਲੋਕੀ ਫਿਊਚਰ ਚ ਆਉਂਦੇ ਆ, ਜਿਨ੍ਹਾਂ ਨੂੰ ਮਾਰਜਨ ਸਮਝ ਆ ਜਾਂਦਾ ਨਾ ਕਿ ਮਾਰਜਨ ਕੀ ਚੀਜ਼ ਹੈ, ਤਾਂ ਲੋਕੀ ਹੋਰ ਕੁਝ ਨਹੀਂ ਕਰਦੇਗੇ, ਉਹ ਸਿਰਫ ਮਾਰਜਨ ਨੂੰ ਪਲੇ ਕਰਦੇ ਆ। ਕਿ ਇੱਕ ਬੰਦਾ ਉਹ ਹੈ ਵੀ ਜਿਹਨੇ ਪਹਿਲਾਂ 10 ਲੱਖ ਦਾ ਫਲੈਟ ਖਰੀਦਿਆ, ਮੰਨ ਲਓ ਜਿਵੇਂ ਬਾਹਰ ਹੈ, ਉਹਨੇ 12 ਲੱਖ ਦਾ ਫਲੈਟ ਖਰੀਦ ਲਿਆ ਜੀ, ਇਸ ਤੋਂ ਬਾਅਦ ਉਹਨੇ ਵੇਚਣਾ, ਉਹਨੇ ਮੰਨ ਲਓ 14 ਜਾਂ 15 ਲੱਖ ਦਾ ਵੇਚਤਾ। ਇੱਕ ਬੰਦੇ ਨੇ 12 ਲੱਖ ਰੁਪਇਆ ਲਾ ਕੇ 3 ਲੱਖ ਪ੍ਰੋਫਿਟ ਲਿਆ, ਇੱਕ ਬੰਦੇ ਨੇ 1 ਲੱਖ ਰੁਪਇਆ ਲਾ ਕੇ 2 ਲੱਖ ਦਾ ਪ੍ਰੋਫਿਟ ਲੈ ਲਿਆ। ਕਿਉਂ? ਕਿਉਂਕਿ ਉਹਨੂੰ ਮਾਰਜਨ ਬਾਰੇ ਪਤਾ ਸੀ, ਉਹਨੂੰ ਪਤਾ ਸੀ ਕਿ ਕਿਹੜਾ ਮਾਰਜਨ ਕਦੋਂ ਮਿਲਦਾ ਤੇ ਕਿਵੇਂ ਮਿਲਦਾ। ਹੁਣ ਜਦੋਂ ਸਾਰੇ ਫਲੈਟ ਰੈਡੀ ਹੋ ਗਏ, ਕੀ ਉਦੋਂ ਮਾਰਜਨ ਮਿਲੂਗਾ? ਕੀ ਉਦੋਂ ਬਿਲਡਰ ਕਹੂਗਾ ਕਿ ਤੂੰ ਮੈਨੂੰ ਅੱਜ ਲੱਖ ਰੁਪਇਆ ਦੇ ਦੇ 3 ਮਹੀਨੇ ਬਾਅਦ? ਉਹ ਤਾਂ ਅੱਜ ਫਲੈਟ ਰੈਡੀ ਹੋ ਤਾਂ ਵਿਕਣ ਨੂੰ ਤਿਆਰ ਹੈ, ਅਗਲਾ ਕਹਿੰਦਾ 12 ਲੱਖ ਰੁਪਇਆ ਦੇ ਤੇ ਫਲੈਟ ਲੈ ਲੈ। ਪਰ ਡੀਲਰ ਨੂੰ ਪਤਾ ਸੀ ਕਿ ਹਜੇ ਐਕਸਪਾਇਰੀ ਆਈ ਨਹੀਂ ਗੀ, ਹਨਾ, ਹਜੇ ਐਕਸਪਾਇਰੀ ਤੋਂ ਆਪਾਂ ਦੂਰ ਹੈ, ਹਜੇ 3 ਮਹੀਨੇ ਪਏ ਆ, 4 ਮਹੀਨੇ ਪਏ, ਹਜੇ ਤਾਂ ਸਾਲ ਲੱਗ ਜਾਣਾ ਇਹਨੂੰ ਕੰਪਲੀਟ ਹੁੰਦੇ ਨੂੰ। ਉਹਨੇ ਉਹ ਸਾਲ ਵੇਟ ਕੀਤੀ, ਆਪਦਾ ਲੱਖ ਰੁਪਇਆ ਫਸਾ ਕੇ ਰੱਖਿਆ, ਪਰ ਲੱਖ ਦੇ ਪਿੱਛੇ ਉਹਨੇ 2 ਲੱਖ ਪ੍ਰੋਫਿਟ ਕਮਾ ਲਿਆ। ਇਹਨੂੰ ਸਰ ਆਪਾਂ ਕਹਿੰਦੇ ਆ ਜੀ ਮਾਰਜਨ ਦੀ ਗੇਮ। ਤੇ ਲੋਕੀ ਜਿਹੜੇ ਫਿਊਚਰ ਕਰਦੇ ਆ, ਅਸਲ 'ਚ ਉਹ ਆਪਦਾ ਪੈਸਾ ਲਾ ਕੇ ਪੈਸਾ ਨਹੀਂ ਕਮਾ ਰਹੇ। ਉਹ ਬੰਦੇ ਆ ਜਿਹੜਾ ਹੁਣ ਸਟਾਕ 'ਚ ਪੈਸਾ ਕਮਾ ਰਿਹਾ। ਸਟਾਕ ਵਾਲਾ ਬੰਦਾ 10 ਲੱਖ ਰੁਪਇਆ ਲਾ ਕੇ ਫਿਰ ਉਹਨੇ 2 ਲੱਖ ਕਮਾਇਆ, ਤੇ ਜਿਹੜਾ ਬੰਦਾ ਫਿਊਚਰ 'ਚ ਆ ਗਿਆ ਉਹਨੇ ਲੱਖ ਰੁਪਇਆ ਲਾ ਕੇ 2 ਲੱਖ ਰੁਪਇਆ ਕਮਾ ਲੈਣਾ। ਹੁਣ ਸਮਝ ਆਈ ਲੋਕੀ ਸਟਾਕ ਕਿਉਂ ਨਹੀਂ ਖਰੀਦਦੇ, ਫਿਊਚਰ ਕਿਉਂ ਖਰੀਦਦੇ? ਇਹ ਫਰਕ ਹੈ, ਸਭ ਤੋਂ ਵੱਡਾ ਫਰਕ ਹੈ ਮਾਰਜਨ ਦਾ। ਕਿ ਸਟਾਕ 'ਚ ਤੁਹਾਨੂੰ 6 ਲੱਖ ਰੁਪਇਆ ਦੇ ਕੇ 250 ਸ਼ੇਅਰ ਚੱਕਣੇ ਪੈਣੇ ਆ, ਇੱਧਰ ਤੁਹਾਨੂੰ 1,30,000 ਰੁਪਇਆ ਦੇ ਕੇ 250 ਸ਼ੇਅਰ ਮਿਲ ਜਾਣੇ ਆ। ਕਲੀਅਰ ਹੈ ਜੀ? ਜੇ ਮੁੜ ਕੇ ਆਪਾਂ ਜਦੋਂ ਇਹਦੀ ਐਕਸਪਾਇਰੀ ਹੋਣੀ ਹੈ ਸਰ, ਉਹਦਾ ਕੀ ਪ੍ਰੋਸੀਜਰ ਹੁੰਦਾ ਐਕਸਪਾਇਰੀ ਦਾ? ਉਹ ਤਾਂ ਹਜੇ ਤਾਂ ਆਪਾਂ ਸਿਰਫ ਖਰੀਦਣਾ ਸਿੱਖ ਰਹੇ ਹਾਂ, ਹਜੇ ਤਾਂ ਆਪਾਂ ਬਾਏ ਕੀਤਾ ਨਾ, ਇਹਦੇ ਬਾਅਦ ਪ੍ਰੋਫਿਟ ਲਾਸ ਵੀ ਕੱਢਾਂਗੇ ਆਪਾਂ, ਫਿਰ ਐਂਡ ਤੇ ਆਪਾਂ ਐਕਸਪਾਇਰੀ ਦੀ ਗੱਲ ਕਰਾਂਗੇ। ਅੱਜ ਆਪਾਂ ਸਿਰਫ ਇਹਨਾਂ ਸਮਝਿਆ ਕਿ ਫਿਊਚਰ ਕੀ ਚੀਜ਼ ਹੈ, ਠੀਕ ਹੈ। ਫਿਊਚਰ 3 ਤਰ੍ਹਾਂ ਦੇ ਹੁੰਦੇ ਆ। ਇਹ ਗੱਲ ਬੇਸਿਕਲੀ ਐਕਸਪਾਇਰੀ ਦੇ ਬੇਸਿਸ ਤੇ ਹੁੰਦੇ ਆ ਕਿ ਨੀਅਰ ਮੰਥ, ਮਿਡ ਮੰਥ ਤੇ ਫਾਰ ਮੰਥ। ਆਪਾਂ ਕਿਹੜਾ ਚੱਕਣਾ? ਆਪਾਂ ਉਹ ਵਾਲਾ ਫਿਊਚਰ ਚੱਕਦੇ ਆ ਜਿੱਥੇ ਆਪਾਂ ਨੂੰ ਉਮੀਦ ਹੋਵੇ। ਹੁਣ ਮੈਨੂੰ ਪਤਾ ਹੈ ਕਿ ਜਿਵੇਂ TCS ਹੈ, ਮੈਨੂੰ ਇੰਨਾ ਪਤਾ ਵੀ ਚਲੋ ਜੀ ਉਹ 200 ਰੁਪਏ ਵੱਧ ਜੂ, 400 ਜਾਂ ਮੰਨ ਲਓ ਮੈਨੂੰ ਲੱਗਦਾ 4500 ਹੋ ਜੂ। ਜੇ ਤੁਹਾਨੂੰ ਲੱਗਦਾ ਵੀ ਇਸੇ ਮਹੀਨੇ 4500 ਹੋ ਜੂ ਤਾਂ ਤੁਸੀਂ ਨੀਅਰ ਮੰਥ ਵਾਲਾ ਚੱਕ ਲਓ। ਜੇ ਤੁਹਾਨੂੰ ਲੱਗਦਾ ਵੀ 2 ਮਹੀਨੇ ਲੱਗ ਜਾਣਗੇ, ਤੁਸੀਂ 2 ਮਹੀਨੇ ਵਾਲਾ ਫਿਊਚਰ ਚੱਕ ਲਓ। ਤੁਹਾਨੂੰ ਲੱਗਦਾ ਵੀ 3 ਮਹੀਨੇ ਲੱਗ ਜਾਣਗੇ ਤਾਂ 3 ਮਹੀਨੇ ਵਾਲਾ ਫਿਊਚਰ ਚੱਕ ਸਕਦੇ। ਬਸ ਇਹ ਗੱਲ ਹੈ, ਹੋਰ ਗੱਲ ਕੋਈ ਨਹੀਂ। ਕਲੀਅਰ? ਪਰ ਸਰ ਪਤਾ ਕਿੱਦਾਂ ਲੱਗੂ ਕਿ ਉਹ 1 ਮਹੀਨੇ 'ਚ ਹੋਣਾ, 2 ਮਹੀਨੇ 'ਚ ਹੋਣਾ, 3 ਮਹੀਨੇ? ਇਹ ਸਰ ਆਪਾਂ ਕੀ ਕਰਦੇ, ਜਦੋਂ ਆਪਾਂ ਟ੍ਰੇਡਿੰਗ ਵਿਊ ਤੇ ਆ ਕੇ ਆਪਾਂ ਚਾਰਟ ਦੇਖਦੇ ਹਾਂ ਨਾ, ਤਾਂ ਆਪਾਂ ਉੱਥੋਂ ਇੱਕ ਟ੍ਰੈਂਡ ਦੇਖਦੇ ਹਾਂ ਕਿ ਅਪ ਟ੍ਰੈਂਡ ਹੈ ਜਾਂ ਡਾਊਨ ਟ੍ਰੈਂਡ ਹੈ ਜਾਂ ਇਹਦਾ ਅਪ ਟ੍ਰੈਂਡ ਹੈ। ਤਾਂ ਆਪਾਂ ਉੱਥੇ ਜਾ ਕੇ ਦੇਖਦੇ ਹਾਂ ਕਿ ਅਪ ਟ੍ਰੈਂਡ ਹੈ ਤਾਂ ਮੈਂ ਦੇਖ ਰਿਹਾ ਵੀ ਜਿਵੇਂ ਉਹਨੇ ਪਿਛਲੇ ਮਹੀਨੇ 2% ਦੀ ਰਿਟਰਨ ਦਿੱਤੀ, 3% ਦੀ ਰਿਟਰਨ ਦਿੱਤੀ। ਫਿਰ ਆਪਾਂ ਦੇਖਦੇ ਹਾਂ ਕਿ ਚਾਰਟ ਦੇ ਅਕੋਰਡਿੰਗ ਇਹ ਅਗਲੇ ਮਹੀਨੇ 3% ਦੀ ਰਿਟਰਨ ਦੇ ਦੂਗਾ ਜਾਂ 10% ਦੀ ਰਿਟਰਨ ਦੇ ਦੂਗਾ। ਤਾਂ ਆਪਾਂ ਨੂੰ ਇੱਕ ਅੰਦਾਜ਼ਾ ਹੋ ਜਾਂਦਾ ਵੀ ਜਿੰਨਾ ਕਿ ਮੇਰਾ ਡਿਜ਼ਾਇਰ ਪ੍ਰਾਈਸ ਹੈ ਵੀ ਉਹ ਅਗਲੇ ਮਹੀਨੇ ਤੱਕ ਹੋ ਜਾਊਗਾ ਜਾਂ ਇਹਨੂੰ ਅਗਲੇ ਮਹੀਨੇ ਤੱਕ ਹੋ ਜਾਊਗਾ, ਉਹ ਚੀਜ਼ ਹੁੰਦੀ ਹੈ। ਸਰ ਜਿੱਦਾਂ ਆਪਾਂ TCS ਜਿੱਦਾਂ ਮਾਰਕੀਟ ਅੱਜ ਚਲੋ 3600 ਦਾ ਰਾਈਟ ਹੈ ਨਾ? ਹਾਂਜੀ। ਤੇ ਜਿੱਦਾਂ ਆਪਾਂ 3 ਮਹੀਨੇ ਦੀ ਜਿੱਦਾਂ ਐਕਸਪਾਇਰੀ ਹੈ ਤੇ 4500 ਆਪਾਂ ਸੋਚ ਲਿਆ ਕਿ ਉਹ ਜਾਊਗਾ 4500 ਨੂੰ, ਰਾਈਟ ਹੈ? ਹਾਂਜੀ। ਤੇ ਸਰ ਜੇ ਉਹ 1.5 ਮਹੀਨੇ 'ਚ ਹੀ ਉਹ 4500 ਹੋ ਗਿਆ ਉੱਤੇ, ਉਦੋਂ ਆਪਾਂ ਕੀ ਕਰ ਸਕਦੇ ਹਾਂ? ਬਿਲਕੁਲ ਸਰ। ਹੁਣ ਇਹਦੇ ਵਿੱਚ ਕੀ ਹੁੰਦਾ ਕਿ ਆਪਾਂ ਪਹਿਲਾਂ ਕੁਝ ਨਹੀਂ ਕਰ ਸਕਦੇ। ਆਪਾਂ ਉਹਦੇ ਲਈ ਇੱਕ ਆਪਸ਼ਨ ਇਹ ਹੁੰਦਾ ਕਿ ਆਪਾਂ ਪ੍ਰੀਮੀਅਮ ਖਾਂਦੇ ਹਾਂ। ਹੁਣ ਉਹ ਕੀ ਚੀਜ਼ ਹੈ, ਆਪਾਂ ਨੂੰ ਲੱਗਦਾ ਕਿ ਆਪਾਂ ਸਟਾਕ ਨਹੀਂ ਖਰੀਦਣਾ, ਐਕਸਪਾਇਰੀ ਤੱਕ ਜਾਣਾ ਹੀ ਨਹੀਂ। ਤੁਸੀਂ ਆਪਾਂ ਦੇਖਿਆ ਕਿ ਅੱਜ ਜਿਹੜਾ ਤੁਸੀਂ ਕੰਟਰੈਕਟ ਚੱਕਿਆ, ਜਿਵੇਂ ਆਹ ਚੀਜ਼ ਆਪਾਂ ਦੇਖ ਰਹੇ ਸੀ ਇੱਥੇ ਜਿਹੜੀ ਮੇਰਾ ਐਰੋ ਹੈ ਕਿ 1,33,526 ਰੁਪਏ ਆਪਾਂ ਦੇ ਕੇ ਚੱਕ ਲਿਆ। ਕੱਲ ਨੂੰ ਇਸੇ ਦੀ ਵੈਲਿਊ ਮੰਨ ਲਓ 2 ਲੱਖ ਹੋ ਜਾਂਦੀ ਹੈ, ਹਜੇ ਐਕਸਪਾਇਰੀ ਨਹੀਂ ਆਈ ਜੀ, ਇਸੇ ਕੰਟਰੈਕਟ ਦੀ ਵੈਲਿਊ ਵੱਧ ਗਈ। ਹੁਣ ਦੇਖੋ ਜੇ ਸਟਾਕ ਵਧੂਗਾ, ਰਿਲਾਇੰਸ ਦਾ ਸਟਾਕ ਉੱਪਰ ਜਾ ਰਿਹਾ ਤਾਂ ਵੀ ਉਹਦੇ ਫਿਊਚਰ ਦੀ ਵੈਲਿਊ ਵੀ ਵਧੂਗੀ ਜੀ। ਅਜੇ ਤੱਕ ਐਕਸਪਾਇਰੀ ਨਹੀਂ ਆਈ ਪਰ ਉਹਦੇ ਫਿਊਚਰ ਦੀ ਵੈਲਿਊ ਵੱਧ ਗਈ, ਸਟਾਕ ਵੱਧ ਗਿਆ, ਫਿਊਚਰ ਦੀ ਵੈਲਿਊ ਵੀ ਵੱਧ ਗਈ। ਤਾਂ ਹੁਣ ਮੈਂ ਦੇਖਣਾ ਵੀ ਮੈਂ ਐਕਸਪਾਇਰੀ ਤੋਂ ਕੀ ਲੈਣਾ। ਮੈਂ 1,33,000 ਲਾਇਆ ਸੀ, ਅੱਜ ਉਹ 2 ਲੱਖ ਦੀ ਚੀਜ਼ ਵਿਕ ਰਹੀ ਹੈ। ਤੁਸੀਂ ਉਹਨੂੰ ਆਪਾਂ ਇਹਨੂੰ ਕਹਿੰਦੇ ਕਿ ਆਪਾਂ ਪ੍ਰੀਮੀਅਮ ਖਾ ਲਿਆ ਬੇਸਿਕਲੀ। ਤਾਂ ਆਪਾਂ ਪ੍ਰੀਮੀਅਮ ਖਾ ਕੇ ਬਾਹਰ ਆ ਸਕਦੇ ਹਾਂ। ਤੁਸੀਂ ਜ਼ਰੂਰੀ ਨਹੀਂ ਐਕਸਪਾਇਰੀ ਤੱਕ ਹੀ ਰੱਖਣਾ। ਓਕੇ, ਮਤਲਬ ਕਿ
ਇਹ ਜ਼ਰੂਰੀ ਨਹੀਂ ਹੈਗਾ ਐਕਸਪਾਇਰੀ ਤੱਕ, ਪਹਿਲਾਂ ਵੀ ਆਪਾਂ ਬਾਹਰ ਆ ਸਕਦੇ ਜੇ ਆਪਾਂ ਨੂੰ ਵੱਧ ਗਿਆ ਰਾਈਟ। ਹਾਂ ਓਕੇ ਪਰ ਜੇ ਤੁਸੀਂ ਕਹੋ ਵੀ ਅਸੀਂ ਡਿਲੀਵਰੀ ਲੈਣੀ ਹੈ ਜੀ, ਠੀਕ ਹੈ ਨਾ, ਇਹ ਤੁਹਾਨੂੰ ਡਿਲੀਵਰੀ ਨਹੀਂ ਨਾ ਮਿਲਣੀ। ਪਰ ਜੇ ਤੁਸੀਂ ਕਹੋ ਜੀ ਮੈਂ ਤਾਂ ਖਰੀਦਣੀ ਆ, ਕਿਉਂਕਿ ਤੁਸੀਂ ਕਹੋ ਮੈਂ ਤਾਂ ਕੋਈ 250 ਲੋਟ ਖਰੀਦਿਆ ਸੀ ਤੇ ਆਪਾਂ ਐਕਸਪਾਇਰੀ ਲਿਖੀ ਸੀ ਵੀ 24 ਫਰਵਰੀ ਨੂੰ ਮੈਂ ਤੁਹਾਨੂੰ ਪੈਸਾ ਬਾਕੀ ਪੈਸਾ ਦੇ ਦੂੰਗਾ ਤੇ ਮੈਨੂੰ ਸਟਾਕ ਦਿਓ, ਉਹ ਤੁਹਾਨੂੰ 24 ਫਰਵਰੀ ਤੋਂ ਪਹਿਲਾਂ ਨਹੀਂ ਮਿਲ ਸਕਦੀ। ਹੁਣ ਜਿਵੇਂ ਆਪਾਂ TCS ਦੀ ਗੱਲ ਕੀਤੀ, ਮੈਂ 31 ਮਾਰਚ ਦਾ ਮੰਨ ਲਓ ਦਾ ਫਿਊਚਰ ਚੱਕ ਲਿਆ, ਹੁਣ ਮੇਰਾ ਜਿਹੜਾ 4500 ਦਾ ਰੇਟ ਆ ਉਹ ਹੋ ਜਾਂਦਾ ਜੀ 25 ਮਾਰਚ ਨੂੰ, ਤਾਂ ਮੈਂ ਕਹਾਂ ਜੀ ਮੈਨੂੰ ਲਿਆਓ ਦਿਓ ਐਕਸਪਾਇਰੀ, ਆਪਾਂ ਉਹ ਐਕਸਪਾਇਰੀ ਨਹੀਂ ਮਿਲ ਸਕਦੀ ਮੈਨੂੰ, ਉਹ ਮੈਨੂੰ 31 ਮਾਰਚ ਤੱਕ ਵੇਟ ਕਰਨੀ ਹੀ ਪੈਣੀ ਹੈ, ਭਾਵੇਂ ਫਿਰ ਜੋ ਮਰਜ਼ੀ ਰੇਟ ਉੱਥੇ ਤੱਕ ਜਾਂਦਾ ਹੋ ਜੇ, ਮੇਰਾ ਟਾਰਗੇਟ ਆ ਗਿਆ ਨਹੀਂ ਆ ਗਿਆ ਕੋਈ ਗੱਲ ਨਹੀਂ, ਪਰ 31 ਮਾਰਚ ਨੂੰ ਮੈਨੂੰ ਉਹ ਚੀਜ਼ ਖਰੀਦਣੀ ਹੀ ਪੈਣੀ ਹੈ, ਭਾਵੇਂ ਫਿਰ ਮੈਂ ਪ੍ਰੋਫਿਟ ਤੇ ਖਰੀਦਾਂ ਭਾਵੇਂ ਲਾਸ ਤੇ ਖਰੀਦਾਂ। ਆਪਾਂ ਪਹਿਲਾਂ ਨਾ ਨੂੰ ਵੇਚ ਸਕਦੇ ਹਾਂ ਨਾ ਖਰੀਦ ਸਕਦੇ ਹਾਂ। ਬਸ ਆਹੀ ਹੈ ਕਿ ਮੈਂ ਅਸਲ 'ਚ ਆਪਾਂ ਇਹਨੂੰ ਕੀ ਕਹਿੰਦੇ ਆ ਕਿ ਮੈਂ ਆਪਦਾ ਕੰਟਰੈਕਟ ਕਿਸੇ ਦੂਜੇ ਬੰਦੇ ਨੂੰ ਵੇਚਦਾ ਵੀ ਯਾਰ ਮੈਨੂੰ ਹੁਣੇ ਕੰਟਰੈਕਟ ਨਹੀਂ ਚਾਹੀਦਾ, ਤੂੰ ਮੇਰੇ ਤੋਂ ਕੰਟਰੈਕਟ ਲੈ ਲੈ। ਓਕੇ ਸਰ, ਠੀਕ ਹੈ ਜੀ ਸਰ। ਹੁਣ ਜਿੱਦਾਂ ਸਰ ਫਿਰ 31 ਮਾਰਚ ਵਾਲਾ ਕੰਟਰੈਕਟ ਹੈ ਉਹ ਆਪਾਂ ਲਿਖਿਆ 2394 ਦਾ, ਉਹਦੀ ਐਕਚੁਅਲ ਪ੍ਰਾਈਸ 598 ਸੀ। ਹਾਂਜੀ ਸਰ ਜਦੋਂ ਫਿਰ ਉਹਦੀ ਐਕਸਪਾਇਰੀ ਆਊਗੀ ਸਰ ਆਪਾਂ ਫਿਰ ਉਹ ਮਤਲਬ 2394 ਦੇ ਹਿਸਾਬ ਨਾਲ ਹੀ ਆਪਾਂ ਪੈਸੇ ਕਰਨੇ ਬਿਲਕੁਲ ਜੀ ਬਿਲਕੁਲ। ਹੁਣ ਮੰਨ ਲਓ ਕੀ ਹੋਇਆ 31 ਮਾਰਚ ਨੂੰ ਜਿਹੜਾ ਆਪਣਾ ਸਟਾਕ ਸੀ ਹਨਾ ਉਹ 2500 ਰੁਪਏ ਦਾ ਹੋ ਗਿਆ ਜਾਂ 2600 ਰੁਪਏ ਦਾ ਹੋ ਗਿਆ, ਪਰ ਉਹ ਮੈਨੂੰ ਕਿੰਨੇ ਦਾ ਮਿਲੂਗਾ 2394 ਰੁਪਏ ਦਾ। ਮਾਰਕੀਟ 'ਚੋਂ ਭਾਵੇਂ 2600 ਰੁਪਏ ਦਾ ਵਿਕ ਰਿਹਾ, ਕਿਉਂਕਿ ਆਪਾਂ ਕੰਟਰੈਕਟ ਕੀ ਕੀਤਾ ਸੀ ਵੀ ਮੈਂ ਤਾਂ ਜੀ 2394 ਰੁਪਏ ਦਾ ਖਰੀਦੂੰਗਾ, ਤਾਂ ਹੀ ਆਪਾਂ ਨੂੰ ਫਾਇਦਾ ਹੋਏਗਾ ਨਾ। ਤਾਂ ਆਪਾਂ ਕੀ ਕਰਾਂਗੇ 2394 ਰੁਪਏ ਦੇ ਹਿਸਾਬ ਨਾਲ 1,34,000 ਆਪਾਂ ਪਹਿਲਾਂ ਦਿੱਤਾ ਹੋਇਆ, ਠੀਕ ਹੈ, 5,98,000 ਚੋਂ 1,34,000 ਘਟਾ ਦੇਾਂਗੇ, ਬਾਕੀ ਜਿੰਨਾ ਵੀ ਬਣਦਾ ਪੈਸਾ ਹੋਊਗਾ ਆਪਾਂ ਉਹ ਦੇ ਦਾਂਗੇ ਤੇ 250 ਜਿਹੜਾ ਸਟਾਕ ਆਪਾਂ ਨੂੰ ਮਿਲ ਜੂਗਾ। ਕਿਹੜੇ ਹਿਸਾਬ ਨਾਲ 2394 ਦੇ। ਮਾਰਕੀਟ 'ਚ ਉਹਦੀ ਵੈਲਿਊ ਕਿੰਨੀ ਚੱਲ ਰਹੀ ਹੈ, ਚਾਹੇ 2500 ਚੱਲੇ ਚਾਹੇ 2600 ਚੱਲੇ, ਆਪਾਂ ਨੂੰ ਕੋਈ ਫਰਕ ਨਹੀਂ, ਆਪਾਂ ਦਾ ਇਸ ਰੇਟ ਤੇ ਕੰਟਰੈਕਟ ਕੀਤਾ ਸੀ। ਬੇਸਿਕਲੀ ਸਰ ਮੁੜ ਕੇ ਤੁਹਾਡੇ ਕੋਲ ਸਟਾਕ ਹੀ ਆਏ ਨੇ, ਤੁਸੀਂ ਭਾਵੇਂ ਫਿਰ ਸੈਲ ਕਰ ਦਿਓ ਜਿੰਨਾ ਨਹੀਂ ਸਪੌਟ ਪ੍ਰਾਈਸ ਸਰ, ਜੇ ਤੁਸੀਂ ਉਹ ਸਟਾਕ ਲੈਣੇ ਹੁੰਦੇ ਤਾਂ ਤੁਸੀਂ ਕੀ ਕਰਨਾ ਸੀਗਾ, 6 ਲੱਖ ਰੁਪਏ ਦੇ ਸਟਾਕ ਤੁਸੀਂ ਕਦੋਂ ਲੈਣੇ ਸੀਗੇ ਜਦੋਂ 2394, ਅੱਜ ਤੁਸੀਂ 6 ਲੱਖ ਰੁਪਏ ਲਾ ਕੇ ਲੈ ਰਹੇ ਹੋ, ਮੈਂ 2600 ਵਾਲਾ ਸਟਾਕ 2300 ਰੁਪਏ 'ਚ ਖਰੀਦ ਰਿਹਾ, ਮੈਂ ਮਹੀਨੇ ਬਾਅਦ ਜਦੋਂ ਸਟਾਕ ਵੱਧ ਗਿਆ 2600 ਰੁਪਏ ਦਾ ਹੋ ਗਿਆ, ਮੈਂ ਉਹਨੂੰ ਅੱਜ 2600 ਵਾਲੇ ਸਟਾਕ ਨੂੰ 2300 ਰੁਪਏ 'ਚ ਖਰੀਦ ਰਿਹਾ। ਤੁਸੀਂ 2300 ਰੁਪਏ ਵਾਲਾ ਸਟਾਕ 2300 ਰੁਪਏ 'ਚ ਹੀ ਖਰੀਦ ਰਹੇ ਸੀ, ਦੱਸੋ ਕਿਹਨੂੰ ਫਾਇਦਾ? 2600 ਰੁਪਏ ਵਾਲਾ ਸਟਾਕ 2300 ਖਰੀਦਣ 'ਚ ਫਾਇਦਾ ਕਿ 2300 ਰੁਪਏ ਵਾਲਾ ਸਟਾਕ 2300 ਰੁਪਏ 'ਚ ਖਰੀਦਣ 'ਚ ਫਾਇਦਾ? 2600 ਵਾਲੇ। ਹਾਂ ਠੀਕ ਹੈ ਨਾ, ਕਿਉਂਕਿ ਜਿਸ ਦਿਨ ਮੈਂ ਉਹਨੂੰ 2300 ਰੁਪਏ ਦਾ ਖਰੀਦਿਆ ਉਸ ਦਿਨ ਉਹਦੀ ਮਾਰਕੀਟ ਵੈਲਿਊ ਪਹਿਲਾਂ ਹੀ ਵੱਧ ਚੁੱਕੀ ਸੀ, ਜਿਸ ਦਿਨ ਤੁਸੀਂ ਉਹਨੂੰ 2300 ਰੁਪਏ ਦਾ ਖਰੀਦਿਆ ਉਹਦੀ ਮਾਰਕੀਟ ਵੈਲਿਊ ਵੀ 2300 ਸੀ, ਕੋਈ ਫਾਇਦਾ ਨਹੀਂ ਹੋਇਆ। ਹੁਣ ਮੈਂ ਅੱਜ ਉਹਨੂੰ ਖਰੀਦ ਕੇ ਅੱਜ ਉਹਦੀ ਮਾਰਕੀਟ ਵੈਲਿਊ ਵੱਧ ਚੁੱਕੀ ਹੈ, ਉਹ 2600 ਰੁਪਏ ਦਾ ਹੋ ਚੁੱਕਿਆ, ਮੈਨੂੰ ਅੱਜ 2300 ਰੁਪਏ ਦਾ ਖਰੀਦ ਕੇ ਭਾਵੇਂ ਅਗਲੇ 5 ਮਿੰਟਾਂ 'ਚ ਵੇਚਦੇ ਆ, ਦੱਸੋ ਮੈਨੂੰ ਪ੍ਰੋਫਿਟ ਹੋਊਗਾ ਕਿ ਨਹੀਂ ਹੋਊਗਾ? ਉਹ ਜਦ ਮੈਂ ਪੁੱਛਦਾ ਸੀ ਵੀ ਆਪਾਂ ਜਦੋਂ ਐਕਸਪਾਇਰੀ ਤੋਂ ਬਾਅਦ ਚ ਜਦੋਂ ਸਾਡੇ ਕੋਲ ਆ ਗਿਆ ਆਪਾਂ ਉਦੋਂ ਸੈਲ ਕਰ ਸਕਦੇ ਹਾਂ? ਬਿਲਕੁਲ ਸਰ, ਨਾਲ ਦੀ ਨਾਲ 5 ਮਿੰਟਾਂ 'ਚ ਸੈਲ ਕਰ ਸਕਦੇ ਹੋ ਤੁਸੀਂ। ਹੁਣ ਉਹ ਚੀਜ਼ ਛੋਟੀ ਹੋ ਗਈ ਸਰ ਜਿੱਦਾਂ ਲੋਟ ਸਰ ਜਿੱਦਾਂ ਲੋਟ 250 ਦਾ ਹੋਣਾ ਇਹ, ਹਾਂਜੀ, ਜਿੱਦਾਂ ਐਕਸਪਾਇਰੀ ਜਿੱਦਾਂ 31 ਮਾਰਚ ਨੂੰ ਆਪਾਂ ਫਿਰ ਉਹ 2300 ਦੇ ਹਿਸਾਬ ਨਾਲ ਆਪਾਂ ਲੈ ਲਏ ਹਨਾ, ਤੇ ਉਹਦਾ ਮਾਰਕੀਟ ਪ੍ਰਾਈਸ ਹੈਗਾ 2600। ਬਿਲਕੁਲ ਜੀ। ਤੇ ਉਸ ਤੋਂ ਬਾਅਦ ਜਿੱਦਾਂ ਵੀ 1 ਅਪ੍ਰੈਲ ਨੂੰ ਜਾਂ ਆਪਾਂ ਉਹਦੇ ਵਿੱਚੋਂ ਆਪਾਂ ਅੱਧੇ ਵੀ ਵੇਚ ਸਕਦੇ ਹਾਂ, ਉਹ ਬਾਅਦ ਚ ਕਿੱਦਾਂ ਕਰ ਸਕਦੇ ਹਾਂ, ਮਰਜ਼ੀ ਆਪਣੀ। ਬਿਲਕੁਲ ਬਿਲਕੁਲ, ਉਹ ਜਦੋਂ ਆਪਾਂ ਆਪਣੇ ਕੋਲੇ ਸਟਾਕ ਆਪਣੇ ਕੋਲੇ ਆ ਗਈ ਫਿਰ ਉਹ ਲੋਟ 'ਚ ਨਹੀਂ ਰਹਿ ਜਾਂਦਾ, ਫਿਰ ਉਹ 250 ਹੈ, ਤੁਸੀਂ ਭਾਵੇਂ 50 ਵੇਚੋ ਭਾਵੇਂ 200 ਵੇਚੋ ਭਾਵੇਂ ਪੂਰਾ ਡਿਲੀਵਰੀ ਵਿੱਚ ਆ ਗਿਆ ਉਹ ਆਪਣੀ ਮਰਜ਼ੀ ਆ। ਹਾਂ, ਪਰ ਜਦੋਂ ਤੱਕ ਕਿਉਂਕਿ ਹੁਣ ਆਪਣਾ ਕੰਟਰੈਕਟ ਖਤਮ ਹੋ ਚੁੱਕਿਆ ਨਾ, ਆਪਣਾ ਕੰਟਰੈਕਟ ਐਕਸਪਾਇਰ ਹੋ ਗਿਆ, ਜਿੰਨਾ ਚਿਰ ਆਪਾਂ ਕੰਟਰੈਕਟ ਸੀ ਉਹ 250 ਦਾ ਲੋਟ ਸੀ, ਨਾ ਇਦੋਂ ਵੱਧ ਨਾ ਇਦੋਂ ਘੱਟ, ਠੀਕ ਹੈ। ਜੇ ਤੁਸੀਂ 2 ਲੋਟ ਚੱਕਣੇ ਸੀ ਤੇ ਫਿਰ ਤੁਹਾਨੂੰ 500 ਸ਼ੇਅਰ ਮਿਲ ਜਾਣੇ ਸੀਗੇ, ਵੀ ਆਪਾਂ ਇਹ ਨਹੀਂ ਕਿ ਆਪਾਂ 300 ਸ਼ੇਅਰ ਚੱਕ ਲਈਏ ਜੀ, ਜੀ ਜੀ, 250 ਜਾਂ 500 ਜਾਂ 750 ਜਾਂ 1000 4 ਲੋਟ ਚੱਕ ਲਓ। ਆਪਾਂ ਦੇਖਿਆ ਵੀ ਇੱਕ ਬੰਦਾ 10000 ਤੱਕ ਲੋਟ ਚੱਕ ਸਕਦਾ ਹੈ ਰਿਲਾਇੰਸ ਦਾ, ਹੈਨਾ। ਤਾਂ ਜਦੋਂ ਉਹ ਹੁਣ ਆਪਣਾ ਕੰਟਰੈਕਟ ਖਤਮ ਹੋ ਗਿਆ, ਜਦੋਂ ਕੰਟਰੈਕਟ ਹੀ ਖਤਮ ਹੋ ਗਿਆ ਤਾਂ ਲੋਟ ਵੀ ਖਤਮ ਹੋ ਗਿਆ, ਹੁਣ ਆਪਣੇ ਕੋਲੇ 250 ਸ਼ੇਅਰ ਹੈ, ਹੁਣ ਆਪਣੇ ਕੋਲੇ ਇੱਕ ਲੋਟ ਨਹੀਂ ਹੈਗਾ। 250 ਦੇ ਤੁਸੀਂ ਭਾਵੇਂ ਸਾਰੇ ਰੱਖ ਲਓ, ਭਾਵੇਂ 50 ਵੇਚ ਦਿਓ 200 ਵੇਚ ਦਿਓ, ਤੁਹਾਡੀ ਮਰਜ਼ੀ ਹੈ। ਉਹ ਸਰ ਇਹ ਜਦੋਂ ਐਕਸਪਾਇਰੀ ਹੋਣੀ ਤਾਂ ਆਟੋਮੈਟਿਕਲੀ ਉਹਨਾਂ ਨੇ ਆਪੇ ਹੀ ਐਕਸਚੇਂਜ ਨੇ ਕੱਟ ਲੈਣੇ ਪੈਸੇ ਨਾ? ਬਿਲਕੁਲ, ਤੁਹਾਡੇ ਅਕਾਊਂਟ 'ਚ ਪੈਸੇ ਪਏ ਹੋਣੇ ਚਾਹੀਦੇ ਆ ਜੀ, ਐਕਸਚੇਂਜ ਨੇ ਆਟੋਮੈਟਿਕ ਉਹ ਪੈਸੇ ਕੱਟ ਲੈਣੇ ਆ ਤੇ ਤੁਹਾਨੂੰ ਡਿਲੀਵਰੀ ਦੇ ਦੇਣੀ ਹੈ। ਠੀਕ ਹੈ। ਕੋਈ ਹੋਰ ਡਾਊਟ ਜੀ ਕਿਸੇ ਦਾ ਇੱਥੋਂ ਤੱਕ? ਹਜੇ ਤੱਕ ਸਿਰਫ ਆਪਾਂ ਗੱਲ ਕੀਤੀ ਹੈ ਬਾਇੰਗ ਦੀ, ਹਜੇ ਬਾਇੰਗ ਦੇ ਵੀ 2 ਆਪਸ਼ਨ ਹੋਰ ਰਹਿੰਦੇ ਵੀ ਆਪਾਂ ਕਿਹੜੀ ਹੋਰ ਚੀਜ਼ ਨੂੰ ਦੇਖ ਕੇ ਬਾਇੰਗ ਕਰ ਸਕਦੇ ਹਾਂ। ਆਪਾਂ ਸਿਰਫ ਇਹ ਦੇਖਿਆ ਵੀ ਫਿਊਚਰ
ਆਪਾਂ ਗਏ ਐਨਐਸਸੀ ਦੀ ਸਾਈਟ ਤੇ ਗਏ, ਉੱਥੇ ਆਪਾਂ ਦੇਖਿਆ ਕਿ 3 ਫਿਊਚਰ ਅਵੇਲੇਬਲ ਨੇ, ਨੀਅਰ ਮੰਥ, ਮਿਡ ਮੰਥ ਤੇ ਫਾਰ ਮੰਥ। ਫਿਰ ਆਪਾਂ ਉਹਨਾਂ ਦੇ ਰੇਟ ਦੇਖੇ ਕਿ ਜਦੋਂ ਆਪਾਂ ਨੂੰ ਬਾਈ ਕਰ ਰਹੇ ਹਾਂ ਤੇ ਕਿੰਨੇ ਦਾ ਆਰਡਰ ਲੱਗ ਰਿਹਾ, ਆਪਾਂ ਉਹ ਚੀਜ਼ ਦੇਖੀ ਕਿ ਇੰਨੇ ਦੀ ਵੈਲਿਊ ਹੈ, ਇੰਨੇ ਦਾ ਆਪਾਂ ਨੂੰ ਚੀਜ਼ ਮਿਲ ਰਹੀ ਹੈ, ਅਪਰੋਕਸੀਮੇਟਲੀ ਉਹੀ 5 ਗੁਣਾ ਮਾਰਜਨ ਤੇ ਆਪਾਂ ਨੂੰ ਚੀਜ਼ ਮਿਲ ਰਹੀ ਹੈ, ਤਾਂ ਆਪਾਂ ਉਹਨਾਂ ਚੋਂ ਕੋਈ ਵੀ ਜਿਹੜਾ ਹੈਗਾ ਖਰੀਦ ਸਕਦੇ ਹਾਂ। ਕਲੀਅਰ ਹੈ ਜੀ ਇੰਨੀ ਗੱਲ? ਹਾਂਜੀ ਸਰ। ਚਲੋ ਅੱਜ ਲਈ ਫਿਰ ਇੰਨਾ ਬਹੁਤ ਹੈ ਜੀ। ਜੇ ਕੋਈ ਡਾਊਟ ਹੈ ਤਾਂ ਕਿਸੇ ਦਾ ਤਾਂ ਪੁੱਛ ਲਓ, ਕੋਈ ਹੋਰ ਡਾਊਟ ਹੈ ਰਿਲੇਟਡ ਉਹ ਪੁੱਛ ਲਓ, ਨਹੀਂ ਤਾਂ ਫਿਰ ਆਪਾਂ ਕੱਲ ਨੂੰ ਨੈਕਸਟ ਕਰਾਂਗੇ। ਪਰ ਇੱਕ ਵਾਰੀ ਐਨਐਸਸੀ ਦੇ ਖੋਲ ਕੇ ਦਿਖਾ ਦਿਓ, ਮਤਲਬ ਕਿੰਨਾ ਕਿੱਥੋਂ ਜਾ ਕੇ ਚੈੱਕ ਕਰਨਾ। ਓਕੇ ਚਲੋ ਆਪਾਂ ਐਨਐਸਸੀ ਖੋਲ ਲੈਂਦੇ ਇੱਕ ਵਾਰੀ। ਸਿੰਪਲੀ ਸਰ ਗੂਗਲ ਤੇ ਗਏ ਜੀ, ਆਪਾਂ ਐਨਐਸਸੀ ਇੰਡੀਆ ਖੋਲਿਆ। ਹੁਣ ਜਿੱਥੇ ਆ ਪ੍ਰੋਫੈਸਰ ਸਰਚ ਬਾਈ ਕੰਪਨੀ ਨੇਮ ਹੈ ਨਾ, ਸਰਚ ਚ ਆਪਾਂ ਕੀ ਕੀਤਾ ਜਾ ਕੇ ਪ੍ਰੋਪਰ TCS ਹੀ ਕਰ ਲੈਂਦੇ ਜੀ, TCS। ਹੁਣ ਇੱਥੇ ਦੇਖੋ TCS ਇਕੁਇਟੀ, ਆਪਾਂ ਇਕੁਇਟੀ ਦਾ ਚੈੱਕ ਨਹੀਂ ਕਰਨਾ ਡਾਟਾ, ਆਪਾਂ ਡੈਰੀਵੇਟਿਵਸ ਦਾ ਡਾਟਾ ਚੈੱਕ ਕਰਨਾ, ਠੀਕ ਹੈ। ਤਾਂ ਆਪਾਂ ਡੈਰੀਵੇਟਿਵਸ ਵਿੱਚ ਆ ਗਏ। ਹੁਣ ਇੱਥੇ ਦੇਖਿਓ ਇਹ ਸਾਰੇ ਸਰ ਆਪਣੇ ਮਿਕਸ ਹੈ, ਜਿਹਦੇ ਚ ਆਪਸ਼ਨ ਚੇਨ ਵੀ ਹੈ, ਫਿਊਚਰ ਵੀ ਹੈ। ਆਪਾਂ ਕੀ ਕੀਤਾ, ਇੱਥੇ ਨੀਚੇ ਦੇਖੋ ਸਟਾਕ ਫਿਊਚਰ, ਆਪਾਂ ਹਜੇ ਆਪਸ਼ਨਸ ਨਹੀਂ ਕਰ ਰਹੇ, ਆਪਾਂ ਸਿਰਫ ਫਿਊਚਰ ਕਰ ਰਹੇ ਹਾਂ। ਆਪਾਂ ਸਟਾਕ ਫਿਊਚਰ ਚ ਗਏ, ਦੇਖੋ 3 ਫਿਊਚਰ ਆ ਗਏ ਆਪਣੇ ਕੋਲੇ, ਉਹੀ ਇੱਕ ਕਿਹੜਾ 31 ਮਾਰਚ। ਹੁਣ ਇਹ ਕਿਹੜਾ ਹੋਗਾ ਆਪਣਾ ਨੀਅਰ ਮੰਥ, ਕਿਉਂਕਿ ਮਾਰਚ ਚੱਲੀ ਜਾਂਦਾ 31 ਮਾਰਚ, ਫਿਰ ਅਗਲਾ ਮੰਥ ਮਿਡ ਮੰਥ 28 ਅਪ੍ਰੈਲ ਦਾ, ਅਗਲਾ 26 ਮਈ ਦਾ, ਠੀਕ ਹੈ। ਤੇ 3 ਆਪਣੇ ਕੋਲੇ ਸਟਾਕ ਫਿਊਚਰਸ ਪਏ ਨੇ। ਇੱਕ ਦਾ ਪ੍ਰਾਈਸ ਆਪਣੇ ਕੋਲੇ ਆ 3627 ਰੁਪਏ, 3639 ਰੁਪਏ, 3644 ਰੁਪਏ। ਕਲੀਅਰ ਹੈ ਜੀ? ਸਰ ਇਹਦਾ ਲੋਟ ਸਾਈਜ਼ ਕਿੱਥੇ ਲਿਖਿਆ ਹੁੰਦਾ ਸਰ? ਸਰ ਲੋਟ ਸਾਈਜ਼ ਜਦੋਂ ਆਪਾਂ ਇਹਦਾ ਉਹ ਕਰਾਂਗੇ ਉਦੋਂ ਆਊਗਾ ਜੀ ਆਪਣੇ ਕੋਲ, ਜਦੋਂ ਆਪਾਂ ਇਹਦਾ ਡਾਟਾ ਕਰਾਂਗੇ। ਮੰਨ ਲਓ ਆਪਾਂ ਜ਼ਰੂਰਤ ਤੋਂ ਆਰਡਰ ਲਾਵਾਂਗੇ, ਉਹਨੂੰ ਲਾਵਾਂਗੇ ਨਾ, ਵੈਸੇ ਤਾਂ ਲੋਟ ਸਾਈਜ਼ ਇੱਥੇ ਕਿਤੇ ਨਹੀਂ ਲਿਖਿਆ, ਤੁਹਾਨੂੰ ਦਿਖੇਗਾ। ਹਾਂਜੀ। ਬਸ ਇਹਦੀ ਆ ਜਿਹੜੀ ਵੋਲਿਊਮ ਫੀਸ ਕੁਆਂਟੀਟੀ, ਉਹ ਆਪਾਂ ਦੇਖਦੇ ਵੀ ਵੱਧ ਤੋਂ ਵੱਧ ਇੱਕ ਬੰਦਾ 6000 ਲੋਟ ਚੱਕ ਸਕਦਾ, 6000 ਇੱਕ ਲੋਟ ਚੱਕ ਸਕਦਾ, ਇਹ ਤੋਂ ਵੱਧ ਨਹੀਂ ਚੱਕੇ ਜਾ ਸਕਦੇ। ਜੇ ਮੰਨ ਲਓ ਸਾਰਾ ਆਲੂ ਇੱਕੋ ਵਪਾਰੀ ਚੱਕ ਕੇ ਲੈ ਗਿਆ ਸਾਰੇ ਦੇਸ਼ ਚੋਂ, ਤਾਂ ਦੱਸੋ ਫਿਰ ਉਹ ਕਾਲਾ ਬਾਜ਼ਾਰੀ ਹੋਈ ਕਿ ਨਹੀਂ ਹੋਈ? ਇਸ ਕਰਕੇ ਸਾਰਾ ਲੋਟ ਇੱਕੋ ਬੰਦਾ ਨਹੀਂ ਚੱਕ ਸਕਦਾ, ਉਹਦੀ ਲਿਮਿਟੇਸ਼ਨ ਹੁੰਦੀ ਹੈ ਕਿ ਤੁਸੀਂ ਇੰਨੇ ਲੋਟ ਚੱਕ ਸਕਦੇ ਹੋ। ਸਰ ਓਪਨ ਹਾਈ ਜਿਹੜੀ ਹੈ ਡੇਲੀ ਦੇ ਹਿਸਾਬ ਨਾਲ ਚੱਲਦੀ ਹੈ? ਹਾਂਜੀ ਸਰ, ਇਹਦੇ ਚ ਜਿਹੜਾ ਫਿਊਚਰ ਹੁੰਦਾ ਨਾ, ਉਹਦੇ ਜਿਹੜਾ ਆਪਾਂ ਨੂੰ ਪ੍ਰੋਫਿਟ ਤੇ ਲਾਸ ਹੈ ਉਹ ਡੇਲੀ ਬੇਸਿਸ ਦੇ ਹਿਸਾਬ ਤੇ ਹੁੰਦਾ ਹੈ। ਆਪਾਂ ਕਰਾਂਗੇ, ਹਜੇ ਤਾਂ ਆਪਾਂ ਬਾਇੰਗ ਕਰ ਰਹੇ ਨਾ, ਬਾਇੰਗ ਤੋਂ ਬਾਅਦ ਜਦੋਂ ਆਪਾਂ ਪ੍ਰੋਫਿਟ ਲਾਸ ਕਰਾਂਗੇ ਉਦੋਂ ਮੈਂ ਤੁਹਾਨੂੰ ਦੱਸੂਗਾ ਵੀ ਡੇਲੀ ਪ੍ਰੋਫਿਟ ਤੁਹਾਡੇ ਅਕਾਊਂਟ 'ਚ ਕਿੱਦਾਂ ਹੁੰਦਾ। ਆਪਾਂ ਫਿਊਚਰ ਖਰੀਦ ਕੇ ਰੱਖਿਆ ਹੋਇਆ ਤਾਂ ਆਪਾਂ ਉਹਦੀ ਐਕਸਪਾਇਰੀ ਤੱਕ ਵੇਟ ਨਹੀਂ ਕਰਦੇ, ਆਪਾਂ ਨੂੰ ਹਰ ਰੋਜ਼ ਪ੍ਰੋਫਿਟ ਹੁੰਦਾ। ਜੇ ਲਾਸ ਹੁੰਦਾ ਤਾਂ ਵੀ ਆਪਣਾ ਡੇਲੀ ਬੇਸਿਸ ਤੋਂ ਆਪਣੇ ਅਕਾਊਂਟ 'ਚੋਂ ਪੈਸੇ ਕੱਟੇ ਜਾਣੇ ਆ, ਜੇ ਪ੍ਰੋਫਿਟ ਹੋ ਰਿਹਾ ਤਾਂ ਵੀ ਆਪਾਂ ਨੂੰ ਡੇਲੀ ਬੇਸਿਸ ਤੇ ਪੈਸੇ ਆ ਰਹੇ ਆ। ਠੀਕ ਹੈ ਜੀ, ਦੇਖਿਆ ਸਰ। ਹੁਣ ਤੁਸੀਂ ਇੱਥੋਂ ਕਿਸੇ ਵੀ ਸਰਚ ਕਰਕੇ ਨਾ, ਕਿਸੇ ਵੀ ਸਟਾਕ ਨੂੰ ਸਰਚ ਕਰਕੇ ਉਹਦੇ ਇੱਥੇ ਫਿਊਚਰਸ ਤੋਂ ਜਾ ਸਕਦੇ ਹੋ। ਜੋ ਤੁਸੀਂ ਵੈਸੇ ਕਰੋਗੇ ਇੱਥੇ ਆਊਗਾ ਐਕਟਿਵ ਕੰਟਰੈਕਟਸ, ਐਕਟਿਵ ਨਾ ਰੱਖਿਓ ਜੋ, ਕਿਉਂਕਿ ਇਹਦੇ ਵਿੱਚ ਦੇਖੋ ਕਾਲ ਆ ਰਿਹਾ, ਪੁੱਟ ਆ ਰਿਹਾ, ਉਹ ਨਹੀਂ ਆਪਾਂ ਨੂੰ ਚਾਹੀਦੇ। ਆਪਾਂ ਹਜੇ ਫਿਰ ਸਿਰਫ ਫਿਊਚਰਸ ਕਰ ਰਹੇ ਹਾਂ, ਤਾਂ ਸਟਾਕ ਫਿਊਚਰ ਤੇ ਆ ਜਾਓ, ਤੁਹਾਨੂੰ 3 ਸ਼ੋ ਹੋਣੇ ਸ਼ੁਰੂ ਹੋ ਜਾਣਗੇ। ਠੀਕ ਹੈ ਸਰ, ਬਾਕੀ ਆਪਾਂ ਮਿਲਦੇ ਹਾਂ ਜੀ ਕੱਲ ਨੂੰ, ਫਿਰ ਆਪਾਂ ਨੈਕਸਟ ਕਰਾਂਗੇ।